ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਤੋਂ ਪਹਿਲੇ ਹਿੱਸੇ ਦੇ ਵਿੱਚ ਦੇਸ਼ ਪੰਜਾਬ ਦੇ ਝਰੋਖੇ 'ਚੋਂ ਤੇ ਫਿਰ ਕੋਸ਼ਿਸ਼ ਕਰ ਰਹੇ ਹਾਂ ਉੱਗੇ ਮਨੁੱਖੀ ਅਧਿਕਾਰਾਂ ਦੇ ਵਕੀਲ ਸਰ ਸਰਬਜੀਤ ਸਿੰਘ ਵੇਰਕਾ ਨੂੰ ਲਿਆਉਣ ਦੀਆਂ ਜਿਹੜੀਆਂ NIA ਵੱਲੋਂ ਚਿੱਠੀਆਂ ਜਾ ਰਹੀਆਂ ਉਹਨਾਂ ਦਾ ਕੀ ਮਤਲਬ ਹੈ। 9:13 ਹੋਏ ਨੇ ਤੇ 18 ਜਨਵਰੀ ਦਾ ਦਿਨ ਹੈ, ਵਰਾ 2021 ਦਾ ਸੋਮਵਾਰ ਹੈ। 6 ਪੋਹ ਨਾਨਕਸਾਈ ਸੰਮਤ 552 ਨਿੱਘਾ ਹਾਰਦਿਕ ਸਵਾਗਤ। 6 ਮਾਘ ਨਾਨਕਸਾਈ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਸ਼ੇਰੇ ਪੰਜਾਬ radio.ca ਤੇ ਸਿੱਧਾ ਪ੍ਰਸਾਰਣ ਚੱਲ ਰਿਹਾ ਹੈ। ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਜਿੱਥੇ ਵੀ ਬੈਠੇ ਹੋ, ਨਹੀਂ ਤਾਂ ਕੋਈ ਐਪ ਜਿਹੜੇ ਨੇ ਕਈ ਸਿੰਪਲ ਰੇਡੀਓ ਵਰਗੇ ਉਹਨਾਂ 'ਤੇ ਵੀ ਪ੍ਰੋਗਰਾਮ ਚੱਲ ਰਿਹਾ ਹੈ। 604-204-0600 ਨੰਬਰ ਹੈ, 6042040600 ਅਤੇ 604-729-1224 ਟੈਕਸਟ ਅਤੇ ਵਟਸਐਪ ਲਈ ਤੁਹਾਡੇ ਲਈ ਨੰਬਰ ਹੈ ਇਹ 6047291224 ਮੇਰਾ ਇਹ ਸੈੱਲਫੋਨ ਹੈ। ਕਿ ਰੇਤਿਆਂ ਦੀ ਬੋਲੀ ਮਾਰੂ ਥਲ ਲਿਖਦਾ ਨਹੀਂ, ਉਹ ਸਾਗਰਾਂ ਸਮੁੰਦਰਾਂ ਦੀ ਛਲ ਲਿਖਦਾ, ਕਦੇ ਚੰਨ ਕਦੇ ਤਾਰਿਆਂ ਦੇ ਵੱਲ ਲਿਖਦਾ ਨਹੀਂ, ਉਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ਨਹੀਂ, ਉਹ ਖੇਤਾਂ ਵਿੱਚ ਹਰੇ ਹਰੇ ਗੀਤ ਲਿਖਦਾ ਨਹੀਂ, ਉਹ ਵਗਦਿਆਂ ਖਾਲਾਂ ਦਾ ਸੰਗੀਤ ਲਿਖਦਾ, ਖੜੇ ਪਾਣੀਆਂ ਦੇ ਵਿੱਚ ਹਲਚਲ ਲਿਖਦਾ ਨਹੀਂ, ਉਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ਨਹੀਂ, ਉਹ ਸੱਚੀਆਂ ਕਮਾਈਆਂ ਦਾ ਆਨੰਦ ਲਿਖਦਾ, ਇਤਿਹਾਸ ਨੇ ਕਟਾਇਆ ਬੰਦ ਬੰਦ ਲਿਖਦਾ ਨਹੀਂ, ਉਹ ਮਸਲੇ ਮੁਸੀਬਤਾਂ ਦੇ ਹੱਲ ਲਿਖਦਾ ਨਹੀਂ, ਉਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ, ਕਦੇ ਜਿੱਤ ਦੀਆਂ ਗੂੰਜਾਂ ਕਦੇ ਹਾਰ ਲਿਖਦਾ, ਕਦੇ ਫੁੱਲਾਂ ਵਾਲੇ ਰੁੱਤ ਕਦੇ ਖਾਰ ਲਿਖਦਾ ਹੈ, ਕਦੇ ਖੱਦਰ ਅਤੇ ਕਦੇ ਮਲ ਲਿਖਦਾ ਨਹੀਂ, ਉਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ਨਹੀਂ, ਉਹ ਸੱਤ ਰੰਗੀਆਂ ਜਵਾਨੀਆਂ ਦੇ ਚਾਅ ਲਿਖਦਾ ਨਹੀਂ, ਉਹ ਬੁੱਢੇ ਹੋਏ ਨੈਣਾਂ 'ਚ ਦੁਆ ਲਿਖਦਾ, ਪਰ ਬੱਚਿਆਂ ਦੇ ਬੁੱਲਾਂ ਉੱਤੇ ਝੱਲ ਲਿਖਦਾ ਹੈ, ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ਨਹੀਂ, ਉਹ ਬੁੱਲੇ ਜਿਹੇ ਮਸਤਾਂ ਦੀ ਲਿਵ ਲਿਖਦਾ, ਕਿਸੇ ਲੂਣਾ ਦੇ ਨਹੀਂ ਦਰਦੀ ਨੂੰ ਸ਼ਿਵ ਲਿਖਦਾ ਨਹੀਂ, ਉਹ ਗੁੱਸੇ ਵਿੱਚ ਆ ਕੇ ਤੜਥਲ ਲਿਖਦਾ ਨਹੀਂ, ਉਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ਨਹੀਂ, ਉਹ ਰਾਂਝਿਆਂ ਦੇ ਮੱਥਿਆਂ 'ਚ ਹੀਰ ਲਿਖਦਾ ਨਹੀਂ, ਉਹ ਯੋਧਿਆਂ ਦੇ ਖਾਤੇ ਸ਼ਮਸ਼ੀਰ ਲਿਖਦਾ, ਸਾਡੇ ਵਰਗੇ ਨੂੰ ਸੱਪਣੀ ਦੀ ਖੱਲ ਲਿਖਦਾ ਨਹੀਂ, ਉਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ਨਹੀਂ, ਉਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ। ਹਰਮਨਜੀਤ ਲਿਖਦਾ ਨਵਕਿਰਨ ਸਿੰਘ ਪੱਤੀ ਹੋਰਾਂ ਦੇ ਨਾਲ ਗੱਲਬਾਤ ਆਪਾਂ 15 ਮਿੰਟ ਨੂੰ ਕਰਦੇ ਹਾਂ। ਉਦੋਂ ਪਹਿਲਾਂ ਸਰ ਸਰਬਜੀਤ ਸਿੰਘ ਵੇਰਕਾ ਨੇ, ਜਿਨ੍ਹਾਂ ਨੂੰ ਬਹੁਤ ਵਾਰ ਤੁਸੀਂ ਪ੍ਰੋਗਰਾਮ 'ਤੇ ਸੁਣਦੇ ਹੋ, ਪੰਜਾਬ ਹਿਊਮਨ ਰਾਈਟਸ ਦੇ ਇੱਕ ਗਰੁੱਪ ਆ ਜਿਹੜਾ ਜਸਟਿਸ ਬੈਂਸ ਦਾ, ਉਹਦੇ ਵਿੱਚੋਂ ਕੰਮ ਕਰਦੇ ਨੇ, ਵਕੀਲ ਨੇ। ਉਹਨਾਂ ਨਾਲ ਗੱਲਬਾਤ ਆਪਾਂ ਕਰਦੇ ਹਾਂ ਕਿ NIA ਦੀਆਂ ਜਿਹੜੀਆਂ ਚਿੱਠੀਆਂ ਜਾ ਰਹੀਆਂ ਨੇ ਉਹਦਾ ਦਾ ਬੇਸ ਕੀ ਹੈ, ਅਤੇ ਸੰਘਰਸ਼ ਦੇ ਵਿੱਚ ਕਿਸਾਨ ਸੰਘਰਸ਼ ਜਿਹੜਾ ਜਾ ਉੱਥੇ ਹੈ ਉਹਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਨਜਿੱਠ ਸਕਦਾ ਹੈ ਵਕੀਲ ਦੀ ਨਿਗਾਹ ਤੋਂ। ਉਹਨਾਂ ਨਾਲ ਗੱਲ ਕਰਦੇ ਹਾਂ ਹੁਣੇ। ਵੇਰਕਾ ਸਾਹਿਬ ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੈਲਕਮ ਜੀ। ਧੰਨਵਾਦ ਬਹੁਤ ਬਹੁਤ। ਤੇ ਸ਼ੇਰੇ ਪੰਜਾਬ ਤੇ ਆਪਣੀ ਪਹਿਲੀ ਅੱਜ ਪਲੇਠੀ ਗੱਲ ਹੋ ਰਹੀ ਹੈ। ਤੁਹਾਡੇ ਸਮੇਂ ਲਈ ਧੰਨਵਾਦ। 11 ਵਜੇ ਨੇ। ਅੱਛਾ, ਇਹ ਚਿੱਠੀਆਂ ਤੇ NIA ਦੀਆਂ ਜਿਹੜੇ ਕੇਸ ਨੇ ਉਹ ਤੁਸੀਂ ਬਹੁਤ ਜਿਹੜੇ ਨੇ ਉਹ ਕੀਤੇ ਨੇ। ਜਸਪਾਲ ਸਿੰਘ ਮੰਝਪੁਰ ਨੇ ਬਹੁਤ ਕੇਸ ਲੜੇ ਨੇ। ਇਹਨਾਂ ਦਾ ਬੇਸ ਕੀ ਹੈ ਜੀ? ਇਹ ਕਿਸੇ ਜਿਨ੍ਹਾਂ ਨੂੰ ਇਹ ਚਿੱਠੀਆਂ ਜਾ ਰਹੀਆਂ ਨੇ, ਕੀ ਉਹਨਾਂ ਦੇ ਕੋਈ ਕੇਸ ਰਜਿਸਟਰਡ ਹੋਇਆ ਜਾਂ ਕਿਸੇ ਕੇਸ ਦੇ ਵਿੱਚ ਉਹਨਾਂ ਨੂੰ ਸੱਦ ਕੇ ਕੋਈ ਜਾਣਕਾਰੀ ਲੈਣੀ ਚਾਹੁੰਦੇ ਨੇ? ਇਹ ਤੁਸੀਂ ਵੇਖੀਆਂ ਨੇ, ਹੈ ਕੀ ਜੀ ਇਹ ਜਿਹੜੀਆਂ ਚਿੱਠੀਆਂ ਜਾ ਰਹੀਆਂ? ਦੇਖੋ, ਇਹਦੇ 'ਚ ਜਿਹੜਾ ਇਹਨਾਂ ਨੇ ਇੱਕ NIA ਨੇ ਇੱਕ ਕੇਸ ਰਜਿਸਟਰਡ ਕੀਤਾ ਸੀ 15 ਦਸੰਬਰ 2020 ਨੂੰ ਜੀ। ਇਹਦੇ ਵਿੱਚ ਇਹਨਾਂ ਨੇ ਉਹਦੇ 'ਚ IPC ਦੇ ਸੈਕਸ਼ਨ ਜਿਹੜੇ 120B 124A 153A 153B ਤੇ ਅਨਲਾਫੁਲ ਐਕਟੀਵਿਟੀਜ਼ ਐਕਟ ਦਾ 13, 17, 18, 18B ਤੇ 20 ਸੈਕਸ਼ਨ ਜਿਹੜੇ ਸੀ ਉਹਦੇ 'ਚ ਇੱਕ FIR ਰਜਿਸਟਰਡ ਕੀਤੀ ਸੀ। ਅੱਛਾ ਜੀ। ਉਹ FIR ਦੇ ਵਿੱਚ ਪਹਿਲਾਂ ਤੇ ਇਹਨਾਂ ਨੇ ਦੋਸ਼ੀ ਬਣਾਇਆ ਹੈ ਗੁਰਪਤਵੰਤ ਸਿੰਘ ਪੰਨੂ, ਜਿਹੜੇ 6 ਫॉर ਜਸਟਿਸ ਵਾਲੇ ਆ, ਪਰਮਜੀਤ ਸਿੰਘ ਪੰਮਾ ਜਿਹੜੇ ਆ ਉਹ ਵੀ 6 ਫॉर ਜਸਟਿਸ ਨਾਲ ਇਹਨਾਂ ਨੇ ਜਿਹੜਾ FIR 'ਚ ਲਿਖਿਆ ਵੀ ਉਹਦੇ ਨਾਲ ਐਸੋਸੀਏਟਡ, ਇੱਕ ਸਰਦਾਰ ਹਰਦੀਪ ਸਿੰਘ ਨਿੱਜਰ ਜਿਹੜੇ ਸਰੀ ਤੋਂ, ਜਿਹੜੇ ਆਪਣੇ ਕੈਨੇਡਾ ਸਰੀ ਤੋਂ ਜਿਹੜੇ ਹੈਗੇ ਆ, ਇਹਨਾਂ ਤਿੰਨਾਂ ਦੇ ਖਿਲਾਫ ਇਹਨਾਂ ਇੱਕ ਐਲੀਗੇਸ਼ਨ ਲਾ ਕੇ ਵੀ ਇਹ ਫੰਡ ਇਕੱਠਾ ਕਰ ਰਹੇ ਆ ਤੇ ਕਈ ਜਿਹੇ ਬੰਦੀਆਂ ਜਿਹੜੀਆਂ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਟਾਈਗਰ ਫੋਰਸ, ਖਾਲਿਸਤਾਨ ਜਿੰਦਾਬਾਦ ਫੋਰਸ ਜਿਹੜੀ ਹੈ ਇਹਦੇ ਨਾਲ ਹੋਰ ਔਰਗਨਾਈਜੇਸ਼ਨ ਰਲ ਕੇ ਫੰਡ ਕ੍ਰੀਏਟ ਕਰ ਰਹੀਆਂ, ਭਾਰਤ 'ਚ ਜਿਹੜਾ ਮਾਹੌਲ ਜਿਹੜਾ ਖਰਾਬ ਕਰਨਾ ਚਾਹੁੰਦੀਆਂ ਤੇ ਬਾਹਰਲੇ ਦੇਸ਼ਾਂ 'ਚ ਜਿਹੜੇ ਪ੍ਰੋਟੈਸਟ ਕਰਕੇ
USA UK ਕੈਨੇਡਾ ਜਰਮਨੀ ਤੇ ਹੋਰ ਜਿਹੜੇ ਦੇਸ਼ ਆ ਉਹਨਾਂ 'ਚ ਕਰਕੇ ਤੇ ਭਾਰਤ ਦੇ ਵਿਰੁੱਧ ਇੱਕ ਜਿਹੜਾ ਵਾ ਲਾਮਬੰਦ ਕਰ ਰਹੇ ਲੋਕਾਂ ਨੂੰ। ਇਹ ਇਹਨਾਂ ਨੇ ਅਫੇਅਰ ਦੇ ਵਿੱਚ ਜਿਹੜੇ ਆ ਇੱਕ ਐਲੀਗੇਸ਼ਨ ਲਾਏ ਸੀ। ਜਿਹੜੇ ਹੁਣ ਜਿੰਨੇ ਵੀ ਨੋਟਸ ਆਏ ਆ, ਜਿੰਨੇ ਵੀ ਆਪਾਂ ਦੇਖੇ, ਕਿਉਂਕਿ 13 ਦੇ ਕਰੀਬ ਨੋਟਸ ਤੇ ਉਹ ਆ ਜਿਹੜੇ ਕੱਲ 19 ਤਰੀਕ ਨੂੰ ਜਿਨ੍ਹਾਂ ਨੂੰ ਕਿਹਾ ਗਿਆ ਵੀ ਉਹ ਦਿੱਲੀ ਜਿਹੜਾ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਆ ਉਹਦੇ ਉੱਥੇ ਦਿੱਲੀ ਆਫਿਸ 'ਚ ਅਪੀਅਰ ਹੋ ਕੇ ਤੇ ਉਹ ਇਸ ਕੇਸ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਉਹਦੇ ਬਾਰੇ ਉਹਨਾਂ ਨੇ ਗੱਲ ਕਰਨੀ ਆ। ਤੇ ਉਹਦੇ ਵਿੱਚ ਜਿਵੇਂ ਆਪਾਂ ਜਿਹੜਾ ਖਾਲਸਾ ਏਡ ਦੇ ਅਮਰਪ੍ਰੀਤ ਸਿੰਘ, ਬਲਦੇਵ ਸਿੰਘ ਸਿਰਸਾ, ਦੀਪ ਸਿੱਧੂ, ਨੋਬਲਜੀਤ ਸਿੰਘ, ਜਸਬੀਰ ਸਿੰਘ, ਗੁਰਪ੍ਰੀਤ ਸਿੰਘ, ਇਸ ਤਰ੍ਹਾਂ 13 ਜਣਿਆਂ ਦੇ ਖਿਲਾਫ ਜਿਹੜੇ ਨੋਟਿਸ ਖਿਲਾਫ ਨਹੀਂ, ਮਤਲਬ ਕਿ ਉਹਨਾਂ ਨੂੰ ਨੋਟਿਸ ਇਸ਼ੂ ਕੀਤੇ ਆ ਵੀ ਉਹ NIA ਦੇ ਦਫ਼ਤਰ ਜਿਹੜਾ ਵਾ ਜਾਣ ਤੇ ਉੱਥੇ ਪੇਸ਼ ਹੋ ਕੇ ਤੇ ਇਹ ਕੇਸ ਨਾਲ ਸੰਬੰਧਿਤ ਜਿਹੜੀ ਉਹਨਾਂ ਨੇ ਕੋਈ ਜਾਣਕਾਰੀ ਹਾਸਲ ਕਰਨੀ ਆ। ਪਰ ਸਾਨੂੰ ਜਿਹੜਾ ਇਹ ਲੱਗਦਾ ਵਾ, ਕਿਉਂਕਿ ਅਸੀਂ ਤੇ ਸ਼ੁਰੂ ਤੋਂ ਦੇਖਦੇ ਮੈਂ ਇਹਨਾਂ ਦਾ ਸਟਾਈਲ ਜਿਹੜਾ ਕੰਮ ਕਰਨ ਦਾ, ਇਹਨਾਂ ਨੇ ਇਸ ਕੇਸ 'ਚ ਸਾਰਿਆਂ ਨੂੰ ਉਲਝਾਉਣ ਲਈ ਇੱਕ ਕਿਸਾਨ ਅੰਦੋਲਨ ਦੇ ਵਿੱਚ, ਕਿਉਂਕਿ ਇੱਕ ਬਹੁਤ ਵੱਡੀ ਮੂਵਮੈਂਟ ਸ਼ਾਇਦ ਇੰਡੀਅਨ ਹਿਸਟਰੀ 'ਚ ਸਭ ਤੋਂ ਜ਼ਿਆਦਾ ਜਿਹੜਾ ਉੱਥੇ ਪ੍ਰੋਟੈਸਟ ਜਿਹੜਾ ਵਾ ਕਿਸਾਨਾਂ ਦੇ ਅੰਦੋਲਨ 'ਚ ਜਿੰਨੀ ਦੁਨੀਆ ਉੱਥੇ ਦਿੱਲੀ ਦੇ ਉਸ ਸਾਈਡ ਤੇ ਬੈਠਦੀ ਆ, ਦਿੱਲੀ ਦੇ ਵਿੱਚ ਪਹੁੰਚਣ ਦੀ ਜਿਹੜੀ ਉਹਨਾਂ ਦੀ ਅਗਲੀ ਪਲੈਨਿੰਗ ਹੈ, ਸਿਰਫ ਉਹਨੂੰ ਡਿਫਿਊਜ਼ ਕਰਨ ਲਈ ਜਿਹੜਾ ਇਹਨਾਂ ਨੇ ਸਾਰੀ ਪਲੈਨਿੰਗ ਜਿਹੜੀ ਆ ਉਸੇ ਤਰ੍ਹਾਂ ਕੀਤੀ ਹੈ। ਤੇ ਸਾਨੂੰ ਇਹ ਵੀ ਡਾਊਟ ਹੈ ਜਿਸ ਤਰ੍ਹਾਂ ਗੌਰਮੈਂਟ ਸ਼ੁਰੂ ਤੋਂ ਕਰਦੀ ਹੈ, ਜਦੋਂ ਆਪਾਂ 1978 ਤੋਂ ਬਾਅਦ 'ਚ ਲੈ ਕੇ ਜਿਹੜੀ ਆਪਾਂ ਗੱਲ ਕਰਦੇ ਹਾਂ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਚੱਲੀ ਸੀ, ਆਰਮ ਸਟਰਗਲ ਪੰਜਾਬ 'ਚ ਜਿਹੜੇ ਬੰਦੇ ਬਾਹਰ ਬੈਠੇ ਸੀ ਉਹਦੇ ਵਿੱਚ ਕੁਝ ਬੰਦੇ ਇਹੋ ਜਿਹੇ ਜਿਹੜੇ ਗੌਰਮੈਂਟ ਨਾਲ ਐਸੋਸੀਏਟ ਹੈਗੇ ਤੇ ਫਿਰ ਉਹਨਾਂ ਦੇ ਥਰੂ ਇਹ ਉਹਨਾਂ ਚੀਜ਼ਾਂ ਨੂੰ ਸਾਰੇ ਜਿਹੜੇ ਇਹਨਾਂ ਦੇ ਮਕਸਦ ਹੁੰਦੇ ਉਹਨਾਂ ਨੂੰ ਪੂਰਾ ਕਰਦੇ ਆ। ਸਾਨੂੰ ਇਹਦੇ 'ਚ ਵੀ ਇਸ ਤਰ੍ਹਾਂ ਹੀ ਲੱਗਦਾ ਵੀ ਕੋਈ ਨਾ ਕੋਈ ਇਹਨਾਂ ਨੇ ਫੰਡ ਆਪਣੇ ਬੰਦੇ ਜਿਹੜੇ ਇਹਨਾਂ ਦੇ ਬਾਹਰ ਜਿਹੜੇ ਬੈਠੇ ਆ ਉਹਨਾਂ ਤੇ ਫੰਡ ਭੇਜ ਕੇ ਕੋਈ ਤੇ ਉਹਨਾਂ ਨੂੰ ਇਨਵੋਲਵ ਕਰਕੇ ਲੋਕਾਂ ਨੂੰ ਆਪ ਤੇ ਇਸ ਗੱਲ ਦੇ ਵਿੱਚ ਉਹਨਾਂ ਨੂੰ ਇਨਵੋਲਵ ਕਰਕੇ ਫਿਰ ਉਹਨਾਂ ਨੂੰ ਡਰਾਇਆ ਜਾਊਗਾ। ਇਹ ਮੂਵਮੈਂਟ ਤੋਂ ਜਿਹੜੀ ਕਿਸਾਨ ਦੀ ਮੂਵਮੈਂਟ ਹੈ ਉਹਨੂੰ ਡਿਸਕ੍ਰੈਡਿਟ ਕੀਤਾ ਜਾਊਗਾ ਤੇ ਇਹਨਾਂ ਨੂੰ ਸਾਈਡ ਤੇ ਕਰਕੇ ਜਿਹੜਾ ਵਾ ਉਹ ਆਪਣਾ ਜਿਹੜਾ ਇੱਕ ਉਹ ਤੁਸੀਂ ਵੇਖੋ ਸੁਪਰੀਮ ਕੋਰਟ ਦਾ ਆਰਡਰ ਦੇਖੋ ਜਿਹੜਾ ਇਹਨਾਂ ਨੇ ਕਿਸਾਨ ਜਿਹੜੀ ਫਾਰਮ ਲਾਜ ਦੇ ਬਾਰੇ ਜਿਹੜਾ ਆਰਡਰ ਆਇਆ ਵਾ ਉਹਦੇ ਵਿੱਚ ਈਵਨ ਮੈਂਸ਼ਨ ਹੈ ਵੀ ਉੱਥੇ ਜੀ ਖਾਲਿਸਤਾਨ ਦੇ ਜਿਹੜੇ ਸਮਰਥਕ ਜਿਹੜੇ ਆ ਆਰਗੇਨਾਈਜੇਸ਼ਨ ਆ ਉਹ ਪਾਰਟੀਸਪੇਟ ਕਰਨ ਦੀਆਂ ਵਾ। ਇਸ ਕਰਕੇ ਇਹਨਾਂ ਨੇ ਕਿਤੇ ਤਾਣਾ ਬਾਣਾ ਜਿਹੜਾ ਪਹਿਲਾਂ ਤੋਂ ਬੁਣਨਾ ਸ਼ੁਰੂ ਕਰਤਾ ਤੇ ਉਹ ਤਾਣੇ ਬਾਣੇ ਦੀ ਇੱਕ ਕੜੀ ਹੈ ਜਿਹੜੀ ਨੋਟਸ ਦਿੱਤੇ ਆ। ਫਿਰ ਜਿਹੜੇ ਬੰਦੇ ਉੱਥੇ ਜਿਹੜੇ ਸੇਵਾ ਕਰਨ ਦੇ, ਲੰਗਰ ਲਾਉਣ ਦੇ ਆ ਜਾਂ ਮੈਡੀਕਲ ਦੇ ਕਰਨ ਦੇ, ਖਾਲਸਾ ਏਡ ਵਾਲੇ ਜਿਹੜੇ ਉਹ ਕਰ ਰਹੇ ਆ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਉਹਦੇ 'ਚ ਕਿਤੇ ਨਾ ਕਿਤੇ ਇਨਵੋਲਵ ਕਰਨ ਦੀ ਇੱਕ ਜਿਹੜੀ ਕੋਸ਼ਿਸ਼ ਕੀਤੀ ਹੈ। ਤੇ ਸਾਨੂੰ ਲੱਗਦਾ ਵੀ ਉਹ ਜਿਹੜਾ ਸਾਰਾ ਇੱਕ ਪਲੈਨਿੰਗ ਦਾ ਹਿੱਸਾ ਹੀ ਸੀ ਇਹਨਾਂ ਦਾ, ਕਿਉਂਕਿ ਅਸੀਂ ਕਈ ਕੇਸ ਵੇਖੇ ਇੱਥੇ ਪੰਜਾਬ 'ਚ ਪਿੱਛੇ ਜਿਨ੍ਹਾਂ ਦੇ ਵਿੱਚ ਹਥਿਆਰ ਪੰਜਾਬ 'ਚ ਆਏ ਆ, ਜਿਹੜੇ ਸੋਸ਼ਲ ਮੀਡੀਆ ਦੇ ਬੱਚੇ ਜਿਹੜੇ ਨੌਜਵਾਨ ਮੁੰਡੇ ਸੀ ਉਹ ਸੋਸ਼ਲ ਮੀਡੀਆ ਤੇ ਐਕਟਿਵ ਹੋ ਗਏ, ਜਦੋਂ ਉਹਨਾਂ ਨੂੰ ਇਹ ਆਵਾਜ਼ ਕਰਦੇ ਰਹਿੰਦੇ ਆ ਫਿਰ ਉਹ ਹਥਿਆਰ ਇੰਡੀਆ 'ਚ ਆਉਂਦੇ ਆ, ਇੰਡੀਆ ਜਾ ਕੇ ਦੱਬੇ ਜਾਂਦੇ ਆ, ਫਿਰ ਉਹ ਉਹਨਾਂ ਨੂੰ ਫੜ ਲੈਂਦੇ ਆ ਤੇ ਉਹ ਕਦੇ ਵੀ ਇਹ ਕੋਸ਼ਿਸ਼ ਨਹੀਂ ਹੁੰਦੀ ਵੀ ਹਥਿਆਰ ਇੰਡੀਆ 'ਚ ਆ ਕੇ ਇੱਥੇ ਦੱਬੇ ਕਿੰਨੇ ਆ। ਉਹ ਪਿਛਲੀ ਜਿਹੜੀ ਸਾਰੀ ਇੱਕ ਚੈਨ ਪੂਰੀ ਟੁੱਟੀ ਹੁੰਦੀ ਹੈ ਜਦੋਂ ਅਸੀਂ ਉਹਦੇ 'ਚ ਡੀਪਲੀ ਜਿਹੜੇ 2 ਕੇਸ ਜਿਹੜੇ ਸੀ ਆ ਲੇਟੈਸਟ ਜਿਹੜੇ ਹੋਏ ਆ ਉਹਨਾਂ 'ਚ ਅਸੀਂ ਜਦੋਂ ਵੇਖਿਆ ਵੀ ਉਹਦੇ ਵਿੱਚ ਟਾਵਰ ਲੋਕੇਸ਼ਨ ਜਿਹੜੀ ਇੰਡੀਆ 'ਚ ਹਥਿਆਰ ਦੱਬ ਕੇ ਪਾਕਿਸਤਾਨ ਭੇਜੀ ਗਈ, ਪਾਕਿਸਤਾਨ ਤੋਂ ਫਿਰ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਇੰਡੀਆ 'ਚ ਨੌਜਵਾਨ ਉਹਨਾਂ ਨੂੰ ਭੇਜੀ ਗਈ, ਫਿਰ ਪੁਲਿਸ ਨੇ ਉਹਨਾਂ ਨੂੰ ਉੱਥੇ ਅਰੈਸਟ ਕਰ ਲਿਆ। ਜਦੋਂ ਅਸੀਂ ਹੋਰ ਉਹਦੇ ਡੀਪਲੀ ਗਏ ਤੇ ਪਤਾ ਲੱਗਾ ਵੀ ਜਦੋਂ ਇੱਥੇ ਉਹ ਦੱਬੇ ਗਏ ਹਥਿਆਰ ਉਦੋਂ ਉਹਦਾ ਪਹਿਲਾਂ ਹੀ ਨਿਗਾਹ ਜਿਹੜੀ ਆ ਉੱਥੇ ਜਿਹੜੀ ਉਹਦੀ ਸਿਕਿਉਰਿਟੀ ਉਸ ਜਗ੍ਹਾ ਨੂੰ ਸਿਕਿਉਰ ਕਰ ਲਿਆ ਜਾਂਦਾ ਵਾ, ਜਿਹੜੀ ਪੁਲਿਸ ਜਾਂ ਇਹਦੀਆਂ ਜਿਹੜੀਆਂ ਏਜੰਸੀਆਂ ਸੂਬਾ ਏਜੰਸੀਆਂ ਉਹਨਾਂ ਨੇ ਉਹਨੂੰ ਕਰ ਲੈਂਦੇ ਵੀ ਹਥਿਆਰ ਹੋਰ ਨਾ ਕੋਈ ਚੁੱਕ ਕੇ ਲੈ ਜਾਏ, ਜਿਹੜਾ ਇਹਨਾਂ ਦਾ ਪੂਰਾ ਪਲੈਨਿੰਗ ਹੁੰਦੀ ਉਹਦੇ ਹਿਸਾਬ ਨਾਲ ਹੀ ਹੋਵੇ। ਇਸ ਕਰਕੇ ਸਾਨੂੰ ਲੱਗਦਾ ਇਹ ਸਾਰੀਆਂ ਪਲੈਨਿੰਗਾਂ ਜਿਹੜੀਆਂ ਇਹਨਾਂ ਦੀਆਂ ਜੋ ਪਿੱਛੋਂ ਚੱਲਦੀਆਂ ਵਾ ਤੇ ਹਮੇਸ਼ਾ ਇਹਨਾਂ ਨੇ ਪਹਿਲਾਂ ਜਿਹੜੀ ਮੂਵਮੈਂਟ ਪੰਜਾਬ ਦੀ ਜਿਹੜੀ ਵੱਧ ਅਧਿਕਾਰਾਂ ਦੀ ਗੱਲ ਆਪਾਂ ਆਨੰਦਪੁਰ ਸਾਹਿਬ ਦਾ ਮਤਾ ਜਾਂ ਬਾਅਦ 'ਚ ਚੱਲੀਆਂ ਗੱਲਾਂ ਉਹਨੂੰ ਜਿਵੇਂ ਡਿਫਿਊਜ਼ ਕਰਨ ਲਈ ਇਹਨਾਂ ਨੇ ਆਪਣੇ ਬੰਦੇ ਵਰਤ ਕੇ ਪੰਜਾਬ 'ਚ ਕੀਤਾ ਸੀ, ਉਹ ਇਹ ਹੁਣ ਕਿਸਾਨ ਅੰਦੋਲਨ 'ਚ ਕਰਨਾ ਚਾਹੁੰਦੇ ਆ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਵੇਖੋ ਵੀ ਉਹਦਾ ਹੈੱਡ ਕੌਣ ਆ, ਅਮਿਤ ਸ਼ਾਹ। ਅਮਿਤ ਸ਼ਾਹ ਜਿਹੜਾ ਵਾ ਉਹਦੇ ਕੋਲੇ ਆਏ ਸਾਰਾ, ਕਿਉਂਕਿ ਉਹ ਹੋਮ ਡਿਪਾਰਟਮੈਂਟ ਉਹਦੇ ਕੋਲੇ ਆ ਤੇ ਉਹਦੇ ਥੱਲੇ ਇਹ ਏਜੰਸੀ ਹੈਗੀ ਹੈ। ਅੱਛਾ ਵੇਰਕਾ ਸਾਹਿਬ, ਆਪ ਤੇ ਜਾਣਦੇ ਹੀ ਆ ਵੇਰਕਾ ਸਾਹਿਬ, ਇਹਦੇ ਵਿੱਚ ਇੱਕ ਬਹੁਤ ਵੱਡੀ ਡਿਸਕਸ਼ਨ ਚੱਲ ਰਹੀ ਹੈ। ਜਿਹੜੇ ਇਸ ਸੰਘਰਸ਼ ਦੇ ਆਗੂ ਵੀ ਨੇ ਰਾਜੇਵਾਲ ਜਾਂ ਹੋਰ, ਉਹ ਸਾਰੇ ਕਹਿੰਦੇ ਨੇ ਯਾਰ ਬਈ ਅਸੀਂ ਨਹੀਂ ਝੰਡੇ ਝੁੰਡੇ ਚਲਾਉਣੇ, ਅਸੀਂ ਨਹੀਂ ਕੋਈ ਇਹੋ ਜਿਹੀ ਗੱਲ ਕਰਨੀ, ਅਸੀਂ ਤਾਂ ਸਿਰਫ ਤੇ ਸਿਰਫ ਕਿਸਾਨਾਂ ਦਾ ਇਹ ਸੰਘਰਸ਼ ਹੈ। ਕੁਝ ਕੁ ਉਹਦੇ ਵਿੱਚ ਜਿਹੜੇ ਮੁੰਡੇ ਗਏ ਹੋਏ ਨੇ, ਕੁਝ ਕਹਿ ਲਓ ਜਾਂ ਕੀ ਪਤਾ ਕਿੰਨੀ ਗਿਣਤੀ ਆ, ਉਹ ਕਹਿੰਦੇ ਨਹੀਂ ਖਾਲਸਾ ਹੀ ਨਿਸ਼ਾਨਾਂ ਦੇ ਥੱਲੇ ਅਸੀਂ ਇਹ ਸੰਘਰਸ਼ ਲੜਨਾ। ਇਹ ਜਿਹੜੇ ਲੰਗਰ ਦੀ ਪ੍ਰਥਾ ਹੈ, ਇਹ ਲੰਗਰ ਸਾਡਾ ਗੁਰੂਆਂ ਦੇ ਹਿਸਾਬ ਦੇ ਨਾਲ ਇਹ ਸਾਰੀ ਚੀਜ਼ ਚੱਲੇਗੀ। ਚਲੋ ਇਹਦੇ ਤੋਂ ਮੇ ਵੀ ਕੁਛ ਕੁ ਜਿਹੜੇ ਆਗੂ ਨੇ, ਜਿਵੇਂ ਅਗਰਾਹਾਂ ਨੇ ਕਹਿਤਾ ਸੀ ਇੱਥੇ ਲਾਉਣਾ ਨਹੀਂ ਆਪਣੇ ਜਕਾਰਾ, ਇੱਥੇ ਝੰਡੇ ਨਹੀਂ ਲਾਉਣੇ,
ਹੁਣ ਜਿਹੜੀ ਅਸਲ ਕਹਾਣੀ ਜਦ ਆਪਟੀਮਮ ਤੇ ਪੀਕ ਤੇ ਹੈ, ਜੇ ਅਸੀਂ ਪੰਜਾਬ ਦੀ ਭਲਾ ਲੋਚਦੇ ਹਾਂ, ਖੈਰ ਜਿਹੜੇ ਇੱਥੇ ਬਾਹਰ ਬੈਠੇ ਆ ਜਿਹੜੇ ਵੱਧ ਹੱਕਾਂ ਦੀ ਗੱਲ ਕਰਦੇ, ਜਿਨ੍ਹਾਂ ਨੂੰ ਨਾਂ ਉਹ ਲੈਂਦੇ ਆ 6 ਫਾਰ ਜਸਟਿਸ ਦੇ ਪੰਨੂ ਦੇ, ਕੀ ਜੇ ਅਸੀਂ ਪੰਜਾਬ ਨੂੰ ਵਸਦਾ ਰੱਖਣਾ ਚਾਹੁੰਦੇ ਹਾਂ, ਕੀ ਇਹ ਗੱਲ ਨਹੀਂ ਹੋਣੀ ਚਾਹੀਦੀ ਕਿ ਇਸ ਕਿਸਾਨ ਸੰਘਰਸ਼ ਦੀ ਹੋਈ ਗੱਲ ਹੋਵੇ? ਉਹ ਲਾਲ ਕਿਲੇ ਤੇ ਅਸੀਂ ਝੰਡਾ ਚਲਾਉਣਾ ਹੈ, ਅਸੀਂ ਆਹ ਕਰਨਾ ਹੈ, ਅਸੀਂ $2 ਲੱਖ ਦੇ ਦਿਆਂਗੇ, ਤੁਸੀਂ ਉੱਥੇ ਝੰਡਾ ਚਲਾ ਦਿਓ। ਇਹ ਗੱਲਾਂ ਕੁਛ ਜਿਹੜੀਆਂ ਨੇ ਇਹ ਵੀ ਸ਼ੱਕ ਦੇ ਘੇਰੇ 'ਚ ਨਹੀਂ ਆਉਂਦੀਆਂ? ਵੇਖੋ ਜੀ, ਇਹ ਸਾਰਾ ਜਿਹੜਾ ਪਹਿਲਾਂ ਵੀ ਆਪਾਂ ਜਿਹੜੀ ਸਾਰੀ ਮੂਵਮੈਂਟ ਚੱਲੀ ਪੰਜਾਬ ਤੇ ਉਹਦੇ ਜਿਹੜੇ ਆਪਾਂ ਨੂੰ ਨੁਕਸਾਨ ਤੇ ਫਾਇਦੇ ਜਿਹੜੇ ਹੋਏ ਉਹ ਸਾਰਿਆਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਜੀ। ਆਪਾਂ ਕੀ ਪ੍ਰਾਪਤੀ ਕੀਤੀ, ਕਿੰਨੇ ਹਜ਼ਾਰ ਸਿੱਖ ਨੌਜਵਾਨ ਜਿਹੜਾ ਪੰਜਾਬ 'ਚ ਆਪਾਂ ਮਰਵਾਇਆ, ਅਸੀਂ ਕੇਸ ਲੜਦੇ ਉਹਨਾਂ ਦੇ ਜਿਨ੍ਹਾਂ ਨੂੰ ਚੁੱਕ ਕੇ ਡਿਸਪੀਅਰੈਂਸ ਕੀਤਾ ਵਾ, ਜਿਨ੍ਹਾਂ ਦੀਆਂ ਲਾਸ਼ਾਂ ਨਹੀਂ ਅਜੇ ਤੱਕ ਮਿਲੀਆਂ, ਜਿਨ੍ਹਾਂ ਦੇ ਝੂਠੇ ਮੁਕਾਬਲੇ ਬਣਾ ਕੇ ਮਾਰਤਾ ਵਾ। ਉਹ ਸਾਰੀਆਂ ਚੀਜ਼ਾਂ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਜੇ ਅੱਜ ਵੀ ਆਪਾਂ ਉਹ ਗੱਲਾਂ ਕਰਾਂਗੇ ਤੇ ਆਪਾਂ ਗੌਰਮੈਂਟ ਦੀ ਮਦਦ ਕਰਨ ਰਹੇ ਹਾਂ, ਨਾ ਕਿ ਸਿੱਖਾਂ ਦੀ। ਬਿਲਕੁਲ ਠੀਕ। ਇਹ ਗੱਲ ਨੂੰ ਬਿਲਕੁਲ ਧਿਆਨ 'ਚ ਰੱਖਣਾ ਚਾਹੀਦਾ ਵੀ ਤੁਸੀਂ ਰੌਲਾ ਜਿੰਨਾ ਮਰਜ਼ੀ ਪਾ ਸਕਦੇ ਜੇ, ਜਿੰਨੇ ਮਰਜ਼ੀ ਕਿਸੇ ਤੇ ਐਲੀਗੇਸ਼ਨ ਲਾ ਸਕਦੇ ਜੇ, ਪਰ ਤੁਹਾਨੂੰ ਇੱਕ ਨਿਚੋੜ ਕੱਢਣਾ ਪਊਗਾ ਵੀ ਪਹਿਲਾਂ ਆਪਾਂ ਕੀ ਪ੍ਰਾਪਤੀ ਕੀਤੀ, ਆਪਾਂ ਇੰਨੀਆਂ ਕੁਰਬਾਨੀਆਂ ਕਰਕੇ ਅਸੀਂ ਕੀ ਪ੍ਰਾਪਤੀ ਕੀਤੀ ਹੈ, ਤੇ ਅੱਜ ਅਸੀਂ ਜੇ ਕਿਸਾਨਾਂ ਦਾ ਅੰਦੋਲਨ ਬਿਲਕੁਲ ਕਾਮਯਾਬੀ ਦੇ ਰਸਤੇ ਤੇ ਆ, ਬਿਲਕੁਲ ਉਹਦੀ ਬਰੂਹਾਂ ਤੇ ਆ, ਬਿਲਕੁਲ ਦਰਵਾਜ਼ੇ ਤੇ ਆ ਕਾਮਯਾਬੀ ਦੇ, ਤੇ ਜੇ ਇਹ ਅੰਦੋਲਨ ਨੂੰ ਕਿਤੇ ਡਿਸਕ੍ਰੈਡਿਟ ਹੋਇਆ ਜਾਂ ਕਿਤੇ ਨੁਕਸਾਨ ਹੋਇਆ ਤੇ ਉਹਦੇ ਲਈ ਉਹ ਤਾਕਤਾਂ ਜ਼ਿੰਮੇਵਾਰ ਹੋਣਗੀਆਂ ਜਿਨ੍ਹਾਂ ਨੇ ਪਹਿਲਾਂ ਪੰਜਾਬ 'ਚ ਸਾਰੇ ਨੌਜਵਾਨ ਮਰਵਾ ਕੇ ਫਿਰ ਰਾਜ ਭਾਗ ਭੋਗੇ। ਤੁਸੀਂ ਵੇਖੋ ਵੀ ਜਿਹੜੇ ਬੰਦੇ ਸਭ ਤੋਂ ਅੱਗੇ ਲੱਗੇ ਸੀ ਉਹ ਸਭ ਤੋਂ ਜ਼ਿਆਦਾ ਉਹਨਾਂ ਦੇ ਰਾਜ ਭੋਗੇ, ਉਹਨਾਂ ਬਾਅਦ 'ਚ ਜਾਤੀਆਂ ਕੀਤੀਆਂ। ਸਮੇਰ ਸੈਣੀ ਵਰਗੇ ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਜਿਹੜਾ DGP ਪੰਜਾਬ ਬਣੇ, ਇਹੋ ਜਿਹੇ ਅਫਸਰ ਜਿਹੜੇ ਸੀ ਉਹਨਾਂ ਨੇ ਪਾਵਰ 'ਚ ਆਏ, ਉਹ ਸਾਰੇ ਉਹਨਾਂ ਲੋਕਾਂ ਦੇ ਟਾਈਮ ਤੇ ਆਏ ਜਿਹੜੇ ਸਭ ਤੋਂ ਪਹਿਲਾਂ ਖਾਲਿਸਤਾਨ ਦੀਆਂ ਝੰਡੇ ਦੀਆਂ ਸਾਰੀਆਂ ਗੱਲਾਂ ਕਰਦੇ ਸੀ। ਠੀਕ ਹੈ, ਸਿੱਖ ਰਾਜ ਜਿਹੜਾ ਸਾਡਾ ਜਿਹੜਾ ਵਾ ਜੋ ਕਨਸੈਪਟ ਹੈ ਸਿੱਖੀ ਦਾ, ਸਿੱਖ ਰਾਜ ਦੀ ਗੱਲ ਕਰਨੀ ਚਾਹੀਦੀ ਹੈ, ਪਰ ਉਹ ਸਿੱਖੀ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ ਸਾਨੂੰ। ਇਹ ਇੱਕ ਅੰਦੋਲਨ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਜਿਹਦੇ 'ਚ ਯੂਪੀ, ਬਿਹਾਰ, ਕੇਰਲਾ ਸਾਰੇ ਜਿਹੜੇ ਕਿਸਾਨ ਆ, ਰਾਜਸਥਾਨ ਦੇ, ਹਰਿਆਣੇ ਦੇ, ਤੁਸੀਂ ਉੱਥੇ ਮੌਕੇ ਤੇ ਜਾ ਕੇ ਵੇਖੋ ਪੰਜਾਬ ਦੇ ਜਿੰਨੇ ਕਿਸਾਨ ਹੈ ਉਹਦੇ ਨਾਲ ਕਿਤੇ ਵੱਧ ਜਿਹੜੇ ਆ ਉਹ ਹਰਿਆਣੇ ਦੇ ਤੇ ਦੂਜੀ ਸਟੇਟਾਂ ਦੇ ਜਿਹੜੇ ਆ, ਤੁਸੀਂ ਟਿਕਰੀ ਬਾਰਡਰ ਜਾਓ ਤੁਹਾਨੂੰ ਉੱਥੇ ਪਤਾ ਲੱਗਦਾ ਵਾ। ਬਿਲਕੁਲ ਠੀਕ ਹੈ। ਫਿਰ ਦੂਜੀ ਗੱਲ ਇਹ ਆ ਵੀ ਕਿਸਾਨਾਂ ਦਾ ਉਹਦੇ 'ਚ ਹਰ ਇੱਕ ਪਾਰਟੀ ਨਾਲ ਸੰਬੰਧਿਤ ਹੈ, ਉਹ ਕਾਂਗਰਸ ਨਾਲ ਸੰਬੰਧਿਤ ਵੀ ਲੋਕ ਹੈਗੇ ਆ, ਅਕਾਲੀ ਦਲ ਨਾਲ ਸੰਬੰਧਿਤ ਵੀ, ਆਮ ਆਦਮੀ ਪਾਰਟੀ ਨਾਲ ਵੀ, ਕਾਂਗਰਸ ਦੇ ਹਰ ਇੱਕ ਤਰ੍ਹਾਂ ਦੇ ਸੰਬੰਧਿਤ ਆ। ਪਰ ਉਹਨਾਂ ਨੂੰ ਜਦੋਂ ਆਪਾਂ ਇੱਧਰ ਨੂੰ ਖੜ ਕੇ ਗੱਲ ਜਿਹੜੀ ਆ ਦੂਜੀ ਸਟੇਟ ਦੀ, ਜਿਹੜੀ ਇਹ ਮਸਲਾ ਵਾ ਜਿਹੜਾ ਪ੍ਰੋ ਖਾਲਿਸਤਾਨ ਦਾ ਜਾਂ ਆਪਾਂ ਸਿੱਖ ਰਾਜ ਦਾ ਜਾਂ ਖਾਲਸਾ ਰਾਜ ਦਾ, ਇਹ ਇੱਕ ਕਨਸੈਪਟ ਵੱਖਰੀ ਚੀਜ਼ ਹੈਗੀ ਆ, ਉਹ ਇਹਦੇ ਨਾਲ ਸਾਨੂੰ ਮਿਲਾਉਣਾ ਨਹੀਂ ਚਾਹੀਦਾ। ਠੀਕ। ਇਹ ਜੇ ਅਸੀਂ ਇਹਨੂੰ ਮਿਲਾਵਾਂਗੇ ਉਹ ਸਮਝ ਲਓ ਵੀ ਅਸੀਂ ਜਿਹੜੀ ਆਪਾਂ ਹੁਣ ਜਿਹੜੀ ਆ ਸਾਰੀ ਜਿਹੜੀ ਗੱਲ ਚੱਲਣ ਦੀ ਆ, ਜਿਹੜੇ NIA ਨੇ ਕੇਸ ਦਰਜ ਕੀਤਾ ਜਾਂ ਨੋਟਸ ਆ ਰਹੇ ਆ, ਇਹ ਸਾਰਾ ਤੁਸੀਂ ਜਦੋਂ ਪਿੱਛੇ ਤਾਣਾ ਬਾਣਾ ਕੱਢੋਗੇ ਤੁਹਾਨੂੰ ਉਹ ਬੰਦੇ ਫੋਰਨ ਦੇ ਲੱਭਣਗੇ ਜਿਨ੍ਹਾਂ ਨੇ ਫੰਡ ਜਿਹੜੇ ਦਿੱਲੀ ਪਿਛਲੇ ਸਾਲ ਮੀਟਿੰਗਾਂ ਕਰਕੇ ਗਏ ਆ ਸਰਕਾਰ ਦੇ ਨਾਲ, ਏਜੰਸੀਆਂ ਦੇ ਨਾਲ, ਤੁਹਾਨੂੰ ਕਿਤੇ ਨਾ ਕਿਤੇ ਲੱਗੂ ਉਹੋ ਹੀ ਸਾਰੇ ਬੰਦੇ ਆ ਜਿਹੜੇ ਉਹ ਪੈਸੇ ਭੇਜਣਗੇ, ਉਹੋ ਹੀ ਫਸ ਜਾਣਗੇ। ਜਿਹੜੇ ਨੌਜਵਾਨ ਅੱਗੇ ਲੱਗ ਕੇ ਆਪਣੀ ਕਮਿਟਡ ਹੋ ਗਏ, ਜਿਹੜੇ ਆ ਆਪਣੀ ਮਨ ਦੇ ਨਾਲ ਬਿਲਕੁਲ ਜਿਹੜਾ ਜੋ ਆਪਣਾ ਕਨਸੈਪਟ ਹੈ ਸਿੱਖੀ ਦਾ ਉਹਦੇ ਹਿਸਾਬ ਨਾਲ ਸੇਵਾ ਕਰਨ ਦੇ, ਉਹਨਾਂ ਸਾਰਿਆਂ ਨੂੰ ਆਪਾਂ ਇਹਦੇ 'ਚ ਲਿਜਾ ਦਾਂਗੇ। ਤੁਸੀਂ ਇਹ ਵੀ ਇੱਕ ਸੋਚ ਕੇ ਵੇਖੋ ਕਿ ਆਪਾਂ ਨੂੰ 10 ਵਾਰੀ ਦਿੱਲੀ ਜਾ ਕੇ ਤਰੀਕ ਭੁਗਤਣੀ ਚਾਹੀਦੀ। ਠੀਕ ਹੈ, ਤੇ ਤੁਸੀਂ ਉਹਦਾ ਹਾਲ ਲਾ ਲਓ। ਮੈਨੂੰ ਉਹ ਦੱਸੋ ਵੀ ਜਿਹੜੇ ਆ ਪਿੱਛੇ ਝੰਡੇ ਚੜਾਏ ਸੀ ਨੌਜਵਾਨਾਂ ਨੇ, ਉਹਨਾਂ ਨੂੰ ਕਿੰਨੀ ਕੁ ਮਦਦ ਮਿਲੀ ਆ? ਉਹ ਸਾਰੇ ਜੇਲ੍ਹਾਂ 'ਚ ਸੜਨ ਰਹੇ ਆ। ਅੱਜ ਆਪਾਂ ਕਹਿ ਦਾਂਗੇ ਪਾਰਲੀਮੈਂਟ ਤੇ ਝੰਡਾ ਚੜਾਉਣਾ ਜਾਂ ਲਾਲ ਕਿਲੇ ਤੇ ਝੰਡਾ ਚੜਾਉਣਾ ਵਾ, ਉਹ ਝੰਡਾ ਤੇ ਪਤਾ ਨਹੀਂ ਗਾ, ਪਰ ਜਿਹੜਾ ਵੀ ਬੰਦਾ ਇਹਦੀ ਕੋਸ਼ਿਸ਼ ਵੀ ਕਰੂਗਾ ਉਹ ਜੇਲ੍ਹ 'ਚੋਂ ਨਹੀਂ ਉਹਨਾਂ ਨਿਕਲ ਦੇਣਾ। ਆਪਾਂ ਨੂੰ ਸਾਰਾ ਜਿਹੜਾ ਪਹਿਲਾਂ ਇਹ ਹਰ ਇੱਕ ਬੰਦੇ ਨੂੰ ਚਾਹੀਦਾ ਵੀ ਪਿਛਲੇ ਆਪਾਂ ਜੋ 10 ਸਾਲ 15 ਸਾਲ ਸੰਤਾਪ ਭੋਗਿਆ ਵਾ ਉਹਨੂੰ ਜ਼ਰੂਰ ਸੋਚੋ, ਉਹਨੂੰ ਸੋਚ ਕੇ ਫਿਰ ਅਗਲਾ ਤੁਸੀਂ ਸਟੈਪ ਚੁੱਕੋ ਵੀ ਉਹਦੇ 'ਚ ਆਪਾਂ ਇੰਨੇ ਨੌਜਵਾਨ ਮਰਵਾ ਕੇ, ਇੰਨੇ ਪਰਿਵਾਰ ਬਰਬਾਦ ਹੋ ਕੇ ਇੱਥੇ ਕਿੰਨੇ ਫੋਰਨ 'ਚ ਜਿਹੜੇ ਆਪਣੇ ਨੌਜਵਾਨ ਨੇ ਜਿਹੜੇ ਪੰਜਾਬ 'ਚ ਧਰਤੀ ਤੇ ਪੈਰ ਨਹੀਂ ਰੱਖ ਸਕਦੇ। ਸਾਰੀਆਂ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ। ਪਰ ਮੈਨੂੰ ਇਹ ਲੱਗਦਾ ਵੀ ਜਿਵੇਂ ਇਹਦੇ ਵਿੱਚ ਜਿਹੜੇ ਨਾਮ ਆ, ਜਿਵੇਂ ਹਰਦੀਪ ਸਿੰਘ ਨਿੱਜਰ ਹੈ, ਜਿਵੇਂ ਮੈਂ ਪਰਸਨਲ ਤੌਰ ਤੇ ਜਿਨ੍ਹਾਂ ਨੂੰ ਜਾਣਦਾ, ਪਰਮਜੀਤ ਸਿੰਘ ਪੰਮਾ ਵਾ, ਇਹਨਾਂ ਦਾ ਮੈਨੂੰ ਲੱਗਦਾ ਨਹੀਂ ਗਾ ਵੀ ਉਹਨਾਂ ਦਾ ਇਹ ਜਿਸ ਤਰ੍ਹਾਂ ਜਿਹੜੀ ਸਰਕਾਰਾਂ ਉਹਨਾਂ ਨੂੰ ਇੱਕ ਬਹਾਨਾ ਬਣਾ ਕੇ ਉਹ ਕਰਨਾ ਚਾਹੁੰਦੀ ਵੀ ਇੱਕ ਇਹੋ ਜਿਹਾ ਜਿਹੜਾ ਪਲੇਟਫਾਰਮ ਬਣਾ ਦੇ, ਇਹੋ ਜਿਹਾ ਕੇਸ ਬਣਾ ਦੇ ਵੀ ਕੱਲ੍ਹ ਨੂੰ ਉਹ ਇਹਨਾਂ ਨੂੰ ਕੈਨੇਡਾ ਤੋਂ ਵਾਪਸ ਮੰਗਾਉਣਾ ਚਾਹਵੇ ਜਾਂ ਗੁਰਪਤਵੰਤ ਪੰਨੂ ਜਿਹੜਾ ਉਹਨੂੰ ਅਮਰੀਕਾ ਤੋਂ ਵਾਪਸ ਲਿਆਉਣਾ ਚਾਹਵੇ, ਇੱਕ ਹਊਆ ਖੜਾ ਕਰਕੇ ਨਾਲੇ ਬੰਦੇ। ਹੁਣ ਇਹਦੇ ਵਿੱਚ 2 ਸਾਲ ਪਹਿਲਾਂ ਵੀ ਇੱਕ NIA ਨੇ FIR ਦਰਜ ਕੀਤੀ ਗੁਰਪਤਵੰਤ ਪੰਨੂ ਦੇ। 2 ਸਾਲ ਪਹਿਲਾਂ ਉਹ ਕੇਸ ਦੇ ਵਿੱਚ ਕਿੰਨੇ ਨੌਜਵਾਨ, 18 ਨੌਜਵਾਨ ਹੈ ਜਿਹੜੇ ਅੰਦਰ ਨੇ ਜੀ। ਕਿਹਨੇ ਪੁੱਛਿਆ ਉਹਨਾਂ ਨੂੰ? ਉਹਨਾਂ ਦੇ ਤੇ ਕੋਈ ਸੁਣਵਾਈ ਨਹੀਂ ਹੁੰਦੀ, ਕੋਈ ਕੋਰਟ ਉਹਨਾਂ ਨੂੰ ਨਹੀਂ ਸੁਣਦਾ। ਇੱਕ ਮਹਾਲੀ ਕੋਰਟ ਆ, ਤੁਸੀਂ ਇੱਕ ਇਹ ਵੀ ਦੱਸਦਾ NIA ਕੋਲ ਮਹਾਲੀ ਕੋਰਟ ਆ, ਪਰ NIA ਨੇ ਆਪਣੇ ਸਾਰੇ ਕੇਸ ਦਿੱਲੀ ਸ਼ਿਫਟ ਕਰਾ ਲਏ ਆ। ਜਿੰਨੇ ਕੇਸ UAPA ਦੇ ਐਕਟ ਦੇ ਥੱਲੇ ਜਿੰਨੇ ਵੀ ਕੇਸ ਦਰਜ ਹੋਏ ਸੀ ਉਹ ਸਾਰੇ ਕੇਸ ਲਗਭਗ ਦਿੱਲੀ ਸ਼ਿਫਟ ਹੋ ਗਏ ਆ।
ਤੇ ਆਪਾਂ ਨੂੰ ਦੱਸੋ ਵੀ ਇੱਥੇ ਪਰਿਵਾਰਾਂ ਨੂੰ ਕੌਣ ਬਾਅਦ ਚ ਮਦਦ ਕਰਦਾ, ਕਿਹੜਾ ਦਿੱਲੀ ਜਾ ਕੇ ਉਹਨਾਂ ਦੀਆਂ ਤਰੀਕਾਂ ਭੁਗਤੂਗਾ, ਕਿਹੜੇ ਵਕੀਲ ਉੱਥੇ ਜਿਹੜੇ ਹਰ ਤਰੀਕ ਤੇ ਜਾ ਸਕਦੇ ਆ। ਫਿਰ ਸਾਨੂੰ ਉਹਨਾਂ ਤੇ ਡਿਪੈਂਡ ਹੋਣਾ ਪੈਂਦਾ ਜਿਹੜੇ ਦਿੱਲੀ ਬੈਠੇ ਆ। ਉਹ ਸਾਡੀ ਸੋਚ ਮੁਤਾਬਕ ਬਿਲਕੁਲ ਇਹ ਜਿਹੜਾ ਵਾ ਇਹਨੂੰ ਵਿਚਾਰ ਕਰਨਾ ਚਾਹੀਦਾ। ਸਾਨੂੰ ਸਾਰਾ ਪਹਿਲੀ ਜਿਹੜੀ ਜੋ ਸੰਤਾਪ ਪੰਜਾਬ ਨੇ ਭੋਗਿਆ ਉਹਨੂੰ ਕਰਨਾ ਚਾਹੀਦਾ। ਤੇ ਜੇ ਅਸੀਂ ਅੱਜ ਵੀ ਉਹਨਾਂ ਚੀਜ਼ਾਂ ਤੇ ਕਰਾਂਗੇ ਤੇ ਅਸੀਂ ਇਹ ਸੋਚ ਲਓ ਵੀ ਗੌਰਮੈਂਟ ਦੀ ਮਦਦ ਕਰਨ ਦੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ। ਬਿਲਕੁਲ। ਅੱਛਾ ਵੇਰਕਾ ਸਾਹਿਬ, ਇਸੇ ਵਿਸ਼ੇ ਤੇ ਕਿਉਂਕਿ ਮੈਂ ਇਸੇ ਗੱਲ ਤੋਂ ਮੈਂ ਕਿਹਾ ਜੇ ਮੈਂ ਪੰਜਾਬ ਦਾ ਭਲਾ ਲੋਚਦਾ, ਜੇ ਮੈਂ ਆਪਣੇ ਭਾਈਆਂ ਭੈਣਾਂ ਦਾ ਭਲਾ ਲੋਚਦਾ, ਇਹ ਝੰਡਿਆਂ ਝੁੰਡਿਆਂ ਵਾਲੀ ਗੱਲ ਜਿਹੜੀ ਚਲਾਉਣ ਦੀ, ਹਾਂ ਤੁਸੀਂ ਖਾਲਸਾਈ ਪਰਚਮ ਉੱਥੇ ਆਪਣੇ ਤੰਬੂਆਂ ਦੇ ਬਾਹਰ ਲਾਉਣੇ ਆ, ਤੁਹਾਡਾ ਸਵੈ ਸਿੱਧ ਅਧਿਕਾਰ ਆ। ਜੇ ਤੁਸੀਂ ਦੇਸ਼ ਦੇ ਲਾਲ ਕਿਲੇ ਦੀ ਗੱਲ, ਪਾਰਲੀਮੈਂਟ ਦੀ ਜੀ ਅਸੀਂ 2.5 ਲੱਖ ਦੇ ਦਿਆਂਗੇ, ਅਸੀਂ 3 ਲੱਖ ਦੇ ਦਿਆਂਗੇ, ਇਹ ਬੇਨਤੀ ਕਰਦਾ ਮੈਂ ਪ੍ਰੋਗਰਾਮ ਦੇ ਰਾਹੀਂ, ਕੋਈ ਸੁਣਨ ਦੀ ਨਹੀਂ ਗੱਲ। ਕਿਸਾਨ ਦਾ ਮੋਰਚਾ, ਕਿਸਾਨਾਂ ਦੇ ਮੋਰਚੇ ਨੂੰ ਕਨਸੈਂਟਰੇਟ ਕਰੋ, ਪਹਿਲਾਂ ਹੋਂਦ ਬਚਾ ਲਓ, ਗੱਲ ਇਹ ਆ। ਅੱਛਾ ਹੁਣ ਇੱਕ ਪੰਜਾਬ 'ਚ ਇੱਕ ਚੀਜ਼ ਸੋਚ ਕੇ ਵੇਖੋ, ਪੰਜਾਬ 'ਚ ਸ਼ਰਾਬ ਕਿੰਨੀ ਸਾਲ ਦੀ ਕਿੰਨੀ ਵਿਕਦੀ ਹੈ। ਤੁਸੀਂ ਪੰਜਾਬ 'ਚ ਸੋਚ ਕੇ ਵੇਖੋ ਵੀ ਡਰੱਗ ਕਿੰਨੀ ਵਿਕਦੀ ਹੈ। ਤੇ ਪੰਜਾਬ 'ਚ ਇਹ ਸੋਚ ਕੇ ਸੋਚੋ ਵੀ ਕਿੰਨੇ ਲੋਕ ਜਿਹੜੇ ਆ ਉਹ ਅੰਮ੍ਰਿਤਧਾਰੀ ਆ ਤੇ ਕਿੰਨੇ ਦੂਜੇ ਆ। ਤੇ ਪੰਜਾਬ 'ਚ ਇਹ ਸੋਚ ਕੇ ਵੇਖੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਭ ਤੋਂ ਤੁਹਾਡੀ ਸਰਵਉੱਚ ਸੰਸਥਾ, ਉੱਥੇ ਕੀ ਹੋਣ ਵਾ। ਤੇ ਪੰਜਾਬ ਦਾ ਇਹ ਸੋਚ ਕੇ ਜਿਹੜਾ ਦਰਬਾਰ ਸਾਹਿਬ ਜਾਂ ਹਰਿਮੰਦਰ ਸਾਹਿਬ ਜਾਂ ਅੰਮ੍ਰਿਤਸਰ, ਸ੍ਰੀ ਅੰਮ੍ਰਿਤਸਰ ਸਾਹਿਬ ਆ, ਅਸੀਂ ਅੱਜ ਤੱਕ ਇਹਨੂੰ ਪਵਿੱਤਰ ਸ਼ਹਿਰ ਜਿਹੜਾ ਕਰਾਰ ਨਹੀਂ ਦਵਾ ਸਕੇ। ਅਸੀਂ ਗੱਲਾਂ ਕਿੱਡੀਆਂ ਵੱਡੀਆਂ ਵੱਡੀਆਂ ਕਰਦੇ ਆ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਵਿਚਾਰਨੀਆਂ ਪੈਣਗੀਆਂ ਵੀ ਅਸੀਂ ਖੜੇ ਕਿੱਥੇ ਆ। ਜਦੋਂ ਅਸੀਂ ਸੀਬੀਆਈ ਕੋਰਟ, ਇੱਕੋ ਹੀ ਕੋਰਟ ਹੈ ਪੰਜਾਬ 'ਚ, ਜਦੋਂ ਅਸੀਂ ਉੱਥੇ ਜਾਂਦੇ ਹਾਂ ਸਾਨੂੰ ਸ਼ਰਮ ਆਉਂਦੀ ਹੈ ਵੀ ਜਿਹੜੇ ਲੋਕਾਂ ਨੇ ਨੌਜਵਾਨ ਸਿੱਖ ਨੌਜਵਾਨ ਮਾਰੇ, ਉਹਦੇ 'ਚ 90% 95% ਜਿਹੜੇ ਸਿੱਖ ਆ, ਜਿਹੜੇ ਪੁਲਿਸ ਅਫਸਰ ਜਿਨ੍ਹਾਂ ਦੇ ਖਿਲਾਫ ਕੇਸ ਆ। ਆਪਾਂ ਕਿਹੜੀ ਖਾਲਿਸਤਾਨ ਦੀ ਤੇ ਕਿਹੜੇ ਸਿੱਖੀ ਦੀ ਤੇ ਕਿਹੜੀ ਗੱਲ ਕਰਦੇ। ਪਹਿਲਾਂ ਆਪਾਂ ਨੂੰ ਇਹ ਆਪਣੇ ਆਪ ਨੂੰ ਸੁਧਾਰਨਾ ਪਊਗਾ, ਆਪਣੇ ਲਾਗੇ ਵਾਲਿਆਂ ਨੂੰ ਸੁਧਾਰਨਾ ਪਊ, ਰਿਸ਼ਤੇਦਾਰ ਸੱਜਣ ਮਿੱਤਰ ਇਹਨਾਂ ਸਾਰਿਆਂ ਨੂੰ ਦੱਸਣਾ ਪਊਗਾ ਵੀ ਤੁਸੀਂ ਜਾਤੀਆਂ ਬੰਦ ਕਰੋ। ਅਸੀਂ ਤੇ ਸਿੱਖ ਆ ਨਾ, ਅਸੀਂ ਆਪਣੇ ਪਰਿਵਾਰ ਨੂੰ ਕਹਿ ਸਕਦੇ, ਸੱਜਣਾ ਮਿੱਤਰਾਂ ਨੂੰ ਕਹਿ ਸਕਦੇ ਹਾਂ। ਜਿੰਨੀ ਜਾਤੀ ਪੰਜਾਬ 'ਚ ਹੋਈ ਹੈ 95% ਸਿੱਖ ਆ ਪੁਲਿਸ ਅਫਸਰ ਜਿਨ੍ਹਾਂ ਨੇ ਕੀਤੀ ਹੈ। ਤੁਸੀਂ ਉਹ ਕੈਲਕੂਲੇਸ਼ਨ ਕਰ ਲਓ, ਮੈਂ ਤੁਹਾਨੂੰ ਇੱਥੋਂ ਸਾਰੀ ਲਿਸਟ ਭੇਜ ਦੂੰਗਾ ਸੀ ਕੇਸਾਂ ਦੀ ਤੇ ਕਿੰਨੇ ਪੁਲਿਸ ਅਫਸਰ ਜਿਹੜੇ ਉਹਦੇ ਵਿੱਚ ਦੋਸ਼ੀ ਹੈ। 25-30 ਸਾਲ ਹੋ ਗਏ, 30 ਸਾਲ। ਬਿਲਕੁਲ ਸਾਰੀਆਂ ਚੀਜ਼ਾਂ ਜਿਹੜੀਆਂ ਵਿਚਾਰਨੀਆਂ ਪੈਣਗੀਆਂ। ਇਹ ਤਾਂ ਸਗੋਂ ਤੁਹਾਨੂੰ ਜਿਹੜੀ ਇਹਦੇ ਤੇ ਘੋਖ ਕਰਨੀ ਚਾਹੀਦੀ ਹੈ ਸਿੱਖਾਂ ਨੂੰ। ਇਹਦੇ ਤੇ ਇੱਕ ਆਪਣੇ ਜਿਹੜੇ ਐਡੇ ਇਹਨਾਂ ਕੋਲ IAS ਅਫਸਰ, ਜੱਜ ਰਿਟਾਇਰ ਹੈਗੇ ਆ, ਇੱਕ ਕਮੇਟੀ ਬਣਾ ਕੇ ਸਾਰਾ ਨਿਚੋੜ ਕੱਢੋ। ਤੁਸੀਂ ਕ੍ਰਿਟਿਸਿਜ਼ਮ ਸੁਣਿਆ ਹੀ ਨਹੀਂ ਗਾ ਕਦੀ, ਤੁਸੀਂ ਸੁਣ ਕੇ ਵੇਖੋ, ਫਿਰ ਤੁਸੀਂ ਜਦੋਂ ਅਗਲੀ ਜੰਗ ਲੜੋਗੇ ਤੁਸੀਂ ਜਿੱਤੋਗੇ। ਜੇ ਤੁਸੀਂ ਪਿਛਲੀ ਦਾ ਨਿਚੋੜ ਨਹੀਂ ਕੱਢੋਗੇ ਤੁਸੀਂ ਜੰਗ ਨਹੀਂ ਜਿੱਤ ਸਕਦੇ। ਅੱਛਾ ਵੇਰਕਾ ਸਾਹਿਬ, ਮੈਂ ਥੋੜੇ 10 ਮਿੰਟ ਹੋਰ ਲੈਣੇ ਆ। ਇੱਕ ਤਾਂ ਅਰਨਬ ਗੋਸਵਾਮੀ ਦਾ ਕੁਛ ਨਾ ਕੁਛ ਬੰਬੇ ਪੁਲਿਸ ਨੇ ਚਿੱਠਾ ਖੋਲਿਆ ਜੀ, ਉਹ ਕੀ ਗੱਲ ਹੈ? ਉਹ ਤਾਂ ਬਹੁਤ ਕੁਝ ਨਿਕਲਿਆ ਉਹ ਬੰਦੇ ਦਾ। ਦੇਖੋ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਤੁਸੀਂ ਉਹਨੂੰ ਵੇਖਿਆ ਹੋਊਗਾ, ਜਿਵੇਂ ਉਹ ਟੀਵੀ ਤੇ, ਆਪਣੇ ਟੀਵੀ ਤੇ ਕਿਸ ਤਰ੍ਹਾਂ ਉਹ ਬੋਲਦਾ ਵਾ। ਕਿਸਾਨ ਅੰਦੋਲਨ ਬਾਰੇ ਵੀ ਉਹਦੀ ਤੁਸੀਂ ਵੇਖਿਆ ਹੋਊਗਾ ਕਿਸ ਤਰ੍ਹਾਂ ਉਹਨੇ, ਮਤਲਬ ਉਹਦਾ ਇੱਕ ਪੱਖ ਹੀ ਹੈ ਸਿਰਫ। ਉਹਨੇ ਜਿਹੜਾ ਮੋਦੀ ਗੌਰਮੈਂਟ ਨੂੰ ਪ੍ਰੋਟੈਕਟ ਕਰਨ ਦਾ, ਉਹਨੂੰ ਕਿਵੇਂ ਉਹਨੇ ਕਰਨਾ, ਤੇ ਬਾਕੀ ਸਾਰਾ ਕੁਝ। ਸਿਰਫ ਤੁਸੀਂ ਉਹਦੀ ਫ੍ਰੀਕੁਐਂਸੀ ਵੇਖੋ ਵੀ ਉਹ 2 ਬੰਦਿਆਂ ਨੂੰ ਡਿਬੇਟ ਲਈ ਬੁਲਾਉਂਦਾ ਵਾ। ਜਿਹੜਾ ਸਰਕਾਰ ਪੱਖੀ ਉਹਦੀ ਸਾਊਂਡ ਜਿਹੜੀ ਉਹਨੂੰ ਕਰ ਦਿੰਦਾ ਸਹੀ, ਤੇ ਜਿਹੜੀ ਦੂਜੀ ਉਹਨੂੰ ਡਿਸਟਰਬ ਕਰ ਦਿੰਦਾ ਵਾ। ਤੁਸੀਂ ਆਮ ਹੀ ਉਹਦਾ ਚੈਨਲ ਸੁਣ ਕੇ ਵੇਖੋ ਵੀ ਕਿੰਨੀ ਘਟੀਆ ਗੱਲ ਹੈ ਵੀ ਤੂੰ ਕਿੱਥੇ, ਕਿਹੜਾ ਇੱਕ ਨੈਸ਼ਨਲ ਚੈਨਲ ਆਪਣੇ ਆਪ ਨੂੰ ਕਹਿਣਾ। ਫਿਰ ਜਿਹੜੀਆਂ ਹੁਣ ਜਿਹੜੀਆਂ ਇਹਨਾਂ ਨੇ ਸਾਰੀਆਂ ਉਹਦੀਆਂ ਈਮੇਲ 500 ਪੇਜ ਜਿਹੜਾ ਈਮੇਲ ਦਾ ਇਹਨਾਂ ਨੇ ਬੰਬੇ ਜਿਹੜੀ ਪੁਲਿਸ ਆ ਉਹਨਾਂ ਨੇ ਇਹਨੂੰ ਲੀਕ ਕੀਤਾ ਵਾ। ਉਹਦੇ ਵਿੱਚ ਹੈਰਾਨ ਹੋ ਜਾਓਗੇ ਵੀ ਜਿੱਦਣ ਤੁਸੀਂ ਬਾਲਾਕੋਟ ਜਿਹੜਾ ਇਹ ਸਟ੍ਰਾਈਕ ਕੀਤੀ ਆ, ਉਹਦੇ ਤੋਂ 3 ਦਿਨ ਪਹਿਲਾਂ ਉਹਨੂੰ ਪਤਾ ਵਾ ਵੀ ਉਹਨਾਂ ਨੇ ਅਟੈਕ ਕਰਨਾ, ਪਾਕਿਸਤਾਨ ਦੇ ਇਸ ਜਗ੍ਹਾ ਤੇ ਜਾਣਾ ਵਾ, ਉੱਥੇ ਸਮਥਿੰਗ ਬਿਗ ਜਿਹੜਾ ਵਾ ਉਹ ਕਰ ਰਹੇ ਆ, ਅਟੈਕ ਕਰ ਰਹੇ ਆ ਪਾਕਿਸਤਾਨ ਤੇ। 4 ਬੰਦਿਆਂ ਨੂੰ ਜੋ ਇਨਫੋਰਮੇਸ਼ਨ ਜਿਹੜੀ ਬਾਹਰ ਨਿਕਲੀ ਹੈ ਮੀਡੀਆ ਦੇ ਵਿੱਚ, ਨੈਸ਼ਨਲ ਮੀਡੀਆ 'ਚ, ਸਿਰਫ 4 ਬੰਦਿਆਂ ਨੂੰ ਪਤਾ ਸੀ ਵੀ ਇਹ ਜਿਹੜਾ ਵਾ ਅਟੈਕ ਕਰਨਾ ਵਾ ਆਰਮੀ ਨੇ, ਜਿਹੜਾ ਇਹਨਾਂ ਨੇ ਕੀਤਾ ਸੀ ਉੱਥੇ। ਤੇ ਉਹਦੇ ਵਿੱਚ 4 ਬੰਦਿਆਂ, ਇਹਦਾ ਮਤਲਬ ਇੱਕ ਟੀਵੀ ਚੈਨਲ ਦਾ ਹੈਡ ਜਿਹੜਾ ਉਹਦੀ ਈਮੇਲ 'ਚ ਆਉਂਦੇ ਆ ਸਾਰਾ ਕੁਝ। ਫਿਰ ਵੇਖੋ ਸੁਪਰੀਮ ਕੋਰਟ ਦਾ ਜੱਜ ਖਰੀਦਣ ਦੀ ਗੱਲ ਕਰਨ ਦਿਆ ਵਾ। ਸੁਪਰੀਮ ਕੋਰਟ ਦਾ ਜੱਜ ਤੇ ਉਹਨੂੰ ਖਰੀਦ ਲਓ, ਕਿਹੋ ਜਿਹੀ ਉਹ ਵਰਡਿੰਗ ਉਹਦੇ 'ਚ ਵਰਤਣ ਦਿਆ। ਜਿੱਦਾਂ 40 ਜਿਹੜੇ CRP ਦੇ ਜਵਾਨ ਜਿਹੜੇ ਆ ਉਹ ਜਦੋਂ ਬੰਬ ਬਲਾਸਟ ਨਾਲ ਉੱਥੇ ਦਾਅ ਤੇ ਜਾਂਦੇ ਆ, ਉੱਥੇ ਵੇਖੋ ਤੁਸੀਂ ਉਹ ਉੱਥੇ ਉਹਨੂੰ ਪਾਰਟੀ ਕਰਨ ਦਿਆ ਵੀ ਇਹ ਬੜੀ ਵੱਡੀ ਤੇ ਬੜੀ ਵਧੀਆ ਗੱਲ ਹੋ ਗਈ ਮੇਰੇ ਲਈ। ਉਹਦੀ ਸੋਚ ਵੇਖੋ ਵੀ ਇੱਕ ਸਾਈਕੋ ਬੰਦਾ ਹੀ ਇਹ ਕਹਿ ਸਕਦਾ ਵੀ ਜਿਸ ਤਰ੍ਹਾਂ ਇੱਕ 40 ਨੌਜਵਾਨ ਜਿਹੜੇ CRPF ਦੇ ਜਦੋਂ ਉਹ ਮਰਦੇ ਬੰਬ ਬਲਾਸਟ ਨਾਲ ਜਿਹੜੀ, ਤੇ ਉਹ ਕੀ ਉਹਦੇ ਬਾਰੇ ਉਹਦੀ ਤੁਸੀਂ ਈਮੇਲ ਵੇਖੋ।
ਇਹ ਦੇਸ਼ ਦੇ ਵਿੱਚ ਤੁਸੀਂ ਜੱਜਾਂ ਦਾ ਹਾਲ ਵੇਖ ਲਓ ਵੀ ਉਹ ਇਹਨਾਂ ਨੂੰ ਸੁਮੋਟੋ ਲੈਣਾ ਚਾਹੀਦਾ, ਉਹਦੇ ਤੇ ਬਿਲਕੁਲ ਸੁਮੋਟੋ ਲੈ ਕੇ ਇਹਦੀ ਇਨਵੈਸਟੀਗੇਸ਼ਨ ਕਰਾਉਣੀ ਚਾਹੀਦੀ ਹੈ। NIA ਨੂੰ ਆਹ ਲੋਕਾਂ ਨੂੰ ਨਹੀਂ ਸੱਦਣਾ ਚਾਹੀਦਾ ਜਿਹੜੇ ਲੰਗਰ ਲਾ ਕੇ ਬੈਠੇ ਜਾਂ ਮਦਦ ਕਰਨ ਦੇ ਲੋਕਾਂ ਦੀ, ਕਿਸਾਨਾਂ ਦੀ ਮਦਦ ਕਰਨ ਦੇ। NIA ਤੇ ਇਹਦੇ ਖਿਲਾਫ ਅਰਨਾਬ ਗੋਸਵਾਮੀ ਦੇ ਖਿਲਾਫ ਜਿਹੜੀ ਹੈ FIR ਰਜਿਸਟਰਡ ਕਰੇ, ਇਹਨੂੰ ਕਸਟਡੀ 'ਚ ਲਵੇ, ਇਹਨੂੰ ਪਤਾ ਕਰੇ ਵੀ ਕਿਹੜੇ ਅਫਸਰ ਇਹਨੂੰ ਲੀਕ ਕਰਦੇ ਰਹੀ, ਇਹਦੀ ਵਾਈਟਲ ਇਨਫੋਰਮੇਸ਼ਨ, ਇਹਦੀ ਸੀਕ੍ਰੇਟ ਇਨਫੋਰਮੇਸ਼ਨ ਜਿਹੜੀ ਆ ਇਹਦੇ ਕੋਲ ਕਿਵੇਂ ਆਉਂਦੀ ਰਹੀ ਹੈ। ਜੀ ਇਹੋ ਇਨਫੋਰਮੇਸ਼ਨ ਸਪੋਜ਼ ਕਰੋ ਆਪਾਂ ਇਹਨਾਂ ਨੂੰ ਅੱਤਵਾਦੀ ਕਹਿੰਦੇ, ਜੇ ਇਹੋ ਇਨਫੋਰਮੇਸ਼ਨ ਜਿਹੜੀ ਲੀਕ ਹੋ ਕੇ ਪਾਕਿਸਤਾਨ ਚੱਲ ਜੇ ਤੇ ਇਹਨਾਂ ਦੇ ਜਹਾਜ਼ ਉੱਥੇ ਜਾਣ ਤੇ ਉਹ ਸਾਰੇ ਸੁੱਟ ਲਏ, ਇਹਨਾਂ ਦੇ ਸਾਰੇ ਬੰਦੇ ਮਾਰ ਲਏ, ਤੇ ਫਿਰ ਕੌਣ ਰਿਸਪੌਂਸੀਬਲ ਹੈ? ਐਂਟੀ ਨੈਸ਼ਨਲ ਕੌਣ ਹੈ? ਗੋਸਵਾਮੀ ਐਂਟੀ ਨੈਸ਼ਨਲ ਹੈ ਕਿ ਆਹ ਜਿਹੜੇ ਲੰਗਰ ਲਾ ਕੇ ਬੈਠੇ ਆ? ਇਸ ਕਰਕੇ ਜਿਹੜੀਆਂ ਇਹਦੀਆਂ ਈਮੇਲ ਪੜ੍ਹ ਕੇ ਸਾਰਾ ਪਤਾ ਲੱਗਦਾ ਵੀ ਜਿਹੜੀ ਮੋਦੀ ਗੌਰਮੈਂਟ ਆ ਉਹਦਾ ਇੱਕੋ ਹੀ ਟਾਰਗੇਟ ਆ ਤੇ ਤੁਸੀਂ ਜਿਹੜਾ ਹਿੰਦੂ ਰਾਸ਼ਟਰ ਦੀ ਇਹ ਗੱਲ ਕਰਦੇ, ਬਾਕੀ ਸਾਰਿਆਂ ਨੂੰ ਦੁਸ਼ਮਣ ਗਿਣਦੇ ਆ ਇਸ ਵੇਲੇ। ਤੇ ਜਿਹੜਾ ਅੱਗੇ ਸੋਚਦੇ ਹਾਂ ਵੀ ਇਹ ਦੇਸ਼ ਨੂੰ ਸ਼ਾਇਦ 100 ਸਾਲ ਲੱਗਣਗੇ ਟੁੱਟਣ 'ਚ, ਤੇ ਜੇ ਜਿਸ ਤਰ੍ਹਾਂ ਦੇ ਇਹ ਕੰਮ ਕਰ ਰਹੇ ਆ, ਜਿਸ ਤਰ੍ਹਾਂ ਇਹਦੀ ਈਮੇਲ 'ਚ ਜਿਹੜੇ ਗੱਲਾਂ ਸਾਹਮਣੇ ਆਉਂਦੀਆਂ, ਤੇ ਇਹ ਸ਼ਾਇਦ ਮੈਨੂੰ ਲੱਗਦਾ ਵੀ 15-20 ਸਾਲਾਂ 'ਚ ਜਿਹੜਾ ਕੰਮ 100 ਸਾਲ 'ਚ ਹੋਣਾ ਸੀ, ਇਹਨਾਂ 20-25 ਸਾਲਾਂ 'ਚ ਦੇਸ਼ ਤੋੜ ਦੇਣਾ। ਅੱਛਾ ਵੇਰਕਾ ਸਾਹਿਬ, ਅਖੀਰ ਦੇ ਵਿੱਚ ਦਰਦ ਹੈ, ਬਹੁਤ ਖੁਲਾਸੇ ਕੀਤੇ, ਬਹੁਤ ਸਟਿੰਗ ਆਪਰੇਸ਼ਨ ਕੀਤੇ, ਟੀਮ ਇਹੋ ਜਿਹੀ ਆ ਜਸਟਿਸ ਬੈਂਸ ਦੀ ਤੇ ਉਹਨਾਂ ਦੇ ਪੁੱਤਰ ਤੇ ਨਾਲ ਤੁਸੀਂ ਕੰਮ ਕਰਦੇ ਹੋ ਤੇ ਐਨ ਪੂਰੀ ਚੜ੍ਹਦੀ ਕਲਾ 'ਚ ਬਿਨਾਂ ਕਿਸੇ ਡਰ ਤੋਂ ਗੱਲ ਕੀਤੀ। ਅੱਜ ਤੱਕ ਵੱਡੇ ਜਿਹੜੇ ਜ਼ਾਲਮ ਪੁਲਿਸ ਅਫਸਰ ਸੀ ਉਹਨਾਂ ਦੇ ਸਾਹਮਣੇ ਕੋਰਟਾਂ ਦੇ ਵਿੱਚ ਸ਼ਾਮਲ ਹੋਏ ਹੋ। 30 ਸਾਲ ਹੋ ਗਏ 35 ਜਸਟਿਸ ਬੈਂਸ ਨੂੰ, ਤੁਹਾਨੂੰ ਹੋ ਗਏ ਨਾਲ ਲੱਗਿਆਂ ਨੂੰ। ਹੁਣ ਇਸ ਸੰਘਰਸ਼ ਦੇ ਬਾਰੇ ਜਿਹੜੀ ਤੁਹਾਡਾ ਦਿਮਾਗ ਹੈ, ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ? ਅਖੀਰ ਦੇ ਵਿੱਚ ਬਾਹਰ ਵਸਦੇ ਜਿੰਨੇ ਵੀ ਅਸੀਂ ਪੰਜਾਬੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਕਿੱਥੇ ਗੱਲ ਖੜੀ ਹੈ, ਇਹਦੇ ਤੇ ਸਰਕਾਰ ਵੱਲੋਂ ਕੀ ਹੋ ਸਕਦਾ ਹੈ, ਅਸੀਂ ਕੀ ਕਰਨਾ? ਇਹ ਅਖੀਰ ਦੇ ਵਿੱਚ ਇਹ ਪਲੀਜ਼ ਇਸ ਦਾ ਨਿਚੋੜ ਕੱਢ ਕੇ ਜਾਇਓ ਜੀ। ਦੇਖੋ ਜੀ, ਮੈਂ ਬੈਂਸ ਸਾਹਿਬ ਦੇ ਨਾਲ ਵੀ ਦਿੱਲੀ ਜਾ ਕੇ ਆਇਆ ਵਾਂ, ਆਪਣੇ ਤੌਰ ਤੇ ਵੀ ਗਿਆ, ਤੇ ਕੋਈ ਸੀਨੀਅਰ ਅਫਸਰ ਜਿਹੜੇ ਐਕਸਾਈਜ਼ ਦੇ ਸਾਡੇ ਦੋਸਤ ਆ ਉਹ ਵੀ ਸਾਡੇ ਨਾਲ ਉੱਥੇ ਗਏ ਆ। ਅਸੀਂ ਜਾ ਕੇ ਕਈ ਚੱਕਰ ਲਾਏ ਆ ਤੇ ਹਰ ਇੱਕ ਬੰਦੇ ਦੇ, ਕੋਈ ਹਿੰਦੂ ਲਾ ਲਓ, ਕੋਈ ਸਿੱਖ ਲਾ ਲਓ, ਕੋਈ ਬਿਜ਼ਨਸਮੈਨ ਲਾ ਲਓ, ਕੋਈ ਸਰਵਿਸਮੈਨ ਲਾ ਲਓ, ਹਰ ਇੱਕ ਦਾ ਦਰਦ ਕਿਸਾਨਾਂ ਦੇ ਨਾਲ ਆ। ਇਹ ਗੱਲ ਬਿਲਕੁਲ ਸਮਝ ਲਓ, ਅਸੀਂ ਹਰ ਇੱਕ ਬੰਦੇ ਨਾਲ ਵਿਚ ਰਹੇ ਹਾਂ। ਉੱਥੇ ਜਾ ਕੇ ਅਸੀਂ ਪੈਦਲ ਜਿਹੜਾ ਟਿਕਰੀ ਬਾਰਡਰ, ਸਾਰਾ ਗਾਜ਼ੀਆਬਾਦ ਵਾਲਾ, ਸਿੰਘੂ ਬਾਰਡਰ, ਅਸੀਂ ਸਾਰਾ ਕੱਲਾ ਜਿਹੜੀ ਜਗ੍ਹਾ ਜਾ ਕੇ ਲੋਕਾਂ ਨੂੰ ਮਿਲ ਕੇ ਜਿਹੜੇ ਅੱਗੇ ਸੇਵਾ ਕਰਨ ਦੇ ਆ ਸਾਰਿਆਂ ਦੇ ਨਾਲ। ਇਹ ਹਰ ਇੱਕ ਬੰਦੇ ਦੀ ਇੱਕ ਜਿਹੜੀ ਆ, ਜਿਹੜੇ ਮਤਲਬ ਪੂਰੀ ਜਿਹੜੀ, ਆਪਾਂ ਇਕੱਲੇ ਸਿੱਖਾਂ ਦਾ ਸੰਘਰਸ਼ ਨਹੀਂ ਕਹਿ ਸਕਦੇ, ਇਕੱਲੇ ਹਿੰਦੂਆਂ ਦਾ ਨਹੀਂ ਕਹਿ ਸਕਦੇ, ਇੱਕ ਕਿਸਾਨਾਂ ਦਾ, ਪੂਰੇ ਜਿਹੜੇ ਇੰਡੀਆ ਦੇ ਕਿਸਾਨ ਆ ਉਹਨਾਂ ਦਾ ਇੱਕ ਸੰਘਰਸ਼ ਸੀ। ਔਰ ਦੂਸਰੀ ਗੱਲ ਇਹ ਹੈ ਵੀ ਇਹ ਪਹਿਲਾ ਵਰਲਡ ਦਾ ਪਹਿਲਾ ਇਸ ਤਰ੍ਹਾਂ ਦਾ ਸੰਘਰਸ਼ ਹੈ ਜਿੱਥੇ ਤੁਸੀਂ ਉੱਥੇ ਜਾ ਕੇ ਵੇਖੋ, ਪੂਰਾ ਇੱਕ ਮੇਲਾ ਲੱਗਾ ਵਾ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਉੱਥੇ। ਹਰ ਇੱਕ ਬੰਦਾ ਉੱਥੇ ਮਦਦ ਕਰਦਾ, ਜਿਹੜਾ ਕੋਈ ਗਰੀਬ ਬੰਦਾ ਵੀ ਜਾਂਦਾ ਉਹ ਵੀ ਉੱਥੇ ਮਦਦ ਕਰਕੇ ਆਉਂਦਾ ਉਹਨਾਂ ਦੀ। ਤੁਸੀਂ ਮੰਨੋਗੇ ਵੀ ਅਸੀਂ ਇੱਥੇ ਦਵਾਈਆਂ ਖਰੀਦੀਆਂ ਤੇ ਇੱਕ ਡਰਾਈਵਰ ਨੂੰ ਬੱਸ ਦਾ, ਜੇ ਵੋਲਵੋ ਬੱਸ 'ਚ ਦਵਾਈਆਂ ਰੱਖੀਆਂ, ਉਹ ਦਵਾਈਆਂ ਉਹਨੂੰ ਕਿਹਾ ਵੀ ਦਿੱਲੀ ਛੱਡਣੀਆਂ, ਤੇ ਉਹਨੂੰ ਕਿਰਾਇਆ ਪੁੱਛਿਆ ਵੀ ਕਿਰਾਇਆ ਕਿੰਨਾ, ਤੇ ਉਹ ਆਖੇ ਵੀ ਮੇਰਾ ਹਿੱਸਾ ਪਾ ਲਓ। ਇੱਕ ਡਰਾਈਵਰ ਜਿਹੜਾ ਨਾ ਬੱਸ ਦਾ ਡਰਾਈਵਰ, ਇੱਥੇ ਮੀਡੀਆ 'ਚ ਲਾਉਂਦੇ ਜੀ ਬੱਸ ਦਾ ਡਰਾਈਵਰ ਕੀ, ਉਹ ਆਖਿਆ ਵੀ ਮੇਰਾ ਹਿੱਸਾ ਇਹਦੇ 'ਚ ਪਾਓ, ਤੁਸੀਂ ਮੇਰਾ ਹਿੱਸਾ ਕੀ ਪਾਉਂਦੇ ਜੇ। ਇਸ ਕਰਕੇ ਇਹ ਜਿਹੜੀ ਇਹਨਾਂ ਦੀ ਲੜਾਈ ਇਹਨਾਂ ਨੇ ਲਗਭਗ ਜਿੱਤੀ ਹੈ ਸਰਕਾਰ, ਬਿਲਕੁਲ, ਕਿਉਂਕਿ ਮੋਦੀ ਦਾ ਜਿਹੜਾ ਇੱਕ ਡਿਕਟੇਟਰਸ਼ਿਪ ਜਿਹੜੀ ਆ, ਹਿਟਲਰ ਟਾਈਪ ਜਿਹੜਾ ਉਹਦੀ ਜਿਹੜੀ ਸੋਚ ਆ ਉਹ ਹੀ ਹੈ ਜੋ ਆਪਾਂ ਸਾਰਾ ਪਿਛਲੀ ਇਹਦੀ 6 ਸਾਲਾਂ ਤੋਂ ਜਿਹੜੀ ਵਰਕਿੰਗ ਵੇਖਣ ਦੇ ਆ। ਔਰ ਦੂਸਰੀ ਤੁਸੀਂ ਅਮਿਤ ਸ਼ਾਹ ਦਾ ਵੇਖੋ ਵੀ ਅਮਿਤ ਸ਼ਾਹ ਦਾ ਪਿਛਲਾ ਕਿਰਦਾਰ ਵੇਖੋ, ਕਿਵੇਂ ਫੇਕ ਐਨਕਾਊਂਟਰ, ਕਿਵੇਂ ਇਹਦੀ ਅਰੈਸਟ ਹੋਈ, ਕਿਵੇਂ ਇਹ ਬਚਿਆ, ਕਿਵੇਂ ਇੱਕ ਜੱਜ ਜਸਟਿਸ ਲੋਇਆ ਜਿਹੜਾ ਸੀ ਉਹਦੀ ਡੈਥ ਹੋਈ, ਕਿਵੇਂ ਉਹਦੀ ਇਨਵੈਸਟੀਗੇਸ਼ਨ ਸੁਪਰੀਮ ਕੋਰਟ ਨੇ ਵੀ ਨਹੀਂ ਹੋਣ ਦਿੱਤੀ। ਇਹ ਸਾਰਾ ਸਿਸਟਮ ਇਹਨਾਂ ਨੇ ਬੜਾ ਜਿਹੜਾ ਇਹ ਸਾਰਾ ਕੈਪਚਰ ਕੀਤਾ। ਤੇ ਇਹ ਅੰਦੋਲਨ ਆ ਜਿੰਨੇ ਇਹ ਅਗਲਾ ਤੈਅ ਕਰਨੀ ਹੈ ਇਹਨਾਂ ਦੀ ਜਿਹੜੀ ਅਗਲਾ ਹਿਸਟਰੀ ਜਿਹੜੀ ਹੈ ਇੰਡੀਆ ਦੀ, ਇਹ ਹਿਸਟਰੀ ਬਣੂਗੀ ਇਹ ਅੰਦੋਲਨ ਜਿਹੜਾ ਵਾ। ਪਰ ਸਾਨੂੰ ਸਾਰਿਆਂ ਨੂੰ ਇੱਕ ਗੱਲ ਧਿਆਨ ਰੱਖਣੀ ਚਾਹੀਦੀ ਹੈ ਵੀ ਜਿਹੜੀ ਗੌਰਮੈਂਟ ਚਾਹੁੰਦੀ ਹੈ ਉਹ ਕੰਮ ਅਸੀਂ ਨਾ ਹੋਣ ਦੇਈਏ, ਨਾ ਉੱਥੇ ਕਰੀਏ। ਜੇ ਅਸੀਂ ਅੱਜ 10 ਬੰਦੇ, 20 ਬੰਦੇ, 50 ਬੰਦੇ ਸਾਨੂੰ ਪਿੱਛੇ ਵੀ ਬੈਠਣਾ ਪੈਂਦਾ ਤਾਂ ਬਹਿਣਾ ਚਾਹੀਦਾ ਵਾ। ਸਾਨੂੰ ਇਹ ਜਿਹੜੇ ਕਿਸਾਨ ਦੇ ਲੀਡਰ, ਜਿਹੜੇ ਕਿਸਾਨਾਂ ਦੇ ਲੀਡਰ ਆ, ਅੰਦੋਲਨ ਜਿਹੜਾ ਕਰਨ ਰਹੇ ਆ, ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ। ਜਿੱਥੇ ਵੀ ਸਾਨੂੰ ਲੱਗਦਾ, ਆਪਾਂ ਜਿਹੜਾ ਖਾਲਸੇ ਝੰਡੇ ਦੀ ਗੱਲ ਕਰਦੇ, ਖਾਲਸਾ ਝੰਡਾ ਤਾਂ ਦਿੱਲੀ 'ਚ ਕਈ ਜਗ੍ਹਾ ਆਪਾਂ ਜਿੰਨੇ ਗੁਰਦੁਆਰਾ ਸਾਹਿਬ ਹੈ ਉੱਥੇ ਉਹ ਖਾਲਸਾ ਝੰਡਾ ਹੈਗਾ। ਜੇ ਤੁਸੀਂ ਕੱਲ ਨੂੰ ਚਾਹੋਗੇ ਉਹ ਲਾਲ ਕਿਲ੍ਹੇ ਤੇ ਵੀ ਜਿਹੜਾ ਝੰਡਾ ਜਿਹੜਾ ਖਾਲਸਾ ਦਾ ਜਿਹੜਾ ਪਹਿਲਾਂ ਵੀ ਝੁਲਿਆ ਵਾ ਤੇ ਗਾਂ ਵੀ ਝੁਲ ਸਕਦਾ ਵਾ। ਪਰ ਇਹ ਅੰਦੋਲਨ 'ਚ ਜਿਹੜਾ ਨਾ ਆਪਾਂ ਉਹਨਾਂ ਦਾ ਕਿਸਾਨਾਂ ਦੇ ਲਈ ਗੱਲ ਕਰਦੇ ਹਾਂ ਤੇ ਕਿਸਾਨਾਂ ਦੀ ਸਲਾਹ ਨਾਲ, ਜੇ ਉਹ ਚਾਹੁੰਦੇ ਆ ਵੀ ਆਪਾਂ ਇਸ ਤਰ੍ਹਾਂ ਕਰੀਏ, ਉੱਥੇ ਝੰਡੇ ਲਾਈਏ ਖਾਲਸਾ ਦੇ ਜਾਂ ਖਾਲਿਸਤਾਨ ਦੀ ਗੱਲ ਕਰੀਏ, ਫਿਰ ਕਰਨੀ ਚਾਹੀਦੀ। ਜੇ ਉਹ ਕਹਿੰਦੇ ਨਹੀਂ ਤੇ ਨਹੀਂ ਕਰਨੀ ਚਾਹੀਦੀ। ਆਪਾਂ ਨੂੰ ਇਹ ਇਸ਼ੂ ਨਹੀਂ ਬਣਾਉਣੇ ਚਾਹੀਦੇ। ਜੇ ਆਪਾਂ ਇਹੋ ਚੀਜ਼ਾਂ, ਤੁਸੀਂ ਇਹ ਵੇਖੋ ਵੀ ਇਹੋ ਲੋਕ ਆ ਜਿਨ੍ਹਾਂ ਨੇ ਉਸ ਟਾਈਮ ਤੇ ਪੁਰਾਣਾ ਜਿਹੜਾ ਵਾ ਡਿਸਕ੍ਰੈਡਿਟ ਕੀਤੀਆਂ ਸਾਰੀਆਂ ਮੂਵਮੈਂਟ, ਅੱਜ ਫਿਰ ਇਹ ਜਿਹੜੀ ਚੀਜ਼ ਹੈ ਗੌਰਮੈਂਟ ਆਪਣੇ ਬੰਦੇ ਜਿਹੜੇ ਆਪਾਂ ਨੂੰ ਪਤਾ ਵਾ ਵੀ ਪਹਿਲਾਂ
ਇਹਨਾਂ ਨੇ ਖਾਲਿਸਤਾਨ ਮੂਵਮੈਂਟ 'ਚ ਵੀ ਜਿਹੜੀ ਆ ਆਪਣੇ ਬੰਦੇ ਵਰਤ ਕੇ ਤੁਸੀਂ ਕਿਤਾਬਾਂ MK ਘਰ ਦੀਆਂ ਕਿਤਾਬਾਂ ਪੜ੍ਹ ਲਓ ਜਾਂ ਜਿਹੜੇ ਆਰਮੀ ਦੇ ਚੀਫ ਜਿਹੜੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜਾਊ ਅੱਜ ਉਹੀ ਬੰਦੇ ਜਿਹੜੇ ਆ ਉਹ ਫਿਰ ਉੱਥੇ ਜਿਹੜੇ ਆ ਉਹ ਜਾ ਕੇ ਇਹੋ ਚੀਜ਼ਾਂ ਇਹੋ ਜਿਹਾ ਮਾਹੌਲ ਜਿਹੜਾ ਉਹ ਕ੍ਰੀਏਟ ਕਰਨਗੇ ਤੇ ਗੌਰਮੈਂਟ ਇਹਦਾ ਬਹਾਨਾ ਬਣਾ ਕੇ ਤੇ ਕਿਸਾਨਾਂ ਦੇ ਕੋਈ ਪਾਵਰ ਯੂਜ਼ ਕਰਕੇ ਉਹਨਾਂ ਨੂੰ ਕਰੂਗੀ। ਤੇ ਇਹ ਵੀ ਤੁਹਾਨੂੰ ਦੱਸਦਾ ਵੀ ਜਿੰਨੀ ਦੁਨੀਆ ਉੱਥੇ ਦਿੱਲੀ ਬਾਰਡਰ ਤੇ ਬੈਠੀ ਹੈ ਬੜਾ ਵੱਡਾ ਨੁਕਸਾਨ ਹੋਊਗਾ ਜੇ ਕੋਈ ਟਕਰਾਅ ਹੁੰਦਾ ਵਾ ਤੇ ਉਹਦੇ 'ਚ ਬਹੁਤ ਵੱਡਾ ਜਾਨੀ ਜਿਹੜਾ ਨੁਕਸਾਨ ਹੋ ਸਕਦਾ, ਕਿਉਂਕਿ ਸਾਰੇ ਲੋਕ ਉੱਥੇ ਕਮਿਟਡ ਬੰਦੇ ਜਿਹੜੇ ਉਹ ਬੈਠੇ ਹਰਿਆਣੇ ਵਾਲੇ ਵੀ ਪੰਜਾਬ ਵਾਲੇ ਵੀ ਤੇ ਉਹ ਪਿੱਛੇ ਨਹੀਂ ਹਟਣਗੇ। ਤੇ ਗੌਰਮੈਂਟ ਨੂੰ ਬਹਾਨਾ ਇਹ ਖਾਲਿਸਤਾਨ ਦਾ ਸੁਪਰੀਮ ਕੋਰਟ ਦਾ ਕੋਈ ਆਰਡਰ ਲੈ ਕੇ ਤੇ ਇਹੋ ਜਿਹੀ ਕਾਰਵਾਈ ਕਰਨ ਦਾ ਜਿਹੜਾ ਉਹ ਮਨ ਬਣਾਉਣਗੇ। ਤੁਸੀਂ ਇੰਡੀਆ 'ਚ ਜੁਡੀਸ਼ਰੀ ਦਾ ਹਾਲ ਜਿਹੜਾ ਵਾ ਇੰਨਾ ਮੰਦਾ ਹੋ ਗਿਆ, ਤੁਸੀਂ ਅਰਨਾਬ ਗੋਸਵਾਮੀ ਦੀਆਂ ਮੇਲ ਪੜ੍ਹ ਲਓ, ਉਹਦੇ ਵਿੱਚ ਇੱਕ ਸੁਪਰੀਮ ਕੋਰਟ ਦੇ ਜੱਜ ਨੂੰ ਖਰੀਦਣ ਦੀ ਗੱਲ ਕਹਿੰਦੇ। ਤੁਸੀਂ ਸਮੀਰ ਸੈਣੀ ਵਾਲਾ ਕੇਸ ਲੈ ਲਓ, ਗੁਰਮੀਤ ਪਿੰਕੀ ਦੀ ਇੰਟਰਵਿਊ ਸੁਣ ਲਓ, ਜਿਹੜਾ ਸੁਪਰੀਮ ਕੋਰਟ ਦੇ ਜੱਜ ਦੀ ਉਹ ਗੱਲ ਕਰਦਾ ਅੱਜ ਵੀ ਉੱਥੇ ਸੁਪਰੀਮ ਕੋਰਟ 'ਚ ਹੈਗੇ ਆ। ਇਸ ਕਰਕੇ ਜਿਹੜਾ ਇਹ ਸਾਰੀਆਂ ਗੱਲਾਂ ਤੁਸੀਂ ਜਿਹੜੀਆਂ ਪਹਿਲਾਂ ਰਾਜਗੀਆ ਟੇਪਸ ਹੈਗੇ ਸੀ, ਕਿਵੇਂ ਤੁਸੀਂ ਲੌਬਿੰਗ ਕਰਨੀ ਹੈ, ਕਿਵੇਂ ਤੁਸੀਂ ਮਿਨਿਸਟਰ ਬਣਾਉਣੇ ਆ, ਕਿਵੇਂ ਤੁਸੀਂ ਜੱਜ ਖਰੀਦਣੇ ਆ, ਇੰਡੀਆ ਦਾ ਹਾਲ ਕੋਈ ਬਹੁਤਾ ਵਧੀਆ ਨਹੀਂ, ਡੇ ਬਾਈ ਡੇ ਡਾਊਨ ਜਾਣ ਡਿਆ ਵਾ। ਜੁਡੀਸ਼ਰੀ ਜਿਹੜੀ ਆਪਾਂ ਪਿਲਰ ਆਫ ਡੈਮੋਕ੍ਰੇਸੀ ਜਿਹੜੀ ਕਹਿੰਦੇ ਹਾਂ ਵੀ ਜਿੱਥੇ ਬੜੀ ਆਸ ਹੁੰਦੀ ਸੀ, ਅਸੀਂ ਤੇ ਜਿਹੜਾ ਮਿਲੀਟੈਂਸੀ ਦਾ ਪੀਰੀਅਡ 92 93 ਤੱਕ ਰਿਹਾ ਵਾ, ਅਸੀਂ ਉਦੋਂ ਜੱਜਾਂ ਦਾ ਹਾਲ ਵੇਖਿਆ ਤੇ ਜੱਜ ਫਿਰ ਵੀ ਉਹਨਾਂ ਦੇ ਟਾਈਮ ਤੇ ਕੋਈ ਕੇਸ ਸੀਗੇ, ਇਨਵੈਸਟੀਗੇਸ਼ਨਾਂ ਹੋਈਆਂ, ਜਸਟਿਸ ਮਿਲੇ। ਅੱਜ ਤੁਸੀਂ ਜਿਹੜਾ ਵਾ ਉਹ ਵੀ ਆਸ ਨਹੀਂ ਜਿਹੜਾ ਸਕਦੇ ਵੀ ਹਾਈ ਕੋਰਟ ਦੇ ਜੱਜ ਜਾਂ ਸੁਪਰੀਮ ਕੋਰਟ ਦੇ ਜੱਜ ਸਰਕਾਰ ਦੇ ਉਲਟ ਕੋਈ ਫੈਸਲੇ ਕਰ ਸਕਦੇ ਆ। ਤੁਸੀਂ ਇਹ ਲੇਟੈਸਟ ਜਿਹੜੀ ਹੈ ਫਾਰਮੂਲਾ ਅੱਜ ਤੇ ਵੇਖਿਆ ਹੋਊ, ਸੁਪਰੀਮ ਕੋਰਟ ਜਿਹੜੀ ਹੈ ਉਹਨਾਂ ਨੇ ਕਿਵੇਂ 4 ਮੈਂਬਰੀ ਕਮੇਟੀ ਬਣਾਈ, ਉਹ ਚਾਰੇ ਮੈਂਬਰ ਉਹ ਆ ਜਿਹੜੇ ਕਿ ਪ੍ਰੋ ਲਾਜ ਜਿਹੜੇ ਆ ਗੌਰਮੈਂਟ ਦੀ ਸਪੋਰਟ ਕਰਦੇ ਰਹੇ, ਉਹਨਾਂ ਦੀ ਕਮੇਟੀ ਬਣਾਤੀ ਵੀ ਇਹਨੂੰ ਹੌਲੀ ਹੌਲੀ ਜਿਹੜਾ ਡਿਲੂਟ ਕਰ ਦਿਓ, ਇਹ ਸਾਰਾ ਕੁਝ ਖਤਮ ਕਰ ਦਿਓ। ਇਹ ਕਰਕੇ ਆਪਾਂ ਨੂੰ ਜਿਹੜਾ ਉਹਨਾਂ ਦੇ ਜਿਹੜੇ ਉੱਥੇ ਬੈਠੇ ਆ ਜਿਨ੍ਹਾਂ ਨੇ ਅੰਦੋਲਨ ਸ਼ੁਰੂ ਕੀਤਾ, ਜਿਨ੍ਹਾਂ ਦੇ ਪਿੱਛੇ ਸਾਰੇ ਕਿਸਾਨ ਉਹਨਾਂ ਨੂੰ ਸਪੋਰਟ ਕਰਦੇ, ਉਹਨਾਂ ਦੇ ਅੱਲੇ ਵੇਖਣਾ ਚਾਹੀਦਾ ਤੇ ਆਪਣੀ ਈਗੋ ਛੱਡ ਕੇ ਅਸੀਂ ਇਹ ਨਹੀਂ ਕਿ ਵੀ ਅੱਜ ਅਸੀਂ ਇੱਥੇ ਬੈਠੇ ਹਾਂ ਤੇ ਅਸੀਂ ਪਿੱਛੇ ਨਹੀਂ, ਜੇ ਸਾਨੂੰ ਲੱਗਦਾ ਵੀ ਗੌਰਮੈਂਟ ਸਾਨੂੰ ਬਹਾਨਾ ਬਣਾਊਗਾ ਤਾਂ ਸਾਨੂੰ ਆਪਣੇ ਆਪ ਪਿੱਛੇ ਆ ਜਾਣਾ ਚਾਹੀਦਾ। ਇਹ ਉਹ ਜਿੱਤੀ ਆ, ਇਹਨਾਂ ਨੇ ਕਿਸਾਨਾਂ ਨੇ ਲਗਭਗ ਇਹ ਮੋਰਚਾ ਜਿੱਤ ਲਿਆ ਵਾ, ਸਿਰਫ ਇਹਦੀ ਅਨਾਊਂਸਮੈਂਟ ਹੋਣੀ ਆ। ਸਰਕਾਰ ਇੱਕ ਈਗੋ ਕਰਕੇ ਜਿਹੜੀ ਆ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਅੱਜ 3 ਕਾਨੂੰਨ ਜਿਹੜੇ ਆ ਇਹ ਵਾਪਸ ਲਏ, ਕੱਲ ਨੂੰ ਧਾਰਾ 370 ਵਾਲਾ ਜਿਹੜਾ ਵਾ ਮੁਸਲਮਾਨ ਨਾ ਆ ਜਾਣ, ਫਿਰ ਹੋਰ ਨਾ ਜਿਹੜੀਆਂ ਇਹਨਾਂ ਨੇ ਜਿਹੜੀ GST ਦਾ ਤੁਹਾਨੂੰ ਹੋਊਗਾ, ਜਿਹੜੀ ਨੋਟਬੰਦੀ ਦੇ ਇਹਨਾਂ ਦਾ ਸਕੈਂਡਲ ਬਾਹਰ ਹਾਲੇ ਤੱਕ ਨਿਕਲੇ ਨਹੀਂ, ਉਹ ਸਾਰੇ ਨਿਕਲਣੇ ਸ਼ੁਰੂ ਹੋ ਜਾਣਗੇ। ਫਿਰ ਇਹ ਵੀ ਚੀਜ਼ ਤੁਹਾਨੂੰ ਜਿਹੜੀ ਇਹ ਚੈਨਲ ਤੇ ਦੱਸਦਾ ਵੀ ਇੱਥੇ ਇੰਡੀਆ ਦੇ ਵਿੱਚ ਤੁਸੀਂ ਇਹ ਜਿਹੜੇ ਦਿੱਲੀ ਬੈਠੇ ਆ ਟੌਪ ਦੇ ਪ੍ਰੈਸ ਰਿਪੋਰਟਰ ਜਦ ਰਾਜਨਾਥ ਸਿੰਘ ਜਾਂ ਗਡਕਰੀ ਜਿਹੜੇ ਸੀਨੀਅਰ ਲੀਡਰ ਆ BJP ਦੇ, ਉਹ ਵੀ ਇਸ ਗੱਲ ਨੂੰ ਸਪੋਰਟ ਕਰਦੇ ਆ ਵੀ ਇਸ ਕੇਸ ਦੇ ਵਿੱਚ ਮੋਦੀ ਜਿਹੜਾ ਸਨੱਬ ਹੋਣਾ ਚਾਹੀਦਾ, ਅਮਿਤ ਸ਼ਾਹ ਸਨੱਬ ਹੋਣਾ ਚਾਹੀਦਾ ਵਾ। ਤੇ ਇਹਨਾਂ ਦੇ ਇੰਟਰਨਲ ਵੀ BJP ਦੇ ਜਿਹੜੇ ਆ ਲੋਕ ਆ ਉਹ ਵੀ ਚਾਹੁੰਦੇ ਵੀ ਕਿਸਾਨਾਂ ਵਾਲੇ ਜਿਹੜੇ 3 ਕਾਨੂੰਨ ਆ ਇਹ ਵਾਪਸ ਹੋਣੇ ਚਾਹੀਦੇ। ਧੰਨਵਾਦ ਵੇਰਕਰ ਸਾਹਿਬ, ਤੇ ਪਲੀਜ਼ ਨਿਗਾਹ ਰੱਖੋ ਉੱਥੇ, ਅਸੀਂ ਵੀ ਇੱਥੋਂ ਵੱਧ ਤੋਂ ਵੱਧ ਸੁਨੇਹਾ ਦੇਵਾਂਗੇ ਵੀ ਸਿਰਫ ਜਿਹੜੇ ਕਿਸਾਨਾਂ ਦੀ ਗੱਲ ਹੋ ਰਹੀ ਆ ਉਹੀ ਹੋਵੇ। ਇੱਥੋਂ ਜਿਹੜੇ ਬਾਹਰ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹਨਾਂ ਤੇ ਤਰਸ ਕਰੋ, ਜੇ ਸ਼ੌਕ ਹੈ ਜਾਓ ਚਲਾ ਦਿਓ ਜਿਹੜੇ ਝੰਡੇ ਚਲਾਉਣੇ ਨੇ, ਪਰ ਹੁਣ ਜਿਹੜੀ ਮੂਵਮੈਂਟ ਆਪਾਂ ਇਹਦੇ ਲਈ ਵੱਖਰੀ ਮੂਵਮੈਂਟ ਜੇ ਆਪਾਂ ਨੂੰ ਲੱਗਦਾ ਵਾ ਵੀ ਆਪਾਂ ਇਹ ਕਰ ਸਕਦੇ, ਸਾਨੂੰ ਇਹ ਵੱਖਰੀ ਇਹਨਾਂ ਕਿਸਾਨਾਂ ਦੇ 3 ਕਾਨੂੰਨ ਵਾਪਸ ਹੋ ਲੈਣ ਦਿਓ, ਫਿਰ ਪ੍ਰੋਗਰਾਮ ਤੋੜ ਲਓ, ਫਿਰ ਇਕੱਲੇ ਖਾਲਿਸਤਾਨ ਦਾ ਪ੍ਰੋਗਰਾਮ ਦਿਓ, ਉੱਥੇ ਦਿਓ, ਤੁਸੀਂ ਉਤਰਾ ਹੀ ਧਰਨੇ ਲਾ ਦਿਓ, ਕੋਈ ਗੱਲ ਨਹੀਂ। ਵੇਖੋ ਲੋਕੀ ਉੱਥੇ ਇਹਨਾਂ ਪਿੱਛੇ ਕਿੰਨੇ ਗਏ ਤੇ ਆਪਣੇ ਪਿੱਛੇ ਕਿੰਨੇ ਜਾਂਦੇ। ਬਿਲਕੁਲ ਠੀਕ, ਆਪਾਂ ਇਹ ਸਾਰੀਆਂ ਚੀਜ਼ਾਂ ਕਰਨੀਆਂ ਜਿਹਨੇ ਉਹ ਵੱਖਰੀ ਚੀਜ਼ ਹੈ। ਬਾਕੀ ਬਾਹਰ ਬੈਠੇ ਤੁਸੀਂ ਅਰਦਾਸ ਕਰ ਸਕਦੇ ਜੀ ਪ੍ਰਮਾਤਮਾ ਅੱਗੇ ਵੀ ਕਿਸਾਨ ਜਿਹੜੇ ਕਾਮਯਾਬ ਹੋਣ, ਕਾਨੂੰਨ ਵਾਪਸ ਹੋਣ ਤੇ ਨੁਕਸਾਨ ਘੱਟ ਤੋਂ ਘੱਟ ਹੋਵੇ। 75-80 ਬੰਦੇ ਜਿਹੜੇ ਆ ਇਹ ਠੰਡ ਨਾਲ, ਐਕਸੀਡੈਂਟ ਦੇ ਨਾਲ ਜਾਂ ਹੋਰ ਕਾਰਨਾਂ ਕਰਕੇ, ਹਾਰਟ ਅਟੈਕ ਕਰਕੇ ਡੈਥ ਹੋਈਆਂ ਵਾ, ਜੇ ਤੁਸੀਂ ਮਦਦ ਕਰ ਸਕਦੇ ਜੇ ਉਹਨਾਂ ਦੇ ਪਰਿਵਾਰਾਂ ਦੀ ਡਾਇਰੈਕਟਲੀ ਮਦਦ। ਵੇਰਕਾ ਸਾਹਿਬ, ਇੱਕ ਦਿਨ ਆਪਾਂ 24 ਦਸੰਬਰ ਨੂੰ ਇੱਕ ਦਿਨ ਦੇ ਵਿੱਚ ਜਿਹੜੇ ਪਰਿਵਾਰ ਇਹਦੇ ਵਿੱਚ ਜਿਹੜੇ ਜਿਹੜਿਆਂ ਦੀਆਂ ਜਾਨਾਂ ਚਲੀਆਂ ਸੰਘਰਸ਼ ਦੇ ਵਿੱਚ, ਉਸ ਦਿਨ 40 ਸੀ। ਅਸੀਂ 5-5 ਲੱਖ ਦੇ ਹਿਸਾਬ ਨਾਲ ਸੰਗਤਾਂ ਨੂੰ, ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਬੇਨਤੀ ਕੀਤੀ ਵੀ 2 ਕਰੋੜ ਇੱਕ ਦਿਨ 'ਚ ਇਕੱਠਾ ਕਰਨਾ। ਆਥਣ ਤੱਕ ਅਸੀਂ $4 ਲੱਖ ਇਕੱਠਾ ਕੀਤਾ ਜੀ, ਉਹ ਪਰਿਵਾਰਾਂ ਲਈ ਜਿਨ੍ਹਾਂ ਦੇ ਜੀ ਮਰ ਗਏ ਉੱਥੇ। ਹੁਣ ਉਹ 130 ਗਿਣਤੀ ਹੋ ਗਈ ਉੱਥੇ, ਉਹ ਪੈਸੇ ਇਕੱਠੇ ਕਰ ਰਹੇ ਆ, ਤੁਹਾਨੂੰ ਨਾਲ ਇਨਵੋਲਵ ਕਰਾਂਗੇ। ਜਿਹੜੇ ਉਹ ਪੀੜਤ ਪਰਿਵਾਰ ਨੇ, 130 ਪਰਿਵਾਰ ਨੇ, ਚਾਹੇ ਉਹ UP ਦੇ ਵਿੱਚ ਨੇ, ਚਾਹੇ ਉਹ ਹਰਿਆਣੇ 'ਚ ਨੇ, ਚਾਹੇ ਪੰਜਾਬ 'ਚ ਨੇ, ਜਿੰਨੀ ਰਾਸ਼ੀ ਉਹਨਾਂ ਦੇ ਬਰਾਬਰ ਹੋਏਗੀ ਉਹਨਾਂ ਨੂੰ ਪਹੁੰਚਦੀ ਕਰਾਂਗੇ ਜੀ। ਆਲਰੇਡੀ ਆਪਾਂ ਇਸ ਤੇ ਕੰਮ ਕਰ ਲਿਆ, ਇੱਥੇ ਬਹੁਤ ਵੱਡਾ ਹੰਗਾਰਾ ਮਿਲਿਆ 24 ਦਸੰਬਰ। ਬਾਹਰ ਵਾਲੇ ਤੇ ਬਹੁਤ ਜਿਹੜੀ ਆ ਸਾਰਾ ਜਿੰਨੀ ਸੇਵਾ ਹੋਣ ਡਈ ਹੈ, ਜ਼ਿਆਦਾਤਰ ਬਾਹਰ ਵਾਲਿਆਂ ਦਾ ਇੰਨਾ ਕੁ ਜ਼ਿਆਦਾ ਇੰਟਰਸਟ ਹੈ, ਜਿੰਨਾ ਪਾਣੀ ਦੀ ਸੇਵਾ, ਲੰਗਰ ਦੀ ਸੇਵਾ। ਹਰ ਇੱਕ ਪਿੰਡ 'ਚ ਜਿਹੜੇ ਲੋਕ ਜਾ ਰਹੇ ਉਹ ਦੱਸਦੇ ਵੀ ਉਹਨਾਂ ਦੇ ਜਿਹੜੇ ਬਾਹਰ ਰਿਸ਼ਤੇਦਾਰ, ਸੱਜਣ ਮਿੱਤਰ
ਪਿੰਡ ਵਾਲੇ ਉਹਨਾਂ ਦੇ ਜਿਹੜੇ ਬਾਹਰ ਬੈਠੇ ਉਹ ਉਹਨਾਂ ਨੇ ਪੈਸੇ ਭੇਜੇ ਵੀ ਉੱਥੇ ਜਾ ਕੇ ਤੁਸੀਂ ਕਰਕੇ ਆਓ। ਇਹ ਕਰਕੇ ਬੜੀ ਵੱਡੀ ਮਦਦ ਹੈ ਤੁਹਾਡੇ ਲਈ। ਔਰ ਦੂਸਰੀ ਇੱਕੋ ਗੱਲ ਬੇਨਤੀ ਹੈ ਵੀ ਸਿਰਫ ਜਿਹੜੇ ਆਪਾਂ ਜਿਹੜੀ ਗੱਲ ਨੂੰ ਗੌਰਮੈਂਟ ਚਾਹੁੰਦੀ ਆਪਾਂ ਉਹ ਮੌਕਾ ਕਰੀਏ। ਹਾਂ ਬਿਲਕੁਲ ਠੀਕ ਹੈ। ਧੰਨਵਾਦ ਬਹੁਤ ਬਹੁਤ ਭਾਈ ਸਾਹਿਬ, ਤੇ ਫਿਰ ਕਿਸੇ ਦਿਨ ਵੈਲਕਮ ਜੀ। ਧੰਨਵਾਦ, ਥੈਂਕ ਯੂ। ਸਰਦਾਰ ਸਰਬਜੀਤ ਸਿੰਘ ਵੇਰਕਾ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸਰਦਾਰ ਸਰਬਜੀਤ ਸਿੰਘ ਵੇਰਕਾ ਉੱਘੇ ਵਕੀਲ ਨੇ, ਤੇ ਉਹ ਅਕਸਰ ਜਦ ਗੱਲ ਕਰਦੇ ਆਪਣੇ ਪ੍ਰੋਗਰਾਮ ਦੇ ਵਿੱਚ ਤਾਂ ਉਹ ਉਸੇ ਸਮੇਂ ਕਹਿੰਦੇ ਆ ਵੀ ਕਿਸੇ ਨੂੰ ਭੈਣ ਭਾਈ ਨੂੰ ਪੰਜਾਬ ਦੇ ਵਿੱਚ ਲੋੜ ਹੈ, ਮੇਰਾ ਫੋਨ ਦੇ ਦਿਆ ਕਰੋ, ਕਿਸੇ ਨਾਲ ਕੋਈ ਧੱਕਾ ਹੋਇਆ ਜਿੰਨਾ ਉਹ ਕਰ ਸਕਦੇ ਆ ਕਹਿੰਦੇ ਅਸੀਂ ਕਰਾਂਗੇ। ਉਹਨਾਂ ਦਾ ਨੰਬਰ 98 159 63 563 ਹੈ, 98 159 63 563। ਸਾਡੇ ਸਤਿਕਾਰਯੋਗ ਸਰਦਾਰ ਕੁਲਵਿੰਦਰ ਸਿੰਘ ਮੱਲੀ, ਜਸਵਿੰਦਰ ਸਿੰਘ ਵਿਦੇਸ਼ਾ, ਉਹਨਾਂ ਦੇ ਇਹ ਮਿੱਤਰ ਸਨ, ਅਤੇ ਪਿਛਲੇ 2-3 ਸਾਲਾਂ ਤੋਂ ਮੇਰੇ ਨਾਲ ਵੀ ਕੰਟੈਕਟਸ ਨੇ। ਜਦ ਵੀ ਆਵਾਜ਼ ਮਾਰੀਏ ਸਰਦਾਰ ਵੇਰਕਾ ਸ਼ਾਮਲ ਹੁੰਦੇ ਨੇ। ਇਹ ਆ ਅਸਲ ਪੰਜਾਬ ਦਾ ਪਿਆਰ। ਇਹ ਨੇ ਉਹ ਵਕੀਲ ਜਿਹੜੇ ਪਿਛਲੇ 28 ਵਰਿਆਂ ਤੋਂ ਉਹ ਉੱਜੜੇ ਹੋਏ ਟੱਬਰਾਂ ਦੀ ਜੋਤ ਬਣ ਕੇ ਅੱਖਾਂ ਦੀ, ਉਹ ਝੁਰੜੀਆਂ ਦੇ ਜਵਾਨੀ ਬਣ ਕੇ ਇਹ ਉੱਥੇ CBI ਤੇ NIA ਦੀਆਂ ਕੋਰਟਾਂ 'ਚ ਤੁਰੇ ਫਿਰਦੇ ਆ ਬਿਨਾਂ ਫੀਸਾਂ ਤੋਂ, ਪਰ ਉੱਥੇ ਹੱਥ ਨਹੀਂ ਫੜਾ ਰਿਹਾ ਕੋਈ। ਹੁਣ 25-30 ਜਿਹੜੇ ਨੌਜਵਾਨ ਮੁੰਡੇ ਪਿਛਲੇ ਦਿਨੀ ਫੜੇ ਨੇ, ਕੋਈ ਜ਼ਮਾਨਤਾਂ ਨਹੀਂ, ਕੋਈ ਕੁਛ ਨਹੀਂ। ਜਿਹੜੇ ਸਾਲ ਹੋਇਆ ਜਿਨ੍ਹਾਂ ਕੋਲ ਸਮੱਗਰੀ ਸੀ, ਉਹਨਾਂ ਕੋਲ ਜੀ ਇਹ ਲੈਟਰ ਪੈਡ ਸੀ ਜੀ, ਉਹਨਾਂ ਕੋਲ ਅਖਬਾਰ ਸੀ, ਉਹ ਜਿਹੜੇ ਫੜੇ ਹੋਏ ਨੇ। ਸੋ ਅਸੀਂ ਅਸਲ ਜੇ ਪੰਜਾਬ ਦਾ ਭਲਾ ਲੋਚਦੇ ਹਾਂ, ਉਸ ਗੁਰਾਂ ਦੀ ਧਰਤੀ ਨੂੰ ਅਸੀਂ ਵਸਦਾ ਰਹਿਣਾ ਚਾਹੁੰਦੇ ਹਾਂ, ਰੱਖਣਾ ਚਾਹੁੰਦੇ ਹਾਂ, ਤਾਂ ਅਸੀਂ ਇਹੋ ਜਿਹਾ ਕੋਈ ਸੁਨੇਹਾ ਨਾ ਦਈਏ ਜਿਹੜਾ ਉੱਥੇ ਭੜਕਾਹਟ ਫੈਲਾਏ ਤੇ ਸਾਨੂੰ ਸਰਕਾਰ ਨੂੰ ਮੌਕਾ ਮਿਲ ਜਾਵੇ ਵੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ, ਅਸੀਂ ਤਾਂ ਇਹਨਾਂ ਤੇ ਜ਼ੋਰ ਕੀਤਾ। ਸੋ ਮੈਂ ਹੁਣ ਨਵਕਿਰਨ ਸਿੰਘ ਪੱਤੀ ਉਹਨਾਂ ਨੂੰ ਲੈਣਾ ਜੀ ਰਾਜਸਥਾਨੀ ਸਾਹਿਬ, ਬਾਅਦ ਵਿੱਚ ਆਪਾਂ ਗੱਲਬਾਤ ਕਰਦੇ ਹਾਂ। ਉਹਨਾਂ ਤੋਂ ਪਹਿਲਾਂ ਮੈਂ ਨਵਕਿਰਨ ਸਿੰਘ ਪੱਤੀ ਉਹਨਾਂ ਨੂੰ ਲੈਣਾ ਚਾਹੁੰਦਾ। ਰਾਜਸਥਾਨੀ ਸਾਹਿਬ, ਮੈਂ ਗੱਲਾਂ ਬਾਤਾਂ ਕਰ ਲਵਾਂ ਨਵਕਿਰਨ ਪੱਤੀ ਨਾਲ, ਫਿਰ ਤੁਸੀਂ ਆ ਜਿਓ ਜੀ, ਤੁਹਾਨੂੰ ਸਮਾਂ ਚਾਹੀਦਾ 3-4 ਮਿੰਟ, ਫਿਰ ਬਾਅਦ 'ਚ ਆਇਓ, ਪਲੀਜ਼ ਹੋਲਡ ਨਾ ਕਰੋ। ਨਵਕਿਰਨ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਸਭ ਤੋਂ ਪਹਿਲਾਂ ਹੁਣ ਤੁਸੀਂ ਪਿੰਡ ਪਹੁੰਚੇ ਹੋ, ਖਬਰਾਂ ਕੀ ਨੇ ਜੀ ਜਿਹੜੀਆਂ ਆਪਣੇ ਬਾਰਡਰ ਤੋਂ ਲੇਟੈਸਟ ਕੀ ਆ, ਤੇ ਪੰਜਾਬ ਦਾ ਜਿਹੜਾ ਅਸਲ ਆਪਣੀ ਤਿਆਰੀ ਆ ਟਰੈਕਟਰਾਂ ਦੀ, ਉਹਨਾਂ ਦੇ ਬਾਰੇ ਕੀ, ਪੰਜਾਬ ਦਾ ਬਰਨਾਲੇ ਦੇ ਆਲੇ ਦੁਆਲੇ ਪਿੰਡਾਂ ਦਾ ਕੀ ਮਾਹੌਲ ਆ ਜੀ? ਜੀ ਗਿੱਲ ਸਾਹਿਬ, ਦੇਖੋ ਬਾਰਡਰਾਂ ਦੇ ਉੱਤੇ ਚਾਹੇ ਸਿੰਘੂ ਬਾਰਡਰ ਹੋਵੇ, ਚਾਹੇ ਟਿਕਰੀ ਹੋਵੇ, ਗਾਜੀਪੁਰ ਵਾਲਾ ਬਾਰਡਰ ਹੋਵੇ, ਉੱਥੇ ਪੂਰੀ ਦੀ ਪੂਰੀ ਜਿਹੜਾ ਮਾਹੌਲ ਹੈ ਇਸ ਵਕਤ ਉਹ 26 ਜਨਵਰੀ ਦਾ ਭਖਿਆ ਹੋਇਆ। ਜੇ ਚਾਰੇ ਪਾਸੇ ਗੱਲ ਚੱਲਦੀ ਹੈ ਤਾਂ ਇੱਕੋ ਹੀ ਗੱਲ ਚੱਲਦੀ ਹੈ ਕਿ 26 ਜਨਵਰੀ ਨੂੰ ਕਿਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਉਹ ਰਹੂਗਾ, ਕਿਉਂਕਿ ਬਹੁਤ ਸਾਰੇ ਅੰਦੇਸ਼ੇ ਪ੍ਰਗਟ ਕੀਤੇ ਜਾ ਰਹੇ ਨੇ ਕਿ 26 ਜਨਵਰੀ ਨੂੰ ਪਰੇਡ ਆ ਜਿਹੜੀ ਉਹ ਨਹੀਂ ਹੋਣ ਦਿੱਤੀ ਜਾਊਗੀ। ਬਹੁਤ ਸਾਰੇ ਇਹ ਨੇ ਕਿ ਬੈਰੀਗੇਡ ਤੋੜ ਕੇ ਅੱਗੇ ਵਧਣਾ, ਜਿਵੇਂ ਹੁਣ ਤੱਕ ਇੱਥੋਂ ਆਏ ਨੇ। ਬਹੁਤ ਸਾਰੀਆਂ ਚਰਚਾਵਾਂ ਇਹ ਵੀ ਚੱਲਦੀਆਂ ਗਿੱਲ ਸਾਹਿਬ ਕਿ ਉਸ ਦਿਨ ਬਾਲ ਸ਼ਾਲ ਦਾ ਉਪਯੋਗ ਆ ਜਿਹੜਾ ਉਹ ਗੌਰਮੈਂਟ ਆ ਕਰੂਗੀ। ਬਹੁਤ ਸਾਰੀਆਂ ਚਰਚਾਵਾਂ 26 ਜਨਵਰੀ ਨੂੰ ਲੈ ਕੇ ਹੀ ਉੱਥੇ ਮੁੱਖ ਰੂਪ ਦੇ ਵਿੱਚ ਜਿਹੜੀਆਂ ਉਹ ਚੱਲ ਰਹੀਆਂ ਨੇ। ਅਗਲੀ ਗੱਲ ਇਹ ਕਿ ਬਹੁਤ ਸਾਰੇ ਲੋਕਾਂ ਦੀ ਨਜ਼ਰ ਆ ਜਿਹੜੀ ਉਹ ਸੁਪਰੀਮ ਕੋਰਟ ਦੇ ਉੱਤੇ ਹੀ ਲੱਗੀ ਹੋਈ ਸੀ। ਸੁਪਰੀਮ ਕੋਰਟ ਨੇ 26 ਜਨਵਰੀ ਨੂੰ ਲੈ ਕੇ ਜਿਹੜੀਆਂ ਪਟੀਸ਼ਨਾਂ ਪਾਈਆਂ ਹੋਈਆਂ ਸੀ ਉਸ ਤੇ ਫੈਸਲਾ ਦੇਣਾ ਸੀ, ਲੇਕਿਨ ਉਸ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਨੇ ਕੱਲ ਹੀ ਕਹਿਤਾ ਸੀ ਵੀ 26 ਜਨਵਰੀ ਦੀ ਪਰੇਡ ਹਰ ਹਾਲਤ ਦੇ ਵਿੱਚ ਹੋਊ, ਸੁਪਰੀਮ ਕੋਰਟ ਦਾ ਫੈਸਲਾ ਜੋ ਮਰਜ਼ੀ ਆਵੇ। ਸੋ ਚੰਗੀ ਗੱਲ ਆ, ਉਹਨਾਂ ਨੇ ਪਹਿਲਾਂ ਹੀ ਕਹਿਤਾ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਫਿਰ ਗਿੱਲ ਸਾਹਿਬ ਉਸ ਰੂਪ ਦੇ ਫੈਸਲੇ ਨਹੀਂ ਕੀਤੇ ਜਿਹਦੇ ਨਾਲ ਲੋਕ ਸੁਪਰੀਮ ਕੋਰਟ ਦੀ ਵੀ ਨਾ ਮੰਨਣ, ਤਾਂ ਸੁਪਰੀਮ ਕੋਰਟ ਨੇ ਹੁਣ ਸਾਰਾ ਮਸਲਾ ਗਾ ਜਿਹੜਾ ਉਹ ਦਿੱਲੀ ਪੁਲਿਸ ਦੇ ਉੱਤੇ ਸਿੱਟ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਗਾ ਕਿ ਦਿੱਲੀ ਪੁਲਿਸ ਨੇ ਦੇਖਣਾ ਹੈ ਕਿ ਪਰੇਡ ਨਾਲ ਕਿਵੇਂ ਨਜਿੱਠਣਾ ਹੈ, ਪਰੇਡ ਕੱਢਣ ਦੇਣੀ ਹੈ ਜਾਂ ਨਹੀਂ ਕੱਢਣ ਦੇਣੀ, ਇਹ ਸਾਡਾ ਕੰਮ ਨਹੀਂ, ਦਿੱਲੀ ਪੁਲਿਸ ਦਾ ਕੰਮ ਹੈ। ਤਾਂ ਉਹਨਾਂ ਨੇ ਸਾਰਾ ਮਸਲਾ ਦਿੱਲੀ ਪੁਲਿਸ ਦੇ ਉੱਤੇ ਜਿਹੜਾ ਉਹ ਸਿੱਟ ਦਿੱਤਾ ਗਾ। ਸੋ ਉੱਥੇ ਚਰਚਾਵਾਂ ਗਿੱਲ ਸਾਹਿਬ ਇਹੀ ਚੱਲ ਰਹੀਆਂ। ਬਾਕੀ ਅੱਜ ਪੂਰਾ ਦਿਨ ਇਸ ਮਸਲੇ ਦੀ ਚਰਚਾ ਚੱਲਦੀ ਰਹੀ ਕਿ ਗੁਰਨਾਮ ਸਿੰਘ ਚਡੂਨੀ ਹੋਰਾਂ ਦਾ ਮਾਮਲਾ ਗਾ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਰਿਹਾ, ਕਿਉਂਕਿ ਗਿੱਲ ਸਾਹਿਬ ਗੁਰਨਾਮ ਸਿੰਘ ਚਡੂਨੀ ਹੋਰਾਂ ਬਾਰੇ ਚਰਚਾ ਇਹ ਚੱਲਦੀ ਰਹੀ ਕਿ ਉਹਨਾਂ ਨੂੰ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਚੋਂ ਸਸਪੈਂਡ ਕਰ ਦਿੱਤਾ ਗਿਆ ਗਾ। ਦਰਅਸਲ ਮਸਲਾ ਇਹ ਹੋਇਆ ਸੀ ਕਿ ਕੱਲ ਇੱਕ ਮੀਟਿੰਗ ਹੋਈ ਸੀਗੀ ਦਿੱਲੀ ਦੇ ਵਿੱਚ। ਉਸ ਮੀਟਿੰਗ ਦੇ ਵਿੱਚ ਕਾਂਗਰਸ ਪਾਰਟੀ ਦੇ ਆਗੂ ਵੀ ਸੀ, ਉਸ ਮੀਟਿੰਗ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਸੀ, ਉਸ ਮੀਟਿੰਗ ਦੇ ਵਿੱਚ ਅਕਾਲੀ ਦਲ ਦੇ ਵੀ ਸੀ, ਆਮ ਆਦਮੀ ਪਾਰਟੀ ਦੇ ਵੀ ਸੀ। ਸਾਰੀਆਂ ਰਾਜਨੀਤਿਕ ਪਾਰਟੀਆਂ ਬਗੈਰ ਭਾਜਪਾ ਦੇ ਜਿਹੜੀਆਂ ਵਿਰੋਧੀ ਨੇ ਮੁੱਖ ਰੂਪ ਦੇ ਵਿੱਚ, ਉਹਨਾਂ ਦੇ ਲਗਭਗ ਸਾਰੀਆਂ ਦੇ ਨੁਮਾਇੰਦੇ ਹਾਜ਼ਰ ਸੀ। ਉਹ 'ਚ ਗੁਰਨਾਮ ਸਿੰਘ ਚਡੂਨੀ ਵੀ ਸੀ।
ਔਰ ਉਹਦੇ 'ਚ ਕੁਝ ਸਮਾਜ ਸੇਵੀ ਵੀ ਸੀਗੇ ਜਿਹੜੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਨਹੀਂ ਹੈਗੇ ਔਰ ਉਹ ਸਮਾਜ ਸੇਵਾ ਦੇ ਤੌਰ ਦੇ ਉੱਤੇ ਹਾਜ਼ਰ ਨੇ। ਉੱਥੇ ਚਰਚਾ ਗਿੱਲ ਸਾਹਿਬ ਇਹ ਚੱਲ ਪਈ ਕਿ ਕਿਸਾਨਾਂ ਦਾ ਐਜੀਟੇਸ਼ਨ ਚੱਲ ਰਿਹਾ ਔਰ ਦੂਜੇ ਬੰਨੇ ਆਪਾਂ ਕੀ ਕਰ ਸਕਦੇ ਹਾਂ। ਤਾਂ ਇਸ ਮਸਲੇ ਦੇ ਵਿੱਚ ਗੁਰਨਾਮ ਸਿੰਘ ਚੜੂੰਨੀ ਦੀ ਸ਼ਮੂਲੀਅਤ ਨੂੰ ਲੈ ਕੇ ਦੂਜੇ ਬੰਨੇ ਕਿਸਾਨ ਜਥੇਬੰਦੀਆਂ ਨੇ ਗਿਲਾ ਪ੍ਰਗਟ ਕੀਤਾ, ਇਤਰਾਜ਼ ਪ੍ਰਗਟ ਕੀਤਾ, ਜਿਸ ਕਰਕੇ ਇੱਕ ਇਨਕੁਆਇਰੀ ਕਮੇਟੀ ਬਿਠਾਈ ਗਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਗੁਰਨਾਮ ਸਿੰਘ ਚੜੂੰਨੀ ਦੇ ਮਾਮਲੇ 'ਚ। ਔਰ ਉਸ ਤੋਂ ਬਾਅਦ ਖਬਰਾਂ ਨਾਲ ਦੀ ਨਾਲ ਨਸ਼ਰ ਹੋਣੀਆਂ ਸ਼ੁਰੂ ਹੋ ਗਈਆਂ ਕਿ ਉਹਨਾਂ ਨੂੰ ਸਸਪੈਂਡ ਕਰਤਾ। ਗਿੱਲ ਸਾਹਿਬ ਖਬਰਾਂ ਇੱਥੇ ਹੀ ਨਹੀਂ ਰੁਕੀਆਂ, ਬਹੁਤ ਸਾਰੇ ਜਿਹੜੇ ਮੀਡੀਆ ਚੈਨਲ ਕਹਾਉਂਦੇ ਨੇ ਵੀ ਅਸੀਂ ਪੰਜਾਬ ਪੱਖੀ ਆ, ਉਹ ਇੱਥੋਂ ਤੱਕ ਚਲੇ ਗਏ ਵੀ ਇਹ ਤਾਂ ਜੀ ਫੁੱਟ ਪਏਗੀ, ਇਹ ਤਾਂ ਜੀ ਲਓ ਜੀ, ਇਹ ਤਾਂ ਖੱਖੜੀਆਂ ਕਰੇਲੇ ਹੋਣ ਚੱਲਿਆ ਮੋਰਚਾ। ਤਾਂ ਇਦਾਂ ਦੇ ਅੱਜ ਮਾਹੌਲ ਅੱਜ ਪੂਰਾ ਦਿਨ ਸਵੇਰ ਤੋਂ ਸ਼ਾਮ ਤੱਕ ਜਿਹੜਾ ਉਹ ਬਣਿਆ ਰਿਹਾ। ਲੇਕਿਨ ਸ਼ਾਮ ਨੂੰ ਗੁਰਨਾਮ ਸਿੰਘ ਚੜੂੰਨੀ ਨੇ ਕਿਹਾ ਕਿ ਅਸੀਂ ਟੁੱਟਣ ਨਹੀਂ ਦਿੰਦੇ ਮੋਰਚਾ, ਜੋ ਮਰਜ਼ੀ ਕੁਰਬਾਨੀ ਕਰਨੀ ਪੈ ਜੇ। ਗੁਰਨਾਮ ਸਿੰਘ ਚੜੂੰਨੀ ਉਹ ਕਿਸਾਨ ਆਗੂਆਂ ਨੂੰ ਮਿਲੇ, ਡਾਕਟਰ ਦਰਸ਼ਨਪਾਲ, ਡੱਲੇਵਾਲ, ਰਾਜੇਵਾਲ, ਇਹਨਾਂ ਨਾਲ ਮੀਟਿੰਗ ਕੀਤੀ। ਮੀਟਿੰਗ ਕਰਨ ਤੋਂ ਬਾਅਦ ਉਹਨੇ ਗੁਰਨਾਮ ਸਿੰਘ ਚੜੂੰਨੀ ਨੇ ਕਹਿਤਾ ਵੀ ਮੈਂ ਚਲੋ ਜੀ ਅੱਗੇ ਤੋਂ ਅਜਿਹੀ ਕਿਸੇ ਮੀਟਿੰਗ 'ਚ ਨਹੀਂ ਜਾਊਂਗਾ ਜਿਹੜੀ ਰਾਜਨੀਤਿਕ ਪਾਰਟੀਆਂ ਹੋਣਗੀਆਂ। ਪਰ ਉਹ ਕਹਿੰਦਾ ਮੇਰਾ ਮਕਸਦ ਇਹ ਨਹੀਂ ਸੀਗਾ। ਔਰ ਨਾਲ ਦੀ ਨਾਲ ਗੁਰਨਾਮ ਸਿੰਘ ਚੜੂੰਨੀ ਨੇ ਇਹ ਵੀ ਕਹਿਤਾ ਗਿੱਲ ਸਾਹਿਬ ਵੀ ਇਹਨੂੰ ਸਾਰੇ ਕਿਸੇ ਦੇ ਪਿੱਛੇ ਕੌਣ ਸੀ। ਇੱਕ ਆਗੂ ਆ ਕਿਸਾਨਾਂ ਦਾ ਕੱਕਾ ਔਰ ਜੋਗਿੰਦਰ ਯਾਦਵ ਦੇ ਨਾਲ ਹੁੰਦਾ, ਉਹ ਕਹਿੰਦਾ ਵੀ ਉਹ ਹੈ ਇਹ ਸਾਰੀ ਐਜੀਟੇਸ਼ਨ ਦੇ ਪਿੱਛੇ ਜਿਹੜਾ ਇਹ ਗੱਲ ਕਹਿ ਰਿਹਾ ਹੈਗਾ। ਦਰਅਸਲ ਉਹ ਕਹਿੰਦਾ ਮੱਧ ਪ੍ਰਦੇਸ਼ ਦਾ ਕਿਸਾਨ ਆਗੂ ਆ ਔਰ RSS ਦੇ ਨਾਲ ਜੁੜਿਆ ਹੋਇਆ। ਪਤਾ ਨਹੀਂ ਇਹ ਗੱਲ ਕਿੰਨੀ ਕੁ ਸਹੀ ਆ, ਲੇਕਿਨ ਗੱਲ ਇਹ ਆ ਗਿੱਲ ਸਾਹਿਬ ਕਿ ਕਿਸਾਨ ਮੋਰਚਾ ਇਕਜੁੱਟ ਹੈ। ਕਿਸਾਨ ਮੋਰਚਾ ਅੱਜ ਪੂਰੀ ਤਰੀਕੇ ਦੇ ਨਾਲ ਇਕੱਠਾ ਹੈਗਾ। ਕੱਲ ਨੂੰ ਜਿਹੜੀ ਸਰਕਾਰ ਨਾਲ ਮੀਟਿੰਗ ਹੋਣੀ ਆ ਉਹਦੇ 'ਚ ਗੁਰਨਾਮ ਸਿੰਘ ਚੜੂੰਨੀ ਜਾਊਗਾ। ਬਾਕੀ ਆਪਣੇ ਪੰਜਾਬ 'ਚ ਬਹੁਤ ਸੋਹਣਾ ਮਾਹੌਲ ਜਿਹੜਾ ਬਣਿਆ ਹੋਇਆ, ਵਿਆਹ ਜਿੰਨਾ ਚਾਅ ਨੌਜਵਾਨਾਂ ਨੂੰ 26 ਜਨਵਰੀ ਦਾ ਚੜਿਆ ਹੋਇਆ ਔਰ 26 ਜਨਵਰੀ ਨੂੰ ਇਸ ਰੂਪ ਦੇ ਵਿੱਚ ਨੌਜਵਾਨ ਜਾਣਗੇ ਕਿ ਪੂਰੀਆਂ ਤਿਆਰੀਆਂ ਦੇ ਵਿੱਚ ਨੇ। ਜੀ ਇੱਕੋ ਹੀ ਸੁਨੇਹਾ ਦੇਣ ਦੀ ਲੋੜ ਹੈ ਜਿੰਨੇ ਵੀ ਕੰਟੈਕਟ ਨੇ ਵੀ ਜਾਓ, ਸੜਕਾਂ ਨੇ ਤੁਸੀਂ ਸੜਕਾਂ ਬਣਵਾਈਆਂ ਨੇ, ਪੈਸੇ ਦਿੱਤੇ ਨੇ, ਸਰਕਾਰਾਂ ਨੇ ਬਣਾਈਆਂ ਨੇ, ਪਰ ਕਿਤੇ ਵੀ ਹੁੱਲੜਬਾਜ਼ੀ ਨਾ ਹੋਵੇ, ਕਿਤੇ ਵੀ ਕੋਈ ਨੁਕਸਾਨ ਨਾ ਹੋਵੇ। ਤੇ ਨਾਲ ਹੀ ਝੰਡਾ ਦੱਸੋ। ਜਿਹੜਾ ਮੋਗੇ ਦੇ ਇੱਕ ਆਰਟਿਸਟ ਨੇ ਉਹਦੇ ਤੇ ਬਹੁਤ ਵਧੀਆ ਝੰਡੇ ਤੇ ਆਪਣੀ ਜਿਹੜੀ ਉਹਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ, ਕਾਰੀਗਰੀ ਕੀਤੀ ਆ, ਉਹ ਝੰਡੇ ਦੀ ਵੀ ਗੱਲ ਕਰੋ। ਤੇ ਝੰਡੇ ਹੋਰ ਜਿਹੜੇ ਲਾਲ ਕਿਲੇ ਤੇ ਚੜਾਉਣ ਦੇ ਇੱਥੋਂ ਬਾਹਰੋਂ ਸੁਨੇਹੇ ਜਾ ਰਹੇ ਨੇ, ਉਹਦੇ ਬਾਰੇ ਲੋਕ ਕੀ ਸੋਚਦੇ ਆ? ਜੀ ਗਿੱਲ ਸਾਹਿਬ ਦੇਖੋ, ਗੱਲ ਇਹ ਹੈਗੀ ਕਿ ਇੱਕ ਤਾਂ ਜਿਹੜਾ ਮੋਗਾ ਦੇ ਨੌਜਵਾਨ ਮੁੰਡਾ ਗਾ ਉਹਨੇ ਜਿਹੜਾ ਝੰਡਾ ਤਿਆਰ ਕੀਤਾ ਗਾ, ਕਿਸਾਨੀ ਦਾ ਝੰਡਾ ਹੈ, ਉਹਦੇ ਉੱਤੇ ਬਹੁਤ ਵੱਡਾ ਝੰਡਾ ਹੈ, 27.5 ਮੀਟਰ ਲੰਬਾ, 4.5 ਫੁੱਟ ਦੇ ਲਗਭਗ ਚੌੜਾ ਝੰਡਾ ਹੈ। ਗਿੱਲ ਸਾਹਿਬ 5.25 ਕਿਲੋ ਝੰਡੇ ਦਾ ਵਜਨ ਹੋਊਗਾ ਔਰ ਉਹਦੇ ਝੰਡੇ ਦੇ ਵਿਚਕਾਰ ਲੋਗੋ ਜਿਹੜਾ ਬਣਾਇਆ ਗਿਆ ਕਿਸਾਨ ਹਲ ਬਾਹ ਰਿਹਾ ਹੈਗਾ, ਇਹ ਲੋਗੋ ਲੱਗਿਆ ਹੋਇਆ। ਔਰ ਉਸ ਝੰਡੇ ਦੇ ਉੱਤੇ ਕਿਸਾਨ ਲਹਿਰ ਦੇ ਹੁਣ ਤੱਕ ਦੇ ਜਿਹੜੇ ਸ਼ਹੀਦ ਨੇ 116 ਸ਼ਹੀਦ ਉਦੋਂ ਤੱਕ ਹੋ ਚੁੱਕੇ ਸੀ, ਹੁਣ ਉਸ ਤੋਂ ਗਿਣਤੀ 130 ਦੇ ਲਗਭਗ ਚਲੀ ਗਈ। ਉਹਨਾਂ ਸਾਰਿਆਂ ਦੇ ਨਾਂ ਨੇ ਜਿਹੜੇ ਉਹ ਉਸ ਝੰਡੇ ਦੇ ਵਿੱਚ ਹੋਣਗੇ। ਇਸ ਤੋਂ ਇਲਾਵਾ ਇੱਕ ਸਪੇਸ ਛੱਡੀ ਗਈ ਹੈ ਝੰਡੇ ਦੇ ਵਿੱਚ, ਉੱਥੇ ਸਿਗਨੇਚਰ ਹੋਣਗੇ। ਦੁਨੀਆ ਦਾ ਸਭ ਤੋਂ ਵੱਡਾ ਝੰਡਾ ਹੁਣ ਤੱਕ ਦਾ, ਦੁਨੀਆ ਦਾ ਸਭ ਤੋਂ ਵੱਡਾ ਝੰਡਾ ਇਹ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਉਹ ਲਹਿਰਾਇਆ ਜਾਊਗਾ। ਦੂਸਰੀ ਗੱਲ ਇਹ ਕਿ ਬਹੁਤ ਸਾਰੇ ਕਿਸਾਨ ਪਰੇਡ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਰਹੀਆਂ। ਆਪਾਂ ਆਪਣੇ ਸ਼ੇਰੇ ਪੰਜਾਬ ਰੇਡੀਓ ਦੇ ਉੱਤੇ ਪਹਿਲਾਂ ਵੀ ਸਪਸ਼ਟ ਕਰਦੇ ਆ ਰਹੇ ਹਾਂ ਕਿ ਕੋਈ ਏਦਾਂ ਦੀ ਗੱਲ ਨਹੀਂ, ਕਿਸਾਨ ਜਥੇਬੰਦੀਆਂ ਦਾ ਕੋਈ ਸੰਕਲਪ ਨਹੀਂ ਹੈ ਕਿ ਜਿਹੜਾ ਲਾਲ ਕਿਲੇ ਦੀ ਫਸੀਲ ਤੋਂ ਨਰਿੰਦਰ ਮੋਦੀ ਨੇ ਭਾਸ਼ਣ ਦੇਣਾ ਉਹਦੇ 'ਚ ਕੋਈ ਖਲਲ ਪਾਉਣਾ, ਏਦਾਂ ਦੀ ਕੋਈ ਗੱਲ ਨਹੀਂ ਕਿਸਾਨ ਜਥੇਬੰਦੀਆਂ ਦੀ। ਉਹਨਾਂ ਨੇ ਬਕਾਇਦਾ ਸਾਫ਼ ਵੀ ਕਰਤਾ। ਦੂਸਰਾ ਇਹ ਕਿ ਉਹਨਾਂ ਦਾ ਕੋਈ ਮਕਸਦ ਨਹੀਂ ਹੈ ਕਿ ਅਸੀਂ ਲਾਲ ਕਿਲੇ ਵੱਲ ਜਾਣਾ ਹੈ ਜਾਂ ਅਸੀਂ ਪਾਰਲੀਮੈਂਟ ਤੇ ਕਬਜ਼ਾ ਕਰਨਾ ਹੈ। ਦਰਅਸਲ ਹੋਣਾ ਇਹ ਹੈ 26 ਜਨਵਰੀ ਨੂੰ ਜੋ ਕਿਸਾਨ ਜਥੇਬੰਦੀਆਂ ਨੇ ਤੈਅ ਕੀਤਾ ਕਿ ਦਿੱਲੀ ਦੇ ਬਾਹਰ ਇੱਕ ਰਿੰਗ ਰੋਡ ਆ ਗਿੱਲ ਸਾਹਿਬ, 50 ਕਿਲੋਮੀਟਰ ਦਾ ਲਗਭਗ ਉਹ ਬਣਦਾ ਗਾ ਔਰ ਉਸ ਰਿੰਗ ਰੋਡ ਦੇ ਉੱਤੇ ਕਿਸਾਨਾਂ ਨੇ ਟਰੈਕਟਰ ਮਾਰਚ ਕਰਨਾ, ਟਰੈਕਟਰ ਲੈ ਕੇ ਉੱਥੋਂ ਦੀ ਲੰਘਣਾ ਗਾ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ। ਔਰ ਜਿਹੜੀ ਰਿੰਗ ਰੋਡ ਹੈ, ਜਿਹੜਾ ਸਿੰਘੂ ਬਾਰਡਰ ਆ, ਉੱਥੋਂ 15 ਕਿਲੋਮੀਟਰ ਅੱਗੇ ਨੂੰ ਜਾ ਕੇ ਰਿੰਗ ਰੋਡ ਆ ਜਿਹੜੀ ਚੜ੍ਹਦੀ ਹੈ। ਦਿੱਲੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਵਿੱਚ ਵੜਦੀ ਹੈ ਰੋਡ, ਕਈ ਥਾਵਾਂ ਦੇ ਉੱਤੇ ਦਿੱਲੀ ਦੇ ਬਾਹਰ ਦੀ ਲੰਘਦੀ ਹੈ। ਤਾਂ ਨਵੀਂ ਦਿੱਲੀ ਦੇ ਬਾਹਰ ਦੀ ਲੰਘਦੀ ਆ, ਪੁਰਾਣੀ ਦਿੱਲੀ ਦੇ ਬਹੁਤ ਸਾਰੀਆਂ ਥਾਵਾਂ ਤੇ ਵਿੱਚ ਵੜਦੀ ਹੈ। ਸੋ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਐਜੀਟੇਸ਼ਨ ਹੋਊ ਔਰ ਇਹਦੇ ਵਿੱਚ ਤਿਰੰਗਾ ਲਾ ਵੀ ਸਕਦੇ ਹੋ ਤੁਸੀਂ, ਨਹੀਂ ਜ਼ਰੂਰੀ ਵੀ ਨਹੀਂ। ਕਿਸਾਨ ਯੂਨੀਅਨ ਦਾ ਝੰਡਾ ਗਾ ਜਿਹੜਾ ਉਹ ਜ਼ਰੂਰੀ ਹੈ ਔਰ ਕਿਸਾਨ ਯੂਨੀਅਨ ਦਾ ਝੰਡਾ ਗਾ ਜਿਹੜਾ ਟਰੈਕਟਰ ਦੇ ਉੱਤੇ ਲੱਗਿਆ ਹੋਵੇ, ਤਿਰੰਗਾ ਲਾ ਵੀ ਸਕਦੇ ਹੋ। ਇਹ ਤੁਹਾਡੀ ਮਰਜ਼ੀ ਦੇ ਉੱਤੇ ਨਿਰਭਰ ਕਰਦਾ, ਲੇਕਿਨ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਝੰਡਾ ਟਰੈਕਟਰ ਦੇ ਉੱਤੇ ਨਹੀਂ ਹੋਊਗਾ। ਇਹ ਕਿਸਾਨ ਜਥੇਬੰਦੀਆਂ ਨੇ ਬਕਾਇਦਾ ਤੌਰ ਦੇ ਉੱਤੇ ਤੈਅ ਕੀਤਾ ਹੈ। ਜੀ ਆਪਾਂ ਖਬਰਾਂ ਹੁਣ ਮੈਂ ਚਲਾਉਣੀਆਂ ਚਾਹੁੰਦਾ, ਮੈਂ ਚਾਹੁੰਦਾ ਵਿੱਚ ਬਹੁਤ ਲੇਟ ਹੋ ਜਾਣਾ। ਆਖਰੀ ਖਬਰ ਇੱਕ ਤੁਸੀਂ ਦੇ ਜਿਓ,
ਉਹ ਇਹ ਹੈ ਕਿ ਸੁਰਜੀਤ ਗਰੇਵਾਲ ਤੇ ਜਿਆਣੀ ਦਾ ਘਰ ਘੇਰਿਆ ਜੀ। ਬਿਲਕੁਲ ਗਿੱਲ ਸਾਹਿਬ, ਅੱਜ ਸਰਜੀਤ ਕੁਮਾਰ ਜਿਆਣੀ ਦਾ ਫਾਜ਼ਿਲਕਾ ਨੇੜਲੇ ਪਿੰਡ ਪੈਂਦਾ ਕਟਹਿਰਾ, ਤੇ ਇਧਰੋਂ ਹਰਜੀਤ ਗਰੇਵਾਲ ਦਾ ਪਿੰਡ ਹੈ ਬਰਨਾਲੇ ਜ਼ਿਲ੍ਹੇ ਦੇ ਵਿੱਚ ਹੀ ਧਨੌਲਾ। ਦੋਨਾਂ ਪਿੰਡਾਂ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਔਰਤਾਂ ਦੇ ਹੋਇਆ। ਅੱਜ ਔਰਤ ਕਿਸਾਨ ਦਿਵਸ ਆ ਜਿਹੜਾ ਮਨਾਇਆ ਗਿਆ, ਔਰ ਗਿੱਲ ਸਾਹਿਬ ਵੱਡੀ ਤਾਦਾਦ ਦੇ ਵਿੱਚ ਔਰਤਾਂ ਨੇ ਜਿਹੜੀਆਂ ਉਹ ਇਕੱਠੀਆਂ ਹੋਈਆਂ, ਜਿਆਣੀ ਦਾ ਪਿੰਡ ਘੇਰਿਆ, ਜਿਆਣੀ ਦਾ ਘਰ ਘੇਰਿਆ। ਇਧਰੋਂ ਹਰਜੀਤ ਗਿੱਲ ਦਾ ਇੱਥੇ ਜੱਦੀ ਪਿੰਡ ਆ ਉਹਦਾ ਧਨੌਲਾ, ਔਰ ਹੁਣ ਤਾਂ ਉਹ ਰਹਿੰਦਾ ਕਈ ਥਾਂ ਤੇ ਉੱਤੇ ਰਹਿੰਦਾ, ਮੋਹਾਲੀ ਵੀ ਰਹਿੰਦਾ, ਦਿੱਲੀ ਵੀ ਰਹਿੰਦਾ। ਅੱਜ ਕੱਲ ਤਾਂ ਉਹ ਪੰਜਾਬ 'ਚ ਘੱਟ ਹੀ ਵੜਦਾ ਵੈਸੇ, ਤਾਂ ਲੋਕਾਂ ਨੇ ਵੜਨੋਂ ਹਟਾਤਾ ਗਿੱਲ ਸਾਹਿਬ। ਔਰ ਉਹਦੇ ਧਨੌਲੇ ਦੇ ਵਿੱਚ ਬਹੁਤ ਵੱਡਾ ਇਕੱਠ ਆ ਜਿਹੜਾ ਔਰਤਾਂ ਦਾ ਹੋਇਆ। ਕੱਲੀਆਂ ਬੀਬੀਆਂ ਸੀ, ਬੀਬੀਆਂ ਨੇ ਉੱਥੇ ਖੜ ਕੇ ਲਾਹਨਤਾਂ ਨੇ ਜਿਹੜੀਆਂ ਦੋਨੇ ਰਾਜਨੀਤਿਕ ਆਗੂਆਂ ਨੂੰ ਪਾਈਆਂ। ਜਿਆਣੀ ਕਹਿੰਦਾ ਮੈਂ ਕਿਸਾਨ ਆ, ਮੁੰਡਾ ਮੇਰਾ ਖੇਤੀ ਕਰਦਾ, 300 ਕਿੱਲਾ ਜ਼ਮੀਨ ਦਾ ਘਰ ਦਾ, ਪਰ ਉਸ ਜਿਆਣੀ ਨੂੰ ਉਸ ਪਿੰਡ ਦੇ ਵਿੱਚ ਖੜ ਕੇ ਕਟਹਿਰੇ, ਜਿੱਥੇ ਉਹਦਾ ਫਾਰਮ ਹਾਊਸ ਵੀ ਆ, ਖੇਤੀ ਵੀ ਕਰਦਾ ਮੁੰਡਾ, ਘਰ ਵੀ ਆ, ਉੱਥੇ ਖੜ ਕੇ ਔਰਤਾਂ ਨੇ ਜਿਹੜਾ ਉਹ ਲਲਕਾਰਿਆ, ਵੰਗਾਰਿਆ ਕਿ ਤੁਹਾਡੀ ਅਣਖ, ਤੁਹਾਡੀ ਗੈਰਤ ਕਿੱਥੇ ਚਲੀ ਗਈ? ਜਦੋਂ ਦੇਸ਼ ਦਾ ਕਿਸਾਨ ਜਾੜਿਆ ਜਾ ਰਿਹਾ ਤਾਂ ਤੁਸੀਂ ਹਕੂਮਤ ਦੇ ਪੱਖ 'ਚ ਖੜੇ ਹੋ। ਤਾਂ ਇਹ ਔਰਤਾਂ ਨੇ ਜਿਹੜਾ ਮਤਲਬ ਉਹਨਾਂ ਨੂੰ ਲਲਕਾਰਿਆ, ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਪੂਰੀ ਦੁਨੀਆ 'ਚ ਇਸ ਗੱਲ ਦੀ ਚਰਚਾ ਹੋ ਰਹੀ ਹੈ। ਜੀ ਗਿੱਲ ਸਾਹਿਬ, ਧੰਨਵਾਦ। ਤੇ ਅੱਜ ਲਈ ਇੰਨਾ ਹੀ ਖਬਰਾਂ ਦਾ ਸਮਾਂ, ਤੇ ਕੱਲ ਨੂੰ ਫੇਰ ਆਪਾਂ 9:15 ਵਜੇ ਗੱਲਬਾਤ ਕਰਾਂਗੇ। ਧੰਨਵਾਦ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਰੋਤਿਆਂ ਦਾ ਧੰਨਵਾਦ ਜੀ। ਨਵਕਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਸੀ। ਹੁਣ ਖਬਰਾਂ ਤੋਂ ਬਾਅਦ ਫੇਰ ਤੁਹਾਡੇ ਕੁਛ ਸਮਾਂ ਵਿਚਾਰ ਮੈਂ ਇਸ ਤੇ ਲਵਾਂਗਾ। ਤੁਹਾਡੀਆਂ ਕਾਲਸ ਲੈਣਾ ਜੀ। ਮੈਂ ਹੁਣ ਜਿਹੜੀ ਵੇਰਕਾ ਸਾਹਿਬ ਤੇ ਨਵਕਰਨ ਸਿੰਘ ਪੱਤੀ ਹੁਣੀ ਗੱਲਬਾਤ ਕਰਕੇ ਗਏ ਨੇ, ਉਹਦੇ ਬਾਰੇ ਤੁਹਾਡੇ ਕਮੈਂਟ ਹੋਣ। ਸਲਾਮ ਮਕਾਨ ਸਿੰਘ ਗਿੱਲ ਜੀ, ਲਾਈਨ ਨੰਬਰ 1। ਗਿੱਲ ਸਾਹਿਬ ਬਹੁਤ ਸਤਿਕਾਰ ਸਰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ। ਗਿੱਲ ਸਾਹਿਬ ਬਹੁਤ ਵਧੀਆ ਕੀਤਾ ਜਿਹੜੇ ਵੇਰਕਾ ਸਾਹਿਬ ਨੂੰ ਲਿਆਂਦਾ ਹੈ, ਔਰ ਮੇਰਾ ਆਪਣਾ ਮੰਨਣਾ ਹੈ ਕਿ ਉਹਨਾਂ ਦੀ ਇੱਕ ਗੱਲ ਦਾ ਕਹੀ ਦਾ ਬਹੁਤ ਵੱਡਾ ਮੁੱਲ ਹੈ। ਜੇ ਅਸੀਂ ਉਹਨਾਂ ਤੇ ਫੁੱਲ ਚੜਾਈਏ ਤੇ ਦੇਖੋ, ਇਹ ਸਰਕਾਰ ਦਾ ਸਾਰਾ ਬਿਲਕੁਲ ਸਹੀ ਗੱਲ ਹੈ, ਜੋ ਇਹ ਲੱਗਾ ਹੋਇਆ ਕਿ ਕਿਵੇਂ ਨਾ ਕਿਵੇਂ ਇਹਨੂੰ ਅੱਤਵਾਦ ਨਾਲ, ਖਾਲਿਸਤਾਨ ਨਾਲ ਕਿਸੇ ਨਾਲ ਜੋੜ ਕੇ ਸਖਤੀ ਕਰਨ ਦਾ ਮੌਕਾ ਮਿਲੇ। ਸਾਡੇ ਕੋਲ ਬਹੁਤ ਟਾਈਮ ਹੈ। ਜੋ ਵੀ ਮੇਰੇ ਵੀਰ, ਮੈਂ ਕਿਸੇ ਸਥਾਨ ਦੇ ਉਲਟ ਨਹੀਂ, ਨਾ ਮੈਂ ਕਿਸੇ ਦੇ ਪੱਖ 'ਚ, ਨਾ ਮੈਂ ਉਲਟ ਹੈ। ਮੈਂ ਸਿਰਫ ਇੱਕੋ ਗੱਲ ਕਹਿੰਦਾ ਕਿ ਆਹ ਜਿਹੜਾ ਟਾਈਮ ਹੈ, ਇਹ ਜੇ ਵੀ ਅਸੀਂ ਕੋਈ ਹੋਰ ਗੱਲ ਕਰਾਂਗੇ, ਉਹ ਕਿਸਾਨ ਮੋਰਚੇ ਨੂੰ ਕਮਜ਼ੋਰ ਕਰਾਂਗੇ, ਸਰਕਾਰ ਦੀ ਮਦਦ ਕਰਾਂਗੇ। ਉਹਨਾਂ ਨੇ ਬਹੁਤ ਗੱਲ ਕਹੀਆਂ, ਕੋਈ ਇੱਕ ਗੱਲ ਦੀ ਕੀਮਤ ਹੈ। ਇੱਕ ਇਹਨੂੰ ਸੰਘਰਸ਼ ਨੂੰ ਬਿਲਕੁਲ, ਮੈਂ ਰਾਜਾ ਸਾਹਿਬ ਦੀ ਸਾਰੀ ਚਿੱਠੀ ਵੀ ਪੜ੍ਹੀ ਹੈ, ਜਿੰਨਾ ਇਹਨੂੰ ਆਪਾਂ ਕਿਸੇ ਵੀ ਇਹਨੂੰ ਵਾਇਲੈਂਸ ਤੋਂ ਦੂਰ ਰੱਖਾਂਗੇ, ਜਿੱਤ ਲਾਜ਼ਮੀ ਹੋਊਗੀ। ਇਹ 'ਚ ਕੋਈ ਮੈਨੂੰ 1% ਵੀ ਸ਼ੱਕ ਵਾਲੀ ਗੱਲ ਨਹੀਂ। ਲੇਕਿਨ ਸਰਕਾਰ ਤੇ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜੇ ਉਹ ਬਾਈ ਚਾਂਸ 26 ਤੇ ਪਾਬੰਦੀ ਲਾਉਂਦੀ ਹੈ ਤੇ ਉਹਨੂੰ ਬੇਸ਼ੱਕ ਪੁਰਅਮਨ ਤਰੀਕੇ ਨਾਲ ਬਿਨਾਂ ਡਾਂਗਾ ਖਾ ਕੇ ਵੀ ਬੇਸ਼ੱਕ ਟਰੈਕਟਰ ਸਾਡਾ ਪ੍ਰਦਰਸ਼ਨ ਕੀਤਾ ਜਾਵੇ, ਲੇਕਿਨ ਉਹਦੇ ਵਿੱਚ ਵਾਇਓਲੈਂਸ ਨਾ ਲਿਆ ਜਾਵੇ। ਸਰਕਾਰ ਵਾਇਓਲੈਂਸ ਕਰੇ ਤੇ ਡਾਂਗਾ ਖਾ ਕੇ ਅੱਗੇ ਸਾਡੇ ਜਿਹੜੀਆਂ ਕਮਿਊਨਿਟੀਆਂ ਡਾਂਗਾ ਖਾਂਦੀਆਂ ਰਹੀਆਂ। ਸੋ ਇਹਨੂੰ ਜਿੰਨਾ ਵੀ ਸ਼ਾਂਤਮਈ ਰੱਖਾਂਗੇ ਉਹਨੇ ਵਧੀਆ। ਇੱਕ ਮੈਂ ਚੁੜੂਨੀ ਨਾਲ ਬਿਲਕੁਲ ਸਹਿਮਤ ਹੈ ਕਿ ਦੇਖੋ, ਮੈਂ ਮੰਨਦਾ ਕਿ ਕਿਸਾਨ ਜਥੇਬੰਦੀਆਂ ਆਪਦੇ ਫੈਸਲੇ ਆਪ ਕਰਨ, ਉਹ ਕੋਈ ਸਿਆਸੀ ਪਾਰਟੀ ਦਖਲ ਨਾ ਦੇਵੇ, ਪਰ ਸਿਆਸੀ ਪਾਰਟੀਆਂ ਦੇ ਦਖਲ ਤੋਂ ਬਿਨਾਂ ਕੱਲ੍ਹ ਨੂੰ ਪਾਰਲੀਮੈਂਟ ਦਾ ਸੈਸ਼ਨ ਹੋਣਾ, ਉੱਥੇ ਲੜਾਈ ਸਿਆਸੀ ਪਾਰਟੀਆਂ ਨੇ ਲੜਨੀ ਆ, ਬਿਨਾਂ ਬੀਜੇਪੀ ਤੋਂ। ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਬਈ ਬੇਸ਼ੱਕ ਸਾਡੇ ਸੰਘਰਸ਼ ਸ਼ਾਮਲ ਨਾ ਹੋ, ਤੁਸੀਂ ਅੱਡ ਰਹਿ ਕੇ ਬੀਜੇਪੀ ਦੀ ਸਰਕਾਰ ਦੇ ਉਲਟ ਜਿੰਨਾ ਵੀ ਤੁਸੀਂ ਕਿਸਾਨ ਮੋਰਚੇ ਦੀ ਮਦਦ ਕਰ ਸਕਦੇ ਹੋ। ਆਉਣ ਵਾਲਾ ਸਮਾਂ ਪਾਰਲੀਮੈਂਟ ਦਾ ਸੈਸ਼ਨ ਹੋਣਾ, ਉੱਥੇ ਆਪੋਜੀਸ਼ਨ ਪਾਰਟੀਆਂ ਨੇ ਜੋ ਡਟ ਕੇ ਲੜਨਾ ਹੈ, ਤੇ ਉਹਨਾਂ ਨੂੰ ਮੈਂ ਤਾਂ ਧੰਨਵਾਦ ਕਰੂੰਗਾ ਜਿਹੜੀਆਂ ਵੀ ਪਾਰਟੀਆਂ ਸਾਰੀਆਂ ਲੀਡ ਕਰਕੇ ਜੇ ਇੱਕ ਆਪੋਜੀਸ਼ਨ ਦਾ ਫਰੰਟ ਬਣਾਇਆ ਜਾਵੇ ਜਿਹੜਾ ਬੀਜੇਪੀ ਕਿਸਾਨ ਮੋਰਚੇ ਦੀ ਮਦਦ ਕਰੇ। ਤੁਹਾਡਾ ਬਹੁਤ ਧੰਨਵਾਦ ਜੀ। ਧੰਨਵਾਦ ਜੀ ਗਿੱਲ ਸਾਹਿਬ। ਸਰਦਾਰ ਜਸਵੀਰ ਸਿੰਘ ਜੀ, ਲਾਈਨ ਨੰਬਰ 2। ਧੰਨਵਾਦ ਸਰਦਾਰ ਜੀ। ਮੈਂ ਤੁਹਾਡੇ ਪੱਤਰਕਾਰ ਦੀ ਔਰ ਤੁਹਾਡੇ ਮਹਿਮਾਨ ਨੂੰ, ਜਿਨ੍ਹਾਂ ਨੂੰ ਤੁਸੀਂ ਸੁਲਝੇ ਹੋਇਆਂ ਨੂੰ ਲਿਆ ਕੇ ਅਪਡੇਟ ਕਰਦੇ ਹੋ ਬਾਹਰ, ਇਹਦੇ ਲਈ ਤੁਹਾਡਾ ਧੰਨਵਾਦ ਕਰਨਾ ਬਣਦਾ। ਉਹਦੇ ਨਾਲ ਇੱਕ ਚੀਜ਼ ਬੜੀ ਵਧੀਆ ਹੋ ਰਹੀ ਹੈ ਕਿ ਜਿਹੜੀਆਂ ਚੀਜ਼ਾਂ ਸਹੀ ਤੇ ਗਲਤ ਨੇ ਉਹਨਾਂ ਦਾ ਪੜਚੋਲ ਕਰਨ ਦੀ ਸਾਡੀ ਸੀਰਤ ਹੈ, ਉਹਦੇ ਵਿੱਚ ਨਿਖਾਰ ਆ ਰਿਹਾ ਹੈ। ਇੱਕ ਗੱਲ ਸਾਨੂੰ ਸਮਝਣ ਦੀ ਲੋੜ ਹੈ ਵੀ ਜਿੰਨੀ ਦੇਰ ਤੱਕ ਅਸੀਂ ਬਾਹਰ ਬੈਠੇ ਜਾਂ ਰੇਡੀਓ ਜਾਂ TV ਜਾਂ ਇੰਟਰਨੈਟ ਦੇ ਥਰੂ ਖਬਰਾਂ ਦੇਖਦੇ ਹਾਂ ਨਾ, ਜਿੰਨੀ ਦੇਰ ਅਸੀਂ ਆਪ ਸਪਸ਼ਟ ਨਹੀਂ ਹੁੰਦੇ ਆਪਣੇ ਆਪ 'ਚ ਜੀ, ਉਨੀ ਦੇਰ ਤੱਕ ਅਸੀਂ ਗੁੰਮਰਾਹ ਹੁੰਦੇ ਰਹਾਂਗੇ ਜੀ। ਸੋ ਸਾਨੂੰ ਸਪਸ਼ਟ ਹੋਣ ਦੀ ਲੋੜ ਹੈ। ਸਪਸ਼ਟ ਹੋਣ ਦੀ ਖਾਤਰ ਸਾਨੂੰ ਇੱਕ ਦੇਖੋ, ਦੋ ਚੀਜ਼ਾਂ ਸਾਹਮਣੇ ਨਿਖਰ ਕੇ ਆ ਗਈਆਂ ਜੀ। ਇੱਕ ਚੀਜ਼ ਇਹ ਨਿਖਰ ਕੇ ਆ ਗਈ
ਕਿ ਜਿਹੜੇ ਲੀਡਰਸ ਨੇ ਉਹ ਕਿਸੇ ਵੀ ਹਾਲਤ 'ਚ ਨਿੱਕੀ ਤੋਂ ਨਿੱਕੀ ਚੀਜ਼ ਜਿਹੜੀ ਗੁੰਮਰਾਹ ਕਰਨ ਵਾਲੇ ਪਾਸੇ ਨੂੰ ਜਾਂ ਇਹਨੂੰ ਤੋੜਨ ਦੇ ਪਾਸੇ ਨੂੰ ਤੁਰਦੀ ਆ ਨਾ, ਉਹਨੂੰ ਜਦੇ ਐਕਸ਼ਨ ਲੈ ਲੈਂਦੇ ਨੇ। ਉਹਦਾ ਕਾਰਨ ਇਹ ਆ ਕਿ ਉਹਨਾਂ ਦੇ ਪਿੱਛੇ ਜਿਹੜਾ ਜ਼ੋਰ, ਜਿਹੜਾ ਪੰਜਾਬ, ਹਰਿਆਣਾ ਜਾਂ ਹੋਰ ਸੂਬਿਆਂ ਦੇ ਲੋਕ ਬੈਠੇ ਨੇ ਨਾ, ਉਹ ਬਹੁਤ ਵੱਡੀ ਇੱਕ ਤਾਕਤ ਹੈ ਉਹਦੇ ਪਿੱਛੇ। ਜੀ ਜੀ। ਤੇ ਦੂਸਰੀ ਗੱਲ ਇਹ ਆ ਸਰਦਾਰ ਜੀ, ਵੀ ਕਈ ਵਾਰੀ ਇਹ ਹੁੰਦਾ ਵੀ ਗੌਰਮੈਂਟ ਦਾ ਕੰਮ ਹੈ ਉਹਨਾਂ ਨੇ ਸਿਸਟਮ ਨੂੰ ਤੋੜਨਾ ਹੈ, ਬਿਲਕੁਲ ਇਹ 'ਚ ਕੋਈ ਦੋ ਰਾਵਾ ਨਹੀਂ। ਪਰ ਸਾਡੇ ਵਿੱਚੋਂ ਇਮੋਸ਼ਨ ਦੇ ਤੌਰ ਤੇ, ਜਿਹਨੂੰ ਅਸੀਂ ਜਜ਼ਬਾਤੀ ਕਹਿੰਦੇ ਆ, ਜਜ਼ਬਾਤੀ ਤੌਰ ਦੇ ਉੱਤੇ ਕੁਝ ਲੋਕ ਜਾਣ ਕੇ ਜਾਂ ਅਣਜਾਣੇ ਵਿੱਚ ਇਸ ਚੀਜ਼ ਨੂੰ ਉਭਾਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਨੇ ਕਿ ਜੇ ਅਸੀਂ ਇਹ ਚੀਜ਼ਾਂ ਉਭਾਰੀਆਂ ਨਾ ਤਾਂ ਸ਼ਾਇਦ ਪਤਾ ਨਹੀਂ ਕਿੰਨੀ ਤਬਾਹੀ ਹੋ ਜੂਗੀ। ਮੈਂ ਪਿਛਲੇ ਵੀਕ ਵੀ ਇਸ ਚੀਜ਼ ਦੀ ਪ੍ਰੋੜਤਾ ਕੀਤੀ ਸੀ। ਅੱਜ ਕਾਨੂੰਨੀ ਤੌਰ ਦੇ ਉੱਤੇ ਸਰਦਾਰ ਜਿਹੜੇ ਵਕੀਲ ਨੇ ਦੱਸ ਕੇ ਗਏ ਨੇ, ਮੈਂ ਫਿਰ ਦੁਬਾਰਾ ਇਹਦੀ ਪ੍ਰੋੜਤਾ ਕਰਦਾ। ਇਸ ਮੋਰਚੇ ਦੇ ਵਿੱਚ ਖਾਲਿਸਤਾਨ ਦਾ ਕੋਈ ਲੈਣਾ ਦੇਣਾ ਨਹੀਂ ਹੈ ਜੀ। ਖਾਲਿਸਤਾਨ ਇੱਕ ਰਾਜਨੀਤਿਕ ਪੈਂਤੜਾ ਹੈ। ਤੇ ਜਿਹੜੀ ਚੀਜ਼ ਤੁਸੀਂ ਪਿਛਲੀ ਵਾਰੀ ਬਾਅਦ ਦੇ ਵਿੱਚ ਵਿਖਿਆਨ ਕੀਤੀ ਸੀ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਇਹਦੇ 'ਚ ਦੋ ਰਾਵਾਂ ਬਿਲਕੁਲ ਨਹੀਂ ਹੈ। ਪੰਜਾਬ ਦੀ ਕਿਸਾਨੀ ਤੇ ਪੰਜਾਬ ਦਾ ਨੌਜਵਾਨ ਜਾਂ ਪੰਜਾਬ ਦੀਆਂ ਬੀਬੀਆਂ ਉੱਥੇ ਬੈਠੀਆਂ ਤਾਂ ਇਸ ਕਰਕੇ ਬੈਠੀਆਂ ਕਿ ਉਹਨਾਂ ਨੂੰ ਗੁਰੂ ਦੀ ਮੱਤ ਦੀ ਗੁੜਤੀ ਹੈ ਜੀ। ਇਹ ਗੁੜਤੀ ਜਿਹੜੀ ਆ, ਇਹ ਸਾਡੇ ਸਾਸਾਂ ਦੇ ਵਿੱਚ ਹੈ, ਸਾਡੇ ਕੰਮਾਂ ਦੇ ਵਿੱਚ ਹੈ ਔਰ ਸਾਡੇ ਪਰਿਵਾਰਾਂ ਦੇ ਵਿੱਚ ਹੈ। ਇਹ ਤੋਂ ਬਿਨਾਂ ਪੰਜਾਬ ਜਿਉਂਦਾ ਰਹਿ ਹੀ ਨਹੀਂ ਸਕਦਾ। ਪਰ ਇਹਦਾ ਕੋਈ ਜ਼ਰੂਰੀ ਨਹੀਂ ਹੈ ਕਿ ਇਹਦੇ ਨਾਲ ਅਸੀਂ ਖਾਲਿਸਤਾਨ ਨੂੰ ਜੋੜ ਦਈਏ। ਜਿਹੜੇ ਲੋਕ ਖਾਲਿਸਤਾਨ ਦੀ ਗੱਲ ਦੇ ਵਿੱਚ ਕਰਦੇ ਨੇ, ਬੇਸਿਕਲੀ ਉਹ ਸਿੱਖ ਕਿਸਾਨ ਜਾਂ ਜਿਹੜੇ ਸਿੱਖ ਮਜ਼ਦੂਰ ਜਾਂ ਜਿਹੜੇ ਦੇਸ਼ ਦੇ ਮਜ਼ਦੂਰ ਜਾਂ ਜਿਹੜੇ ਕਿਸਾਨ ਬੈਠੇ ਨੇ, ਉਹਨਾਂ ਦੇ ਖਿਲਾਫ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਆਮ ਤੌਰ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ। ਸੋ ਇਸ ਕਰਕੇ ਜਿਹੜੇ ਲੋਕ ਇਹ ਗੱਲ ਕਰਦੇ ਨੇ, ਮੈਂ ਅੱਗੇ ਵੀ ਕਹਿਣਾ, ਅੱਜ ਵੀ ਕਹਿਣਾ ਕਿ ਮੋਰਚਾ ਖਤਮ ਹੋ ਲੈਣ ਦਿਓ। ਬਾਅਦ ਦੇ ਵਿੱਚ ਤੁਸੀਂ ਖਾਲਿਸਤਾਨ ਦੇ ਨਾਂ ਦੇ ਉੱਤੇ ਇਕੱਠ ਕਰੋ, ਉਹਦੇ ਵਿੱਚ ਲੋਕਾਂ ਦਾ ਸਹਿਯੋਗ ਲਓ ਔਰ ਉਹਦੇ ਵਿੱਚ ਲੋਕਾਂ ਨੂੰ ਸਮਝਾਓ ਵੀ ਕਿਉਂ ਚਾਹੀਦਾ। ਹੁਣ ਜੇ ਤੁਸੀਂ ਇਹ ਤਾਂ ਗੱਲ ਲਿਓ, ਇੱਕ ਪੰਜਾਬੀ 'ਚ ਅਖੀਰਲਾ ਸ਼ਬਦ, ਪੰਜਾਬੀ ਦੇ ਵਿੱਚ ਜਦੋਂ ਸਾਡੇ ਸਿਆਲਾਂ ਦੇ ਵਿੱਚ ਨਾ ਡੰਗਰਾਂ ਨੂੰ ਨਾਲ 'ਚ ਪਾ ਕੇ ਨੂਣ ਦੇਈਦਾ ਜੀ, ਉਹ ਇਸ ਕਰਕੇ ਦਿੰਦੇ ਸੀ ਵੀ ਇਹਨਾਂ ਨੂੰ ਬੈਬਾਦੀ ਨਾ ਹੋਵੇ ਜਾਨਵਰਾਂ ਨੂੰ, ਸਾਡਿਆਂ ਨੂੰ। ਇਹ ਸਾਡੇ ਗੱਲ ਦੇ ਵਿੱਚ ਨਾਲ 'ਚ ਪਾ ਕੇ ਖਾਲਿਸਤਾਨ ਦੇਣ ਲੱਗੇ ਹੋਏ ਨੇ। ਸਾਨੂੰ ਤਾਂ ਬੈਬਾਦੀ ਹੈ ਨਹੀਂ ਗੀ। ਧੰਨਵਾਦ ਤੁਹਾਡਾ, ਮਿਹਰਬਾਨੀ। ਧੰਨਵਾਦ ਜੀ। ਬਲਦਾਂ ਦੇ ਨਾ ਮੂੰਹ ਦੇ ਵਿੱਚ ਚੋਰ ਹੋ ਜਾਂਦੇ ਸੀ, ਚੋਰ ਕਹਿੰਦੇ ਸੀ ਉਹਨਾਂ ਨੂੰ। ਉਹ ਸੂਇਆਂ ਵਰਗੇ ਮਾਸ ਦੇ ਬਣ ਜਾਂਦੇ ਸੀ, ਉਹਨਾਂ ਤੇ ਲੂਣ ਦੀ ਬੁੱਕ ਭਰ ਕੇ ਮਲਦੇ ਸੀ। ਇੱਥੇ ਮੀਡੀਆ ਵਾਲਿਆਂ ਦੇ ਵੀ ਨਾ ਕਦੇ ਕਦੇ ਚੋਰ ਹੋ ਜਾਂਦੇ ਆ ਮੂੰਹ 'ਚ, ਫਿਰ ਉਹਨਾਂ ਦੇ ਲੂਣ ਕਦੇ ਨਾ ਕਦੇ ਮਲੀਦਾ, ਫਿਰ ਆਰਾਮ ਰਹਿੰਦਾ ਉਹਨਾਂ ਨੂੰ। ਰਾਜਸਥਾਨੀ ਜੀ, ਲਾਈਨ ਨੰਬਰ 3। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਤਾਂ ਮੈਂ ਜੀ ਤੁਹਾਡੀ ਕਈ ਵਾਰ ਸਿਫਤ ਕਰਦਾ ਹੁੰਦਾ ਬਈ, ਮੈਂ ਹੋਸਟ ਦੀ ਸਿਫਤ ਨਹੀਂ ਕਰਦਾ ਕਿਸੇ ਦੀ ਵੀ। ਧੰਨਵਾਦ ਜੀ। ਕਈ ਵਾਰੀ ਤੁਸੀਂ ਨਾ ਬਹੁਤ ਹੀ, ਜਿੱਦਾਂ ਅੱਜ ਜਿਹੜਾ ਤੁਸੀਂ ਸਰਬਜੀਤ ਸਿੰਘ ਵਿਰਕ ਨੂੰ ਲਿਆ ਕੇ ਤਸਵੀਰ ਖਿੱਚੀ ਆ ਨਾ, ਇਹਦੇ 'ਚ ਤੁਹਾਡਾ ਧੰਨਵਾਦ। ਆਮ ਜਿਹੜੇ ਹੋਸਟ ਹੈਗੇ ਰੇਡੀਓ, ਮੈਂ ਸਾਰੇ ਸੁਣਦਾ ਰਹਿਣਾ, ਟਾਕ ਸ਼ੋ ਵੀ ਕਰਦਾ ਮੈਂ ਜੀ, ਤੇ ਮੈਂ ਆਪਣੀ ਅਕਲ ਵੀ ਦਿੰਦਾ ਵੀ ਮੇਰਾ ਕੀ ਦਿਮਾਗ ਹੈਗਾ ਜੀ। ਤੇ ਤੁਸੀਂ ਇਹਦੇ ਤੁਸੀਂ ਬਹੁਤ ਹੀ ਪ੍ਰਸ਼ੰਸਕ ਹੈਗੇ ਇਸ ਅੱਛੇ ਹੋਸਟ ਬਣਨ ਦੇ। ਬਹੁਤ ਸੋਹਣੀ ਖਬਰ ਤੁਸੀਂ, ਇਹ ਤਸਵੀਰ ਉਹਨੇ ਸਾਰੀ ਖਿੱਚਤੀ ਹੈ। ਹੁਣ ਬਾਰ-ਬਾਰ ਕਹਿਣ ਦਾ ਤਾਂ ਫਾਇਦਾ ਨਹੀਂ ਕੋਈ ਜੀ ਜੀ। ਇਹਦੇ 'ਚ ਮੇਰੇ ਵੱਲੋਂ ਤਾਂ ਇਹ ਹੈਗਾ ਵੀ ਮੈਂ ਜਦੋਂ ਦਾ ਇਹ ਚੱਲਿਆ ਉਹਦਾ ਇਹ ਗੱਲ ਕਹਿੰਦਾ ਆ ਰਿਹਾ ਵੀ ਜਿਹੜਾ ਯੂਨਾਈਟਿਡ ਵੀ ਸਟੈਂਡ, ਡਿਵਾਈਡਡ ਵੀ ਫਾਲ। ਬਿਲਕੁਲ ਠੀਕ ਹੈ ਜੀ, ਬਿਲਕੁਲ। ਅੱਛਾ, ਬਾਕੀ ਹੈਗਾ ਗਿੱਲ ਸਾਹਿਬ ਵੀ ਜਿਹੜੀ ਖਰੀਦੋ ਫਰੋਖਤ ਹੈਗੀ ਆ, ਉਹ ਇਸ਼ਾਰਾ ਕਰ ਗਿਆ ਵਿਰਕ। ਇੱਥੋਂ ਵੀ ਹੁਣ ਸ਼ੁਰੂ ਹੈਗੀ, ਇੱਥੇ ਵੀ ਜਿੱਥੇ ਤੁਸੀਂ ਬੈਠੇ ਆ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਇਹ ਜਿਹੜੀਆਂ ਏਜੰਸੀਆਂ ਹੈਗੀਆਂ ਰਾਬ ਵਗੈਰਾ ਖਰੀਦਦੀਆਂ। ਬੰਦਾ ਉਹ ਦਦਾਰ ਸਿੰਘ ਬੈਂਸ ਖਰੀਦਿਆ ਸੀ ਪਿਛਲਾ, ਤੁਸੀਂ ਦਰਾ ਲਓ ਵੀ ਕਿੰਨੇ ਬੰਦੇ ਖਰੀਦੇ ਗਏ ਸੀਗੇ। ਉਹ ਜਿਹੜਾ ਜਸਟਿਸ ਫਾਰ ਕੀ ਹੈਗਾ, ਉਹ ਵੀ ਖਰੀਦਿਆ ਜਾ ਸਕਦਾ। ਤੇ ਇਹ ਸਰਕਾਰ ਕੋਲੇ ਬੜਾ ਹੱਥਕੰਡਾ ਹੈਗਾ, ਤੇ ਨਾਂ ਲਾ ਦਿੰਦੇ ਆ ਵੀ ਖਾਲਿਸਤਾਨ ਦਾ, ਤੇ ਉਹ ਸਰਕਾਰ ਹੀ ਮਿਲ ਜਾਂਦੀ ਉਹਨਾਂ ਦੇ ਨਾਲ। ਇਹ ਬਹੁਤ ਹੀ ਸੋਹਣੀ ਗੱਲਬਾਤ ਉਹਨੇ ਵਿਰਕ ਨੇ ਕੀਤੀ ਹੈ, ਬਚੋ ਇਸ ਗੱਲ ਤੋਂ। ਤੇ ਦੂਜਾ ਸੀਗਾ ਵੀ ਅਨਪੜ੍ਹ ਜਾਟ ਪੜ੍ਹੋਂ ਜੈਸਾ, ਪੜ੍ਹਿਆ ਲਿਖਾ ਜਾਟ ਖੁਦਾ ਜੈਸਾ, ਪੜ੍ਹਿਆ ਲਿਖਿਆ ਜੱਟ ਖੁਦਾ ਜੈਸਾ। ਚੌਧਰੀ ਚਰਨ ਸਿੰਘ ਨੇ ਦਿੱਲੀ ਹਿਲਾਤੀ ਸੀਗੀ, ਛੋਟੂ ਰਾਮ ਨੇ ਅੰਗਰੇਜ਼ਾਂ ਦੀ ਸਰਕਾਰ ਹਿਲਾਤੀ ਸੀਗੀ, ਪੜ੍ਹੇ ਲਿਖੇ ਜਾਟ ਸੀ ਉਹ। ਤੋ ਜੱਟ ਜਿਹੜਾ ਹੈਗਾ, ਐਵੇਂ ਤੁਸੀਂ ਸਮਝੋ ਜੀ ਜੀ, ਅਨਪੜ੍ਹ ਜੱਟ ਵੀ ਪੜ੍ਹਿਆ ਵਰਗਾ ਹੁੰਦਾ ਹੈਗਾ। ਇਹ ਅਕਬਰ ਬਾਦਸ਼ਾਹ ਦੇ ਸਾਹਮਣੇ ਗੱਲਾਂ ਬਾਤਾਂ ਹੋਈਆਂ ਸੀਗੀਆਂ ਜੀ। ਸੋ ਇਹ ਲੜਾਈ ਜੱਟਾਂ ਦੀ ਆ, ਸਾਰੇ ਭਾਰਤ ਦੀ ਹੈਗੀ ਆ, ਕੱਲਾ ਪੰਜਾਬ ਨਹੀਂ ਹੈ।
ਲੇਕਿਨ ਜਿਹੜਾ ਸੀਗਾ ਅਮਿਤ ਸ਼ਾਹ ਤੇ ਮੋਦੀ, ਜਿਹੜਾ ਸੁਪਰੀਮ ਕੋਰਟ ਦਾ ਜੱਜ ਸੀ ਰੰਜਨ ਗੋਗੋਈ, ਉਹਦੇ ਤੇ ਬਲੇਮ ਲੱਗਦਾ ਸੀ ਕਿਸੇ ਔਰਤ ਦਾ ਤੇ ਉਹਨੂੰ ਮਾਰੀ ਧਮਕੀ ਅਮਿਤ ਸ਼ਾਹ ਨੇ ਤੇ ਉਹਨੂੰ ਸੁੱਟ ਲਿਆ ਥੱਲੇ। ਅੱਜ ਉਹ ਰਾਜ ਸਭਾ ਦਾ ਮੈਂਬਰ ਹੈਗਾ। ਇਹ ਤਾਨਾਸ਼ਾਹ ਬਣ ਗਏ ਦੋਨੇ ਦੇਸ਼ ਦੇ। ਚੌਥੀ ਪੰਜਵੀਂ ਗੱਲ ਇਹ ਹੈਗੀ ਆ ਬਈ ਤੁਹਾਡੇ ਤੇ ਮੇਰਾ ਗੁੱਸਾ ਨਾ ਕਰਿਆ ਕਰੋ, ਜਿਹੜੀ ਸੂਈ ਹੈਗੀ ਉਹ ਪੰਜਾਬ ਤੇ ਢੁਕਦੀ, ਕਿਉਂਕਿ ਅੱਗੇ ਜਿੱਤ ਹਾਸਲ ਕੀਤੀ ਆ ਇੰਦਰਾ ਗਾਂਧੀ ਨੇ, ਰਾਜੀਵ ਗਾਂਧੀ ਨੇ ਪੰਜਾਬ ਤੇ ਜਿੱਤ ਹਾਸਲ ਕੀਤੀ ਅਨੰਦਪੁਰ ਮਤੇ ਤੇ। ਜਿਹੜੇ ਗਦਾਰ ਲੋਕ ਆ ਪੰਜਾਬ ਦੇ ਲੀਡਰ ਉਹ ਖਰੀਦੇ ਜਾ ਚੁੱਕੇ। ਬਿਲਕੁਲ ਜੀ, ਇਹ 'ਚ ਕੋਈ ਦੂਜੀ ਸ਼ੱਕ ਨਹੀਂ ਹੈ, ਇਹ ਸਾਹਮਣੇ ਆ ਲਿਖਦਾ, ਇਹ 'ਚ ਕਹਿਣਾ ਤੁਸੀਂ ਨਹੀਂ ਕਹਿ ਰਹੇ, ਇਤਿਹਾਸ ਆ ਮੂਹਰੇ। ਬਿਲਕੁਲ ਅੱਜ ਵੀ ਜਿੱਦਾਂ ਜਿਹੜੀਆਂ ਪਾਰਟੀਆਂ ਉਹ ਇਹਨੂੰ ਹਾਈਜੈਕ, ਉਹ ਕਹਿੰਦੇ ਕਿਸਾਨ ਚਾਹੇ ਮੰਗਾ ਮੰਨ ਹੋਣ ਚਾਹੇ ਨਾ ਮੰਨ ਹੋਣ, ਅਸੀਂ ਐਮਐਲਏ ਬਣੀਏ, ਬਿਲਕੁਲ ਅਸੀਂ ਇਹਨੂੰ ਹਾਈਜੈਕ ਕਰ ਲਈਏ ਮੂਵਮੈਂਟ ਨੂੰ। ਪਹਿਲਾਂ ਤਾਂ ਉਹਨਾਂ ਦਾ ਤਾਂ ਇਹ ਜ਼ੋਰ ਲੱਗਿਆ ਹੋਇਆ। ਜੇ ਇਹ ਸਾਫ਼ ਸੁਥਰੇ ਹੋ ਕੇ ਹਰਿਆਣੇ ਪੰਜਾਬ ਦੇ ਲੀਡਰ ਜਾਂ ਪਾਰਲੀਮੈਂਟ ਵੀ ਜਿਹੜੇ ਵਿਰੋਧੀ ਪਾਰਟੀਆਂ, ਜਿਸ ਤਰ੍ਹਾਂ ਮਕੰਦ ਸਿੰਘ ਜੀ ਨੇ ਕਿਹਾ ਨਾ, ਵਿਰੋਧੀ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਕੇ ਕੋਈ ਮੂੰਹ ਸਿਰ ਬਣਾਉਣ, ਉਹਨਾਂ 'ਚ ਵੀ ਰੌਲਾ ਹੈਗਾ ਵੀ ਮੂਹਰੇ ਕੌਣ ਲੱਗੇ, ਵੀ ਜਿਹੜਾ ਮੂਹਰੇ ਲੱਗੂਗਾ ਕੁਰਸੀ ਤਾਂ ਉਹ ਲੈ ਜਾਊਗਾ। ਉਹ ਵੀ ਇੱਕ ਮੁੱਠ ਹੋ ਕੇ, ਯਾਨੀ ਹਜੇ ਤੇ ਪੂਰਾ ਟਿਲ ਨਹੀਂ ਖਿੱਚ ਰਹੀਆਂ, ਨਹੀਂ ਤਾਂ ਹਿਲਾ ਦੇਣ ਪਾਰਲੀਮੈਂਟ ਨੂੰ ਫੜ ਕੇ। ਹੁਣ 29 ਨੂੰ ਪਾਰਲੀਮੈਂਟ ਸ਼ੁਰੂ ਹੋਣੀ ਹੈਗੀ ਆ। ਬਿਲਕੁਲ ਜੀ, ਧੰਨਵਾਦ। ਉਹਨਾਂ ਨੇ ਰਾਜਸਥਾਨੀ ਸਾਹਿਬ, ਹੋਰ ਕਾਲਰ ਨੇ, ਮਾਫੀ ਚਾਹੁੰਦਾ ਮੈਂ। ਤੇ ਬਿਲਕੁਲ ਜਦ ਇਸ ਦੇ ਬਾਰੇ ਗੱਲਬਾਤ ਉੱਥੇ ਚੱਲ ਰਹੀ ਸੀ, ਅੰਦਰ ਬੋਲੇ ਨਾ ਹੁਣ ਤਾਂ ਉਹ ਗੱਲਾਂ ਕਰਦੇ ਆ। ਦੀਪਕ ਜੀ ontario ਤੋਂ ਲਾਈਨ ਨੰਬਰ 4। ਭਾਜੀ ਸਤਿ ਸ੍ਰੀ ਅਕਾਲ, ਮੈਂ ਹੈਲਪੇਜ ਕੈਨੇਡਾ ਤੋਂ ਬੋਲ ਰਿਹਾ ਭਾਜੀ। ਥੈਂਕ ਯੂ ਤੁਹਾਡਾ। ਸਤਿ ਸ੍ਰੀ ਅਕਾਲ ਜੀ ਥਾਪਰ ਜੀ। ਤੇ ਭਾਜੀ ਤੁਹਾਨੂੰ ਮਿਸ ਕਰੀਦਾ ਆਪਾਂ ਤੇ। ਧੰਨਵਾਦ। ਅੱਛਾ ਦੱਸੋ ਕਿਵੇਂ ਚੱਲ ਰਹੀ ਹੈ ਇੱਥੇ? ਤੁਸੀਂ ਦੀਪਕ ਥਾਪਰ ਉਹਨਾਂ ਨੇ ਜੀ ਬਹੁਤ ਉੱਥੇ ਉਤਸ਼ਾਹੀ ਨੌਜਵਾਨ ਨੇ, ਬੇਘਰੇ ਲੋਕਾਂ ਨੂੰ ਖਾਣਾ ਤੇ ਬੇਘਰੇ ਲੋਕਾਂ ਨੂੰ ਜਿਹੜਾ ਮੁੱਢਲੀ ਸਹਾਇਤਾ, ਉਹਨਾਂ ਨੂੰ ਮਾਸਕ ਘਰੋਂ ਪਰਿਵਾਰ ਮਿਸਿਸ ਥਾਪਰ ਹੋਣੀ ਸਿਉਂ ਕੇ ਦਿੰਦੇ ਰਹੇ। ਤੇ ਇਹਨਾਂ ਦੀ ਇੰਟਰਵਿਊ ਆਪਾਂ ਟੀਵੀ ਤੇ ਕੀਤੀ ਸੀ ਹਰਜੀਤ ਸਿੰਘ ਜਿਹੜਾ ਲਾਈਵ ਸ਼ੋਅ ਦੇ ਵਿੱਚ। ਅੱਛਾ ਜੀ, ਹੁਣ ਕੀ ਚੱਲ ਰਿਹਾ ਟੋਰਾਂਟੋ ਦੇ ਵਿੱਚ? ਦੇਖੋ ਜੀ, ਜਿਹੜਾ ਇਸ ਕਿਸਾਨੀ ਮੁੱਦੇ ਤੇ ਜਿਹੜਾ ਸਾਡਾ ਪ੍ਰੋਟੈਸਟ, ਆਪਾਂ ਵੀ ਪੂਰੇ ਉਹਨਾਂ ਦੇ ਨਾਲ ਖੜੇ ਹਾਂ ਜੀ। ਤੇ ਸਾਡਾ ਜਿਹੜਾ ਪ੍ਰੋਟੈਸਟ ਕਰਨ ਦਾ ਤਰੀਕਾ ਸਾਡਾ, ਆਪਾਂ ਜੀ ਮੈਂ ਦੇਖੋ ਰੈਲੀ, ਆਪਾਂ ਹਰ ਇੱਕ ਬੰਦੇ ਦਾ ਸ਼ਲਾਘਾਯੋਗ ਕੰਮ ਹੈ। ਆਪਾਂ ਰੈਲੀ ਨਹੀਂ ਕੱਢ ਰਹੇ ਜੀ, ਆਪਾਂ ਹੋਮਲੈਸ ਲੋਕਾਂ ਤੱਕ ਜਾ ਰਹੇ ਹਾਂ, ਫੂਡ ਸਪਲਾਈ ਕਰਦੇ ਹਾਂ। ਤੇ ਜਿਹੜੇ ਵੀ ਸਾਨੂੰ ਰਾਹ 'ਚ ਮਿਲਦੇ ਨੇ ਆਪਾਂ ਉਹਨਾਂ ਨੂੰ ਦੱਸਦੇ ਹਾਂ ਵੀ ਸਾਡੇ ਨਾਲ ਇੱਕ ਰੂਲਿੰਗ ਹੈਗੀ ਆ ਵੀ ਜਿਹੜੇ ਸਾਡੇ ਤੇ ਇਨਫੋਰਸ ਕੀਤੀ ਜਾ ਰਹੀ ਹੈ ਜੀ, ਕਿ ਵੀ ਇਹ MSP ਉਹਨਾਂ ਨੂੰ ਦੱਸਦਿਆਂ ਹੈ ਕੀ ਚੀਜ਼ ਹੈ। ਕਿਉਂਕਿ ਮੈਂ ਦੇਖਿਆ ਵੀ ਇੰਡੀਆ 'ਚ ਬਹੁਤ ਮੀਡੀਆ ਜਿਹੜਾ ਪਹਿਲਾਂ ਗਿਆ ਗੋਦੀ ਮੀਡੀਆ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਜਾ ਕੇ ਸਾਡੇ ਬਜ਼ੁਰਗਾਂ ਤੋਂ ਪੁੱਛਦਾ ਰਿਹਾ, ਸਾਡੀ ਮਾਤਾਵਾਂ ਤੋਂ ਪੁੱਛਦਾ ਰਿਹਾ ਵੀ MSP ਦੱਸੋ। ਤੇ ਜੇ ਕਿਸੇ ਨੂੰ ਵਿਚਾਰੇ ਸਾਡੇ ਬਜ਼ੁਰਗ ਨੂੰ ਨਹੀਂ ਪਤਾ ਉਹਦਾ ਐਗਜ਼ੈਕਟਲੀ, ਤੇ ਉਹਨੂੰ ਇੱਕ ਹਾਸਪਦ ਵੀ ਬਣਾਉਣ ਦੀ ਕੋਸ਼ਿਸ਼ ਕੀਤੀ। ਫਿਰ ਉਸ ਚੀਜ਼ ਨੂੰ ਪੜ੍ਹਦਿਆਂ ਦੇਖਦਿਆਂ ਮੈਂ ਸਾਰੀ ਜਿੱਦਾਂ ਉਰੇ ਸਾਰੇ ਬੰਦੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਕੈਨੇਡੀਅਨ ਲੈਂਗੁਏਜ ਦੇ ਵਿੱਚ। ਮੈਂ ਕਿਹਾ ਜੀ ਦੇਖੋ, ਜੇ ਇੱਕ ਮਿਨੀਮਮ ਵੇਜ ਰੇਟ ਕੈਨੇਡਾ ਨੇ ਸੈੱਟ ਕੀਤਾ, ਕੈਨੇਡੀਅਨ ਗਵਰਨਮੈਂਟ ਨੇ, ਤੇ ਜੇ ਮੈਂ ਅੱਜ ਕਹਾਂ ਕਿ ਵੀ ਇਹ ਮਿਨੀਮਮ ਵੇਜ ਰੇਟ ਕੋਈ ਨਹੀਂ, ਤੇ ਹਰ ਇੱਕ ਬੰਦੇ ਨੂੰ ਜਿੰਨਾ ਮਰਜ਼ੀ ਕੋਈ ਤਨਖਾਹ ਤੇ ਰੱਖ ਸਕਦਾ, ਕੋਈ ਵੀ ਇੰਪਲੋਇਰ, $5 ਤੇ $2 ਤੇ, ਤੁਹਾਨੂੰ ਕਿੱਦਾਂ ਦਾ ਲੱਗੂਗਾ? ਉਹ ਕਹਿੰਦੇ ਵੀ ਬਿਲਕੁਲ ਗਲਤ ਆ। ਮੈਂ ਕਿਹਾ ਆਹ ਸਾਡੇ ਨਾਲ ਹੋ ਰਿਹਾ, ਆਹ ਸਾਡੇ ਨਾਲ ਇੰਡੀਆ 'ਚ ਹੋ ਰਿਹਾ। ਸਾਡੀ ਕਿਸਾਨੀ ਨੂੰ ਕਿੱਦਾਂ ਖਤਮ ਕਰਾਇਆ ਜਾ ਰਿਹਾ ਵੀ ਕੋਈ MSP ਨਹੀਂ, ਤੇ ਤੁਹਾਡੀ ਤੁਸੀਂ ਜਿੰਨੀ ਕਿਹੜੀ ਤੁਹਾਡੀ ਫਸਲ ਆ, ਤੁਸੀਂ ਉਹਨੂੰ ਕੋਈ ਵੀ ਬੰਦੇ ਨੂੰ ਵੇਚ ਸਕਦੇ ਕਿੰਨੇ ਵੀ ਰੇਟ ਤੇ। ਤੇ ਮੈਂ ਕਿਹਾ ਵੀ ਜਿਹੜੇ ਕੋਲ ਤਾਂ 100 ਕਿੱਲੇ ਨੇ, ਮੰਨ ਲਓ ਵੀ ਉਹਦੀ ਤਾਂ ਇੱਕ ਵੱਡੇ ਵਪਾਰੀ ਨੇ ਜ਼ਮੀਨ ਸਾਰੀ ਫਸਲ ਲੈ ਲਈ, ਜਿਹੜਾ ਮੇਰੇ ਤੇਰੇ ਵਰਗਾ ਕੋਈ 4-5 ਕਿੱਲੇ ਵਾਲਾ ਉਹ ਕਿੱਥੇ ਵੇਚੂਗਾ? ਹਾਂ ਬਿਲਕੁਲ ਠੀਕ। ਤੇ ਉਹ ਜਦੋਂ ਉਹਨਾਂ ਨੂੰ ਉਹਨਾਂ ਦੀ ਲੈਂਗੁਏਜ 'ਚ ਗੱਲ ਸਮਝਾਈ ਜਾਂਦੀ ਆ, ਉਹ ਕਹਿੰਦੇ ਵੀ ਇਹ ਤਾਂ ਧੱਕਾ। ਤੇ ਨਾਲੇ ਦੀ ਦੂਜੀ ਗੱਲ, ਇਹ ਮੈਂ ਇੱਕ ਗੱਲ ਸ਼ੇਅਰ ਜ਼ਰੂਰ ਕਰਨੀ ਚਾਹੁੰਦਾ ਵੀ ਜਿਹੜਾ ਇਹ ਸਾਡਾ ਇੱਕ ਘੋੜਾ, ਜਿਹੜਾ ਕਿਸਾਨ ਮੋਰਚੇ ਦਾ ਇੱਕ ਘੋੜਾ, ਜਿਹਦੀ ਆਪਾਂ ਸਾਈਡਾਂ ਤੇ ਉਹ ਕਹਿੰਦੇ ਨਾ ਅੱਖਾਂ ਨੂੰ ਕਵਰ ਕਰਨ ਲਈ ਵੀ ਸਾਈਡ ਤੇ ਘੋੜਾ ਨਾ ਜਾਏ, ਬਿਲਕੁਲ ਖੋਪੇ ਉਹ ਲਾਏ ਹੋਏ ਨੇ। ਇਹ ਸਾਡੇ ਪੁਲਿਸ ਇਸ ਘੋੜੇ ਨੂੰ ਸਿੱਧਾ ਕਰਨ ਤੋਂ ਕਿਸਾਨੀ ਮੋਰਚੇ ਵੱਲ, ਸਾਨੂੰ ਕਿਸੇ ਹੋਰ ਮੁੱਦੇ ਤੇ ਭਟਕਾਉਣ ਦੀ ਹਰ ਬੰਦਾ ਕੋਸ਼ਿਸ਼ ਕਰ ਰਿਹਾ ਵੀ ਇਸ ਮੁੱਦੇ ਨੂੰ ਨਵਾਂ ਕੋਈ ਰੂਪ ਦੇ ਕੇ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਏ, ਜੋ ਕਿ ਆਪਾਂ ਨਹੀਂ ਚਾਹੁੰਦੇ। ਆਓ ਸਾਰੇ ਰਲ ਮਿਲ ਕੇ ਇਸ ਰੱਥ ਦੇ ਵਿੱਚ ਸਵਾਰ ਹੋਈਏ। ਇਹ ਕਿਸੇ ਧਰਮ ਦੀ, ਕਿਸੇ ਉਹਦੀ ਉਹ ਲੜਾਈ ਨਹੀਂ ਹੈਗੀ ਜੀ, ਇਹ ਸਾਰਿਆਂ ਦੀ ਇੱਕ ਪ੍ਰੋਟੈਸਟ ਆ। ਇਹਨੂੰ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਨੂੰ ਅੱਗੇ ਵਧਾਉਣਾ ਆਪਾਂ। ਧੰਨਵਾਦ ਥਾਪਰ ਜੀ, ਥੈਂਕ ਯੂ ਗਿੱਲ ਸਾਹਿਬ, ਥੈਂਕਸ ਅ ਲੋਟ। ਦੀਪਕ ਥਾਪਰ ਜੀ ਟੋਰਾਂਟੋ ਤੋਂ ਨੇ।
ਇਹ ਆਪਣਾ ਆਪਣਾ ਤਰੀਕਾ ਹੈ। ਸਰਦਾਰ ਸਵਰਨ ਸਿੰਘ ਚਾਹਲ ਜੀ, ਲਾਈਨ ਨੰਬਰ 5। ਗਿੱਲ ਸਾਹਿਬ ਜੀ ਸਤਿ ਸ੍ਰੀ ਸਤਿ ਸ਼੍ਰੀ ਅਕਾਲ ਚਾਹਲ ਸਾਹਿਬ। ਕੀ ਹਾਲ ਚਾਲ ਹੈ ਜੀ? ਬਹੁਤ ਸ਼ੁਕਰ ਜੀ, ਤੁਸੀਂ ਦੱਸੋ। ਗਿੱਲ ਸਾਹਿਬ, ਮੈਂ ਇੱਕ ਪਤਾ ਕਰਨਾ ਚਾਹੁੰਦਾ ਸੀਗਾ ਵੀ ਜਿਹੜਾ ਆਪਣੇ ਉੱਥੇ ਦਿੱਲੀ ਬਾਰਡਰ ਆ ਨਾ, ਜਿਹੜਾ ਸਿੰਘੂ ਬਾਰਡਰ ਆ, ਉਹਦੇ ਟੀਡੀ ਮਾਲ ਦੇ ਲਾਗੇ ਇੱਕ NRI ਟੈਂਟ ਸਿਟੀ ਬਣੀ ਆ, ਤੇ ਮੈਂ ਉਹ ਪਤਾ ਕਰਨਾ ਚਾਹੁੰਦਾ ਵੀ ਜਿਹੜਾ ਆਪਣਾ ਬੰਦਾ ਹੋਵੇ ਉੱਥੇ ਕੋਈ ਕਵਰ ਕਰਕੇ ਆ ਕੇ ਦੱਸੇ ਵੀ ਉਹ ਕੰਮ ਜਿਹੜਾ ਕਰਦੇ ਤੇ ਕੀ ਕਮੀ ਆ। ਜੀ ਬਿਲਕੁਲ, ਡਿਊਟੀ ਲਾ ਦਿੰਦੇ ਆ ਜੀ ਪੱਤੀ ਉਹਨਾਂ ਦੀ, ਮੈਂ ਭੇਜੂੰਗਾ ਜੀ। ਜਾਂ ਉਹਨਾਂ ਨੇ ਹੁਣ 22-23 ਨੂੰ ਜਾਣਾ, ਹੁਣ ਪਿੰਡ ਨੇ, ਬਿਲਕੁਲ ਭੇਜਾਂਗੇ ਜੀ, ਕਿਉਂਕਿ ਮੈਂ ਉਹਦੇ ਨਾਲ ਰਿਲੇਟਡ ਆ। ਜੀ ਜੀ, ਉਹ NRI ਵੈਲਫੇਅਰ ਸੁਸਾਇਟੀ ਆ ਉਹਦਾ ਨਾਂ। ਅੱਛਾ ਜੀ, ਟੈਂਟ ਸਿਟੀ ਬਣੀ ਆ। ਬਿਲਕੁਲ ਠੀਕ ਹੈ। ਥੈਂਕ ਯੂ ਚਾਹਲ ਸਾਹਿਬ। ਹਰਜੀਤ ਸਿੰਘ ਕਾਲੇ ਜੀ, ਲਾਈਨ ਨੰਬਰ 6। ਹੈਲੋ, ਸਤਿ ਸ਼੍ਰੀ ਅਕਾਲ ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ ਵੀਰ ਜੀ। ਹਰਜੀਤ ਸਿੰਘ ਜੀ, ਦੇਖੋ ਜਿਹੜਾ ਆਪਣੇ ਆਏ ਸੀ ਆਪਣੇ ਵੇਰਕਾ ਸਾਹਿਬ, ਉਹ ਸਾਰੀ ਗੱਲ ਕਲੀਅਰ ਕਰ ਗਏ। ਆਪਾਂ ਫਰਾਈਡੇ ਵੀ ਇਹ ਤੇ ਥੋੜੀ ਜਿਹੀ ਗੱਲ ਕੀਤੀ ਸੀ। ਬਿਲਕੁਲ, ਦੇਖੋ ਹਾਂਜੀ, ਜਿਹੜੀ ਗੱਲ ਦਾ ਪੰਜਾਬ ਦੇ ਦੇਖੋ ਕੋਈ ਪੈਰ ਸਰੀ ਹੈ ਨਹੀਂ, ਕੋਈ ਉਹਦੀ ਨੀਂਹ ਹੈ ਨਹੀਂ, ਉਸ ਗੱਲ ਨੂੰ ਐਵੇਂ ਉਭਾਰੀ ਜਾਣਾ, ਉਹ ਲੋਕਾਂ ਨੂੰ ਉਹ ਗੁੰਮਰਾਹ ਕਰੀ ਜਾਣਾ, ਬਿਲਕੁਲ ਗਲਤ ਗੱਲ ਆ। ਮੈਂ ਤਾਂ ਕਹਿੰਦਾ ਜਦੋਂ ਇੱਥੇ ਤੁਹਾਡੇ ਮੀਡੀਆ ਤੇ ਵੀ ਉਹਨਾਂ ਨੇ ਮਤਲਬ ਬਹੁਤ ਮੋਢੇ ਤੇ ਧਰ ਕੇ ਵਰਤਦੇ ਨੇ, ਉੱਥੇ ਵੀ ਇਹਨਾਂ ਨੂੰ ਮਤਲਬ ਥੋੜਾ ਜਿਹਾ ਨੰਗੇ ਚਿੱਟੇ ਕੀਤਾ ਵੀ ਤੁਸੀਂ ਹੈ ਕੀ ਉਹ ਤੁਹਾਡਾ ਅੱਗਾ ਪਿੱਛਾ ਦੇਖਣਾ ਚਾਹੀਦਾ। ਦੂਜੀ ਗੱਲ, ਜਿਹੜਾ ਕਿਸਾਨ ਸੰਘਰਸ਼ ਆ, ਬਿਲਕੁਲ ਕਿਸਾਨਾਂ ਦਾ ਸੰਘਰਸ਼ ਆ, ਉਹਨੂੰ ਹੋਰ ਪਾਸੇ ਨਹੀਂ ਮੋੜਨ ਦੇਣਾ ਚਾਹੀਦਾ। ਤੇ ਇੱਕ ਤੁਸੀਂ ਹੋਰ ਗੱਲ ਕੀਤੀ ਵੀ ਜਿਹੜਾ ਨੂਣ ਲੱਗ ਜਾਂਦਾ, ਮੈਂ ਉਹ ਵੀ ਗੱਲ ਕਰਨੀ ਚਾਹੁੰਦਾ। ਇੱਥੇ ਰੈਲੀ ਜਿਹੜੀ ਹੈ ਨਾ, ਇੱਕ ਹੁਣ ਹੋਰ ਕੱਢਣ ਲੱਗ ਗਏ ਸੀ, ਉਹ ਮਤਲਬ ਬੰਦ ਕਰ ਦਿੱਤੀ ਆ। ਦੇਖੋ ਇੱਥੇ ਕਿੰਨੀਆਂ ਰੈਲੀਆਂ ਕੱਢ ਚੁੱਕੇ ਆ, 1000 ਕਾਰ, ਉੱਥੇ 5000 ਬੰਦਾ ਜੀ। ਅੰਬੈਸੀ ਦੱਸੋ, ਅੰਬੈਸੀ ਇੰਨੀ ਕਿੰਨੀ ਕੁ ਫਰਾਕ ਦੇ ਲਾ ਜਿਹੜੀ ਵੀ ਇੱਥੇ ਉਹ ਸਾਡੀਆਂ ਰੈਲੀਆਂ ਦੇਖ ਕੇ ਤੇ ਉੱਥੇ ਮੁੜ ਜੂਗੀ, ਤੇ ਉੱਥੇ 100 ਬੰਦਾ ਮਰ ਗਿਆ, ਨਾਲੇ ਇੰਨੇ ਬੰਦੇ ਬੈਠੇ ਆ, ਉਹਨਾਂ ਦੀ ਨਹੀਂ ਕੋਈ ਸੁਣ ਰਹੀ। ਮੈਂ ਤਾਂ ਕਹਿੰਦਾ ਉੱਥੇ ਆਪਾਂ ਪਿੱਟਦੇ ਆ ਨਾ ਗੋਦੀ ਮੀਡੀਆ, ਉੱਥੇ ਤਾਂ ਆਪਣਾ ਬੱਸ ਨਹੀਂ ਚੱਲਦਾ। ਇੱਥੇ ਮਤਲਬ ਕਿ ਜਿੱਥੇ ਬੱਸ ਚੱਲਦਾ ਉੱਥੇ ਤਾਂ ਰੋਕ ਲਓ। ਬਿਲਕੁਲ ਹਾਂਜੀ, ਜਿਹੜਾ ਇੱਥੇ ਰੈਲੀਆਂ ਕੱਢਦੇ ਆ ਨਾ, ਇਹ ਥੋੜਾ ਜਿਹਾ ਇੱਥੇ ਜਿਹੜਾ ਮਤਲਬ ਸਾਡਾ ਗੁੰਮਰਾਹਕੁਨ ਪ੍ਰਚਾਰ ਹੋਇਆ, ਸਰਕਾਰੀ ਪੱਖ ਨੂੰ ਵਧੀਆ ਤਰੀਕੇ ਨਾਲ ਬਣਾ ਕੇ ਪੇਸ਼ ਕੀਤਾ ਹੈ। ਕਿਸਾਨਾਂ ਦੀ ਹਰ ਮਾੜੀ ਗੱਲ ਨੂੰ ਉਹਨੂੰ ਗੋਲ ਮੋਲ ਤਰੀਕੇ ਨਾਲ ਉਹਨੂੰ ਬੜੀ ਵੱਡੀ ਬਣਾ ਕੇ ਪੇਸ਼ ਕੀਤਾ ਹੈ। ਇਹਦੇ ਵੱਲ ਹੀ ਧਿਆਨ ਦੇ ਲਓ, ਇਹੀ ਬਹੁਤ ਵੱਡੀ ਗੱਲ ਹੋਊਗੀ। ਕਿਉਂਕਿ ਆਪਾਂ ਦੇਖਦੇ ਆ ਨਾ, ਮੈਂ ਤਾਂ ਇੱਕ ਗੱਲ ਹੋਰ ਦੇਖੀ ਆ ਵੀ ਅੱਜ ਸੰਘਰਸ਼ ਚੱਲਿਆ ਵੀ ਕੁਝ ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਕਈਆਂ ਨੂੰ ਮਾਈਕ ਮਿਲੇ ਹੋਇਆ, ਉਹਨਾਂ ਦੇ ਵਿੱਚ ਪੰਜਾਬ ਪ੍ਰਤੀ, ਸਿੱਖਾਂ ਪ੍ਰਤੀ, ਭਾਈਚਾਰੇ ਪ੍ਰਤੀ ਇੰਨੀ ਜ਼ਹਿਰ ਤੇ ਨਫ਼ਰਤ ਆ। ਹੁਣ ਕਿਸਾਨੀ ਸੰਘਰਸ਼ ਦੇ ਬਾਰੇ ਪਤਾ ਚੱਲਿਆ, ਕਿਉਂਕਿ ਦੇਖਿਆ ਵੀ ਕਿੰਨੇ ਇੱਥੇ ਅਸੀਂ ਆਵਾਜ਼ਾਂ ਸੁਣਦੇ ਸੀ ਜਿਹੜੇ ਮਤਲਬ BJP ਨੂੰ ਸਪੋਰਟ ਕਰਦੇ ਸੀ, ਅਕਾਲੀ ਦਲ ਨੂੰ ਸਪੋਰਟ ਕਰਦੇ ਸੀ, ਉਹਨਾਂ ਦੇ ਦਿਲ ਵੀ ਪਿਘਲ ਗਏ ਵੀ ਨਹੀਂ ਅਸੀਂ ਮਤਲਬ ਐਡਾ ਵੱਡਾ ਧੱਕਾ ਨਹੀਂ ਹੋਣ ਦੇਣਾ। ਉਹਨਾਂ ਦੇ ਵੀ ਮਨ ਬਦਲ ਗਏ। ਇਹਨਾਂ ਦੀ ਬਹੁਤ ਵੱਡੀ ਮਿਸਾਲ ਆ ਰਾਜਸਥਾਨੀ ਸਾਹਿਬ ਹੈ ਨਾ। ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੀਆਂ ਰੈਲੀਆਂ ਕੱਢਦੀਆਂ ਇਹਦਾ ਕੋਈ ਫਾਇਦਾ ਨਹੀਂ। ਜਿਹੜਾ ਇਹੋ ਜਿਹਾ ਕਰਨ ਵਾਲਾ ਕੰਮ ਆ ਉਹ ਕਰੋ, ਜਿਹੜਾ ਮਤਲਬ ਇਹੋ ਜਿਹੇ ਕਈਆਂ ਨੂੰ ਮਾਈਕ ਮਿਲੇ ਆ ਉਹਨਾਂ ਨੂੰ ਮਤਲਬ ਹਰ ਵਕਤ ਤੋਂ ਜ਼ਹਿਰ ਉਗਲਦੇ ਆ, ਗੋਲ ਮੋਲ ਤਰੀਕੇ ਨਾਲ, ਸਿੱਧੇ ਤਰੀਕੇ ਨਾਲ ਤਾਂ ਕਹਿ ਨਹੀਂ ਹੁੰਦਾ, ਨਾਲੇ ਡਰਦੇ ਵੀ ਆ। ਇਹੋ ਜਿਹਾ ਮਤਲਬ ਪਤਾ ਨਹੀਂ ਉਹਨਾਂ ਦੇ ਰਵੇ ਦੇ ਵਿੱਚ ਹੀ ਆ, ਉਹ ਹਟ ਨਹੀਂ ਸਕਦੇ, ਉਹਨਾਂ ਨੇ ਜ਼ਹਿਰ ਉਗਲਣੀਆਂ। ਇਹ ਰੈਲੀਆਂ ਬੰਦ ਕਰਕੇ ਇੱਧਰ ਨੂੰ ਧਿਆਨ ਦੇਣਾ ਚਾਹੀਦਾ। ਇਹ ਮਤਲਬ ਜਿਹੜਾ ਗੋਲ ਮੋਲ ਤਰੀਕੇ ਨਾਲ ਹੋ ਰਿਹਾ। ਥੈਂਕ ਯੂ ਜੀ, ਧੰਨਵਾਦ ਜੀ। ਰੈਲੀ ਸ਼ੁਰੂ 'ਚ ਆਪਾਂ ਬਹੁਤ ਵੱਡੀ ਕੱਢਤੀ ਸੀ, ਸਾਰੇ ਅਸੀਂ ਨਾਲ ਗਏ, ਕਵਰ ਕੀਤਾ, ਨਾਲ ਪਰਿਵਾਰਾਂ ਦੇ ਸਾਰਾ ਟੱਬਰ ਗੱਡੀ 'ਚ ਬਿਠਾ ਕੇ ਨਾਲ ਆਪਾਂ ਸਾਰੇ ਲੋਕ ਲੈ ਕੇ ਗਏ, ਤੇ ਹੁਣ ਟਰੈਕਟਰ ਰੈਲੀ ਨਿਕਲੀ ਹੈ। ਬਸ ਠੀਕ ਹੈ, ਫਾਰਮਰਸ ਦਾ ਆਪਣਾ ਇੱਕ ਢੰਗ ਸੀ, 250 ਦੇ ਕਰੀਬ ਟਰੈਕਟਰ ਸੀ। ਪ੍ਰਿਤਪਾਲ ਸਿੰਘ ਹੋਣੀ ਆਪਣੇ, ਤੇ ਉਸ ਤੋਂ ਬਾਅਦ ਛੋਟਾ ਭਾਈ ਸਾਡਾ ਰਾਜਾ ਮੁੱਕਣ ਵਾਲੀ ਆ, ਸਾਰਿਆਂ ਨੇ ਆਰਗੇਨਾਈਜ਼ ਕਰਕੇ 250 ਟਰੈਕਟਰ ਸੀ। ਕਈਆਂ ਨੇ ਟਰੈਕਟਰ ਟ੍ਰੇਲਰ ਤੇ ਚੜਾਇਆ ਸੀ, ਕਈ ਚਲਾ ਕੇ ਲੈ ਗਏ, ਤੇ ਆਪਣਾ ਉਹਨਾਂ ਨੇ ਪ੍ਰਦਰਸ਼ਨ ਕੀਤਾ। ਤੇ ਕਿਤੇ ਉਹ ਰੋਕ ਵੀ ਦਿੰਦੀ ਆ, ਪੁਲਿਸ ਰੋਕ ਦਿੰਦੀ ਆ। ਉਹਦੇ 'ਚ ਤੁਸੀਂ ਇਹਦੇ 'ਤੇ ਆਪਾਂ ਨੂੰ ਕੋਈ ਗੁੱਸੇ ਹੋਣ ਦੀ ਵੀ ਨਹੀਂ ਲੋੜ। ਆਪਾਂ ਕਾਇਦਾ ਕਾਨੂੰਨ, ਜੇ ਕੋਈ ਦੇਸ਼ ਕਿਸੇ ਕਾਰਨ ਕੋਈ ਕਹਿੰਦਾ, ਕੋਈ ਪੁਲਿਸ ਕਹਿੰਦੀ ਹੈ, ਤੇ ਉਹਦੇ 'ਚ ਆਪਾਂ ਨੂੰ ਇਹ 'ਚ ਗੁੱਸੇ ਹੋਣ ਦੀ ਲੋੜ ਨਹੀਂ, ਕਿਉਂਕਿ ਬਹੁਤ ਕੱਢਤੀਆਂ ਰੈਲੀਆਂ ਆਪਾਂ। ਇਹਦੇ 'ਚ ਜੇ ਆਪਾਂ ਕਹੀਏ ਜਿਹੜੇ ਦੇਸ਼ 'ਚ ਆਪਾਂ ਰਹਿੰਦੇ ਆ, ਇਹਨਾਂ ਦੇ ਕਾਇਦੇ ਕਾਨੂੰਨ ਨੇ, ਕੋਈ ਚੀਜ਼ ਆਪਾਂ ਨੂੰ ਰੋਕਦੇ ਆ ਭਾਈਚਾਰੇ ਲਈ, ਹੋ ਸਕਦਾ ਉਹ ਚੰਗੀ ਹੋ ਜਾਵੇ ਆਪਣੇ ਲਈ। ਭਲਿੰਦਰਪਾਲ ਸਿੰਘ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 1। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਵੀ ਆਪਾਂ ਕਈ ਵਾਰੀ ਗੱਲ ਕੀਤੀ ਹੈ ਜੀ ਕਿ ਜੋਗਿੰਦਰ ਯਾਦਵ ਦਾ ਧਿਆਨ ਰੱਖਿਆ ਜਾਵੇ ਜੀ, ਇਹ ਖਰਾਬ ਕਰੂਗਾ ਆਪਾਂ ਨੂੰ। ਇਹ ਬਹੁਤ ਸਿਆਣਾ ਬੰਦਾ, ਜਿਹੜਾ ਸਿਆਣਾ ਬੰਦਾ ਹੌਲੀ ਹੌਲੀ ਚੱਲਦਾ ਹੁੰਦਾ, ਉਹਦੀ ਉਦਾਹਰਨਾਂ ਚ ਪੱਤੀ ਸਾਹਿਬ ਨੇ ਤੁਹਾਨੂੰ ਦੇ ਦਿੱਤੀ ਆ ਵੀ ਮੈਂ ਡਾਇਰੈਕਟ ਨਾ ਕਰਾਂ ਕਿਸੇ ਹੋਰ। ਚਲੋ ਜੋ ਵੀ ਗੱਲ ਹੋ ਗਈ ਨਾ, ਧਿਆਨ ਰੱਖੋ। ਦੂਜੀ ਗੱਲ ਹੈ ਜੀ, 2
ਵੀਕਐਂਡ ਦੇ ਉੱਤੇ ਏਡੀਆਂ ਵੱਡੀਆਂ ਮਤਲਬ ਮੇਰੀ ਆਪ ਦੀ ਖੁਦ ਦੀ ਜ਼ਿੰਦਗੀ ਨਾਲ ਗੱਲਾਂ ਹੋਈਆਂ ਕਿ ਮੈਂ ਸਮਝ ਲਓ ਵੀ ਮੈਂ ਨਹੀਂ ਚਾਹੁੰਦਾ ਵੀ ਕਿਸੇ ਵੀ ਢੰਗ ਨਾਲ ਇਹ ਆ ਸਾਡਾ ਸੰਘਰਸ਼ ਖਰਾਬ ਹੋਵੇ ਜਾਂ ਖਰਾਬ ਹੋ ਹੀ ਨਹੀਂ ਸਕਦਾ ਜੋ ਮੇਰੇ ਨਾਲ ਬੀਤੀਆਂ। ਪਹਿਲੀ ਗੱਲ ਕੱਲ ਹੋਈ, ਮੇਰੇ ਛੋਟੇ ਬੱਚੇ ਨੇ 10 ਸਾਲਾਂ ਦਾ ਵਾ, ਉਹ ਚਲੋ ਅਸੀਂ ਖਬਰਾਂ ਦੇਖ ਰਹੇ ਜਾਂ ਜੋ ਵੀ ਚੱਲਦਾ, ਉਹਨੇ ਬਹੁਤ ਪੋਜ਼ਿਟਿਵ ਢੰਗ ਨਾਲ ਮੈਨੂੰ ਪੁੱਛਿਆ, ਕਹਿੰਦਾ ਡੈਡੀ ਵੀ ਇਹ ਕਹੇ ਵੀ ਮੋਦੀ ਐ ਕਰ ਕਿਉਂ ਰਿਹਾ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਯਾਰ ਮੈਂ ਤਾਂ ਇਹਨੂੰ ਕਦੇ ਕਿਹਾ ਹੀ ਨਹੀਂ। ਚਲੋ ਮੈਂ ਜੋ ਟੀਵੀ 'ਚ ਦੇਖਦਾ ਜਾਂ ਸਾਡੇ ਘਰੇ ਡਿਸਕਸ਼ਨ ਚੱਲਦੀ ਆ, ਮੈਂ ਮਤਲਬ ਮੈਨੂੰ ਮੈਂ ਸੁਣ ਜਿਹਾ ਹੋ ਗਿਆ। ਮੈਂ ਕਿਹਾ ਯਾਰ ਹੱਦ ਹੋ ਗਈ ਵੀ ਇਹ ਵੀ ਮੈਨੂੰ ਪੁੱਛੀ ਜਾਂਦਾ ਵੀ ਮੋਦੀ ਐ ਕਿਉਂ ਕਰ ਰਿਹਾ। ਉਹਦੇ ਮੂੰਹ ਦੇ ਵਿੱਚੋਂ ਮੋਦੀ ਨਿਕਲਿਆ। ਤੇ ਦੂਜੀ ਗੱਲ ਮੈਂ ਕਹਿੰਦਾ ਵੀ ਇੱਕ ਬੰਦੇ ਦੇ ਲਾਲਚ ਹੁੰਦਾ ਜਾਂ ਤਮਾ ਹੁੰਦੀ ਆ ਜਾਂ ਇੱਕ ਬੰਦੇ ਦਾ ਟੀਚਾ ਹੁੰਦਾ ਵੀ ਮੈਨੂੰ ਆਹ ਮਿਲ ਜੇ ਆਹ ਮਿਲ ਜੇ ਆਹ ਮਿਲ ਜੇ। ਮੈਂ ਵੀਕਐਂਡ ਤੇ ਫੋਨ ਕੀਤਾ ਘਰੇ ਤੇ ਮੈਂ ਆਪਦੀ ਮਦਰ ਨੂੰ ਫੋਨ ਕੀਤਾ, ਮੈਂ ਕਿਹਾ ਵੀ ਹਾਲ ਚਾਲ ਪੁੱਛਣ ਨੂੰ ਕਿਵੇਂ ਆ। ਹੁਣ ਅਕਸਰ ਮੇਰੀ ਮਾਂ ਮੈਨੂੰ ਟੋਕਦੀ ਹੁੰਦੀ ਸੀ ਕਾਲੇ ਦੇ ਟਾਈਮਾਂ 'ਚ ਕਿਤੇ ਸਟ੍ਰਾਈਕ 'ਚ ਨਹੀਂ ਜਾਣਾ, ਆਹ ਧਰਨੇ 'ਚ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਮੋਹਰੀ ਨਹੀਂ ਬਣਨਾ, ਗਾਲਾਂ ਪੈਂਦੀਆਂ ਹੁੰਦੀਆਂ ਸੀ ਰੋਜ਼। ਮੈਂ ਇਹ ਕਿ ਮੈਨੂੰ ਐਂ ਲੱਗਿਆ ਵੀ ਜ਼ਿੰਦਗੀ ਮੇਰੀ ਐਨ ਸਫਲ ਹੋ ਗਿਆ। ਵੀ ਮੇਰੀ ਮਾਂ ਨੂੰ ਮੈਂ ਕਿਹਾ ਵੀ ਆਹ ਰੌਲਾ ਜਿਹਾ ਬੜਾ ਪੈਂਦਾ ਕਿੱਥੇ ਹੋ, ਕਹਿੰਦੇ ਅਸੀਂ ਤਾਂ ਦਿੱਲੀ ਬੈਠੇ ਆ। ਮੈਂ ਕਿਹਾ ਯਾਰ ਹੱਦ ਹੋ ਗਈ। ਮੈਂ ਕਿਹਾ ਵੀ ਮੈਂ ਮਤਲਬ ਮੈਨੂੰ ਐਂ ਹੋਇਆ ਵੀ ਜਿਵੇਂ ਸਾਰਾ ਕੁਝ ਹੀ ਮਿਲ ਗਿਆ, ਮੈਨੂੰ ਸਾਰਾ ਕੁਝ ਹੀ ਪੂਰਾ ਹੋ ਗਿਆ। ਵੀ ਜਦ ਮੇਰੀ ਮਾਂ ਨੇ ਮੈਨੂੰ ਇੰਨੀ ਗੱਲ ਆਖੀ, ਕਹਿੰਦੀ ਅਸੀਂ ਤਾਂ ਪਿੰਡੋਂ ਜੱਥਾ ਬਣਾ ਕੇ ਤਾਂ ਦਿੱਲੀ ਬੈਠੇ ਆ। ਮਤਲਬ ਮੈਨੂੰ ਨਹੀਂ ਲੱਗਦਾ ਵੀ ਇਹ ਜਦ ਤੁਹਾਡੀਆਂ ਮਾਵਾਂ ਨਾਲ ਨੇ ਤੁਹਾਨੂੰ ਬਿਨਾਂ ਕਹੇ ਤੋਂ ਤੁਹਾਨੂੰ ਇੱਕ ਟਾਈਮ ਉਹ ਸੀਗਾ ਸਾਨੂੰ ਰੋਕਦੀਆਂ ਸੀ ਕਾਲਜ ਟਾਈਮ, ਕਿਉਂਕਿ ਉਹਨਾਂ ਨੂੰ ਫਿਕਰ ਹੁੰਦਾ ਕਿ ਸਾਡੇ ਜਵਾਕ ਨੂੰ ਨਾ ਕੁਝ ਹੋ ਜਾਵੇ। ਤਾਂ ਜੋ ਸਾਡੀ ਮਾਂ ਉੱਥੇ ਮੇਰੀ ਬੈਠੀ ਆ ਤਾਂ ਹੋਰਾਂ ਦੀਆਂ ਵੀ ਮਾਵਾਂ ਉੱਥੇ ਪਿਓ ਬੈਠਿਆ, ਕਿਸੇ ਦੇ ਮਾਂ ਬੈਠਿਆ, ਭਰਾ ਬੈਠਿਆ। ਨਹੀਂ ਹੋ ਸਕਦਾ ਜੀ ਜਦ ਇੰਨੀਆਂ ਦੁਆਵਾਂ ਹੋਣ ਨਾਲ ਆਪਾਂ ਚੜ੍ਹਦੀ ਕਲਾ 'ਚ ਹੀ ਰਹਿਣਾ। ਧੰਨਵਾਦ ਜੀ। ਪੌਲ ਜੀ ਲਾਈਨ ਨੰਬਰ 3। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਕਹਿਣਾ ਚਾਹੁੰਦਾ ਜਿਹੜਾ ਆਪਾਂ ਕਹਿੰਦੇ ਖਾਲਿਸਤਾਨ ਦੀ ਆਪਣੇ ਇਹ ਜ਼ਿਆਦਾ ਮੈਂ ਕਿਹਾ ਕਮਿਊਨਿਸਟ ਉਠਾਉਂਦੇ ਹੈਗੇ ਗੱਲ। ਇਹ ਤੁਸੀਂ ਇਹਨੂੰ ਖਾਲਿਸਤਾਨ ਨੂੰ ਤੁਸੀਂ ਉਹਨੂੰ ਜਿੱਦਾਂ ਮਰਜ਼ੀ ਡਿਸਕ੍ਰਾਈਬ ਕਰ ਸਕਦੇ ਰਾਈਟ। ਉਹ ਤੁਹਾਡੇ 'ਤੇ ਡਿਪੈਂਡ ਕਰਦਾ ਹੈਗਾ। ਬਾਕੀ ਜਦੋਂ ਜਦੋਂ ਰਿਲੀਜੀਅਸ ਸਾਡੇ ਰਿਲੀਜਨ ਨੂੰ ਅਟੈਕ ਕੀਤਾ ਉਦੋਂ ਵੀ ਸਾਨੂੰ ਇਹਨਾਂ ਨੇ ਟੈਰਰਿਸਟ ਕਿਹਾ ਜੀ, ਇਹਨਾਂ ਖਾਲਿਸਤਾਨੀ ਹੈਗੇ। ਮੁੜ ਕੇ ਸਾਡੇ ਸਮਾਜ ਦੇ ਉੱਤੇ ਖਾਪ ਚੇਤਾਂ ਦੇ ਉੱਤੇ ਕਿੰਨਾ ਆਪਣਾ ਬਾਲੀਵੁੱਡ ਤੋਂ ਲੈ ਕੇ ਕਿੰਨਾ ਉਹਨਾਂ ਨੂੰ ਡੀਗੇਜ ਤੇ ਡਿਸਮੈਂਟਲ ਕੀਤਾ ਗਿਆ ਰਾਈਟ। ਹੁਣ ਜੇ ਕੋਈ ਆਪਣੇ ਫਾਰਮਿੰਗ ਜਦੋਂ ਲੈਂਡ 'ਤੇ ਇਹਨਾਂ ਦੀ ਅੱਖ ਹੈਗੀ ਆ ਰਾਈਟ, ਉਸੇ ਜਿਹੜੀਆਂ ਕਰਪਟ ਫੋਰਸਾਂ ਦੀ। ਹੁਣ ਜੇ ਕੋਈ ਸਿੰਗਰ ਹੈਗਾ, ਜੇ ਉਹ ਫਾਰਮਰ ਦੀ ਸਪੋਰਟ ਦੀ ਗੱਲ ਕਰਦਾ ਉਹਨੂੰ ਟੈਰਰਿਸਟ ਬਣਾ ਦਿੰਦੇ। ਜਦੋਂ ਉਹਨਾਂ ਨੂੰ ਸਿੰਗਰਾਂ ਨੂੰ ਜੂਈ ਕਰਨਾ ਹੁੰਦਾ ਸਾਡਾ ਟੈਰਰਿਜ਼ਮ ਪੈਦਾ ਕਰਨ ਵਾਸਤੇ, ਫਿਰ ਉਹਨਾਂ ਨੂੰ ਸੈਲੇਬ੍ਰਿਟੀ ਬਣਾ ਦਿੰਦੇ। ਮੈਂ ਇਹੀ ਕਹਿਣਾ ਚਾਹੁੰਦਾ। ਧੰਨਵਾਦ ਜੀ, ਬਹੁਤ ਬਹੁਤ। ਸਰਦਾਰ ਕਸ਼ਮੀਰ ਸਿੰਘ ਜੀ ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਗਿਰਦੋ ਇਦਾਂ ਹੀ ਜਿਹੜੀਆਂ ਕੋਈ ਆਪਾਂ ਪੰਨੂ ਦੀ ਗੱਲ ਕਰਦੇ ਜੀ, ਪੰਨੂ ਗਿਲ ਸਾਹਿਬ ਇਹ ਜੋ ਮਰਜ਼ੀ ਕਹੀ ਜਾਣ ਇੱਥੇ, ਪਤਾ ਇਹਨਾਂ ਦਾ ਬੰਦੇ ਥੋੜੇ ਜਿਹੇ ਹੁੰਦੇ ਆ। ਆਪਾਂ ਇਹਨਾਂ ਨੂੰ ਲੈ ਕੇ ਨਾ ਚੱਲੀਏ ਵੀ ਇਹ ਖਾਲਿਸਤਾਨ ਦਾ ਜੀ। ਮੈਂ ਉਹਨਾਂ ਨੂੰ ਨਹੀਂ ਲੈ ਕੇ ਚੱਲਿਆ। ਮੈਂ ਤਾਂ ਇੱਕ ਸਵਾਲ ਪੁੱਛਿਆ ਵੀ ਉੱਥੇ ਝੰਡਾ ਚਲਾਉਣਾ ਉਹ ਇੱਕ ਵਕੀਲ ਤੋਂ ਪੁੱਛਿਆ ਵੀ ਉਹ ਕੀ ਕਰ ਸਕਦਾ। ਨਹੀਂ ਚਲੋ ਉਹਨੇ ਮੈਂ ਚਲੋ ਆਪਾਂ ਤਾਂ ਗੱਲ ਉਦਾਂ ਕੀਤੀ ਮੈਂ ਤੁਹਾਡੇ ਨਾਲ ਜੀ ਵੀ ਆਪਾਂ ਨੂੰ ਉੱਧਰ ਨੂੰ ਜਾਣਾ ਹੀ ਨਹੀਂ ਚਾਹੀਦਾ। ਜਿਹੜੀ ਗੱਲ ਕਰਦੇ ਆਪਾਂ ਤਾਂ ਸਾਡਾ ਤਾਂ ਜਿਹੜੀ ਗੱਲ ਉਹ ਤਾਂ ਸਾਡੀ ਗੱਲ ਹੈਗੀ ਵਾ। ਆਪਾਂ ਜਿਹੜੀ ਗੱਲ ਤੁਰੇ ਹੋ ਸਾਡਾ ਉਹ ਪੂਰੀ ਹੋਣੀ ਚਾਹੀਦੀ। ਅਸੀਂ ਵੀ ਸਵੇਰ ਤੋਂ ਦੁਕਾਨ ਥੋੜੀ ਇਹੀ ਸੋਚਦੇ ਆ ਜੀ। ਹਰ ਗੱਲ ਕਰਦੇ ਸਾਡਾ ਜਿਹੜਾ ਮਸਲਾ ਹੱਲ ਹੋਣਾ ਚਾਹੀਦਾ। ਬਿਲਕੁਲ ਠੀਕ ਹੋਣਾ ਚਾਹੀਦਾ। ਏਦਾਂ ਇੱਧਰ ਨੂੰ ਜਾਣਾ ਅਸੀਂ ਹੋਰ ਪਾਸੇ ਨਹੀਂ। ਸਾਡੀ ਸਵੇਰੇ ਤਕਾਲੀ ਅਰਦਾਸ ਵੀ ਇਹੀ ਆ ਵੀ ਅਸੀਂ ਸਾਡਾ ਮਸਲਾ ਹੱਲ ਹੋਵੇ ਜੀ। ਬਿਲਕੁਲ ਠੀਕ। ਇਸ ਕਰਕੇ ਆਪਾਂ ਕਿਸੇ ਨੂੰ ਇਹ ਕਹੀਏ ਹੁਣ ਜੇ ਰੇਡੀਓ ਹੋਸਟ ਵੀ ਵਿੱਚ ਹੈਗੀ ਤੁਹਾਡੀ ਮੈਂ ਗੱਲ ਨਹੀਂ ਕਰਦਾ, ਕਿਸੇ ਹੋਰ ਦੀ ਕਰਦਾ। ਕਈ ਉਹ ਲੈ ਕੇ ਉਹ ਗੱਲ ਆਉਂਦੀ ਆ, ਉਹਨਾਂ ਦੀ ਗੱਲ ਨਹੀਂ ਉਹ ਆ ਜਿਹੜੇ ਵੀ ਉਹਨਾਂ ਨੂੰ ਉਹੀ ਗੱਲ ਕਰਨੀ ਆ ਵੀ ਮੋਦੀ ਆਹ ਕਹਿੰਦਾ, ਮੋਦੀ ਨੇ ਆਹ ਕਹਿੰਦੀ, ਮੋਦੀ ਇਹ ਗੱਲ ਮੰਨਦਾ ਆ। ਇਹਦੇ ਕਰਕੇ ਇਹ ਕਈ ਲੋਕ ਜਿਹੜੇ ਮਾਨਸਿਕਤਾ ਤੇ ਸਿੱਖ ਅਜੇ ਵੀ ਆ ਨਾ ਗਿੱਲ ਸਾਹਿਬ, ਇਹਨਾਂ ਨੂੰ ਇਲਾਜ ਕਰਾਉਣਾ ਚਾਹੀਦਾ। ਹਸਪਤਾਲ ਬਹੁਤ ਖੁੱਲੇ ਉਹਦੇ ਕਰਕੇ ਨਾ ਇਹ ਕੰਮ ਕਰਨ, ਰੰਗ ਚ ਭੰਗ ਨਾ ਪਵੇ ਕੋਈ ਵੀ। ਜੇ ਗੱਲ ਚੱਲਦੀ ਉਹਨੂੰ ਇੱਕ ਦੋ ਤਾਂ ਵਕੀਲ ਵੀ ਸਾਡੇ ਨਾਲ ਆ ਗਏ, ਸਾਰੇ ਸਾਡੇ ਨਾਲ ਆ ਗਏ। ਅਸੀਂ ਫੇਰ ਕਿਤੋਂ ਝੂਠੇ ਆ? ਇਹ ਸਾਨੂੰ ਕਹੋ ਨਾ ਝੂਠੇ, ਅਸੀਂ ਝੂਠੇ ਨਹੀਂ ਗਏ। ਸਾਰੇ ਵਾਲੇ ਵਕੀਲ ਸਾਰੀ ਹਿੰਦੁਸਤਾਨ ਦੀ ਵਰਲਡ ਸਾਡੇ ਨਾਲ ਹੋਏ ਆ। ਤਾਂ ਕੁਝ ਜਿਹੜੇ ਕਾਲਰ ਵੀ ਹੈਗੇ ਨਾ ਵਿੱਚ, ਇਹਨਾਂ ਨੂੰ ਵੀ ਜਾ ਕੇ ਇਲਾਜ ਕਰਾ ਲਓ। ਜਾ ਕੇ ਇਲਾਜ ਡਾਕਟਰ ਬਹੁਤ ਡਿਪਰੈਸ਼ਨ ਦੀਆਂ ਗੋਲੀਆਂ ਜਾਂ ਦਵਾਈਆਂ ਮਿਲਦੀਆਂ ਉਹ ਜਾ ਕੇ ਖਾਓ ਤਾਂ ਫਿਰ ਜਾ ਕੇ ਕਾਲ ਕਰੋ ਤਾਂ ਵਿੱਚ ਹੀ ਹੌਸਲਾ ਆਪਣਾ ਇਲਾਜ ਕਰੋ। ਧੰਨਵਾਦ ਜੀ, ਥੈਂਕ ਯੂ। ਗੋਦੀ ਮੀਡੀਆ ਦਾ ਦਿੱਲੀ ਵਾਲੇ ਦਾ ਰੌਲਾ ਪੈਂਦਾ। ਗੋਦੀ ਮੀਡੀਆ ਦੀਆਂ ਗੱਲਾਂ ਜ਼ਿਆਦਾ ਇੱਥੇ ਚੱਲਦੀਆਂ ਨੇ, ਉਹ ਵੀ ਗੋਦੀ ਮੀਡੀਆ ਵਾਲੇ ਹੀ ਨੇ, ਉਹੀ ਲਾਈਨ ਦੇ ਵਿੱਚ ਨੇ। ਫਰਕ ਨਹੀਂ। ਤੁਸੀਂ ਆਪਣਾ ਕੌਨਸਨਟਰੇਟ ਕਰੋ ਜਿਹੜਾ ਆਪਣਾ ਕੰਮ ਚੱਲ ਰਿਹਾ ਉਹਦੇ ਬਾਅਦ ਬਸ ਚੜ੍ਹਦੀ ਕਲਾ 'ਚ ਰਹੋ।
ਮਕੱਲਮ ਪੀਜ਼ਾ। ਹੁਣ ਕਿਸੇ ਨੇ ਜਿਨ੍ਹਾਂ ਦੇ ਮੂੰਹ ਦੇ ਮੂਹਰੇ ਮਾਇਕ ਆ ਉਹਨੇ ਕੁਛ ਤਾਂ ਕਹਿਣਾ ਹੀ ਹੈ। ਹੁਣ ਕੁਛ ਕਰਨ ਨੂੰ ਹੈ ਨਹੀਂ, ਉਦਾਰਵਾਦੀ ਕੋਈ ਗੱਲ ਨਹੀਂ, ਕੋਈ ਟੌਪਿਕ ਨਹੀਂ, ਕੋਈ ਇਸ਼ੂ ਨਹੀਂ। ਉਹ ਕਹਿੰਦੇ ਕਿਹਨੂੰ ਤੋਰੀਏ? ਉਹ ਕਹਿੰਦੇ ਚੱਲ ਇਹਨੂੰ ਤੋਰ ਲਓ, 2 ਘੰਟੇ ਕੱਢੋ ਤਾਂ ਸਹੀ। ਬਾਅਦ ਘਾਟ ਹੋ ਜਾਂਦੀ ਹੈ, ਰਾਤ ਨੂੰ ਸਵੇਰੇ ਲੱਸੀ ਲੁੱਸੀ ਪੀਆ ਕਰੋ, ਸਾਜਰੇ ਉੱਠ ਕੇ 4 ਵਜੇ ਉੱਠਿਆ ਕਰੋ। ਟਾਂਡੀ ਜੀ, ਲਾਈਨ ਨੰਬਰ 6। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਮੈਂ ਤੁਹਾਨੂੰ ਇੱਕ ਸਵਾਲ ਕਰਨਾ ਵੀ ਜਿਹੜਾ ਹੁਣ ਇੱਥੇ ਰੈਲੀਆਂ ਹੋਈਆਂ ਸਾਰੀਆਂ, ਵੀ ਤੁਹਾਨੂੰ ਕੋਈ MP MLA ਆਪਣਾ ਮਿਲਿਆ ਕੈਨੇਡੀਅਨ? ਨਹੀਂ ਜੀ, ਮੈਨੂੰ ਤਾਂ ਨਹੀਂ ਕੋਈ ਮਿਲਿਆ, ਮੇਰੇ ਨੇੜੇ ਵੀ ਨਹੀਂ ਆਉਂਦੇ। ਨਹੀਂ, ਰੈਲੀਆਂ ਦੇ ਵਿੱਚ ਜਾਂ ਮੁਜ਼ਾਹਰਾ ਕਰਦੇ ਹੁਣ, ਕਿਉਂਕਿ ਟੂਡੋ ਨੇ ਤਾਂ ਬਿਆਨ ਦੇ ਦਿੱਤਾ ਸੀਗਾ ਵੀ ਇਹ ਗਲਤ ਕੰਮ ਮੋਦੀ ਕਰ ਰਿਹਾ ਤੇ ਉੱਤੇ ਐਲੀਗੇਸ਼ਨ ਵੀ ਲਾਏ ਇੰਡੀਆ ਨੇ। ਨਹੀਂ ਜੀ, ਮੈਨੂੰ ਨਹੀਂ ਕੋਈ ਮਿਲਿਆ। MP ਭਾਈਚਾਰੇ ਆਏ ਹੋਣਗੇ ਪਰ ਮੈਂ ਦੇਖਿਆ ਨਹੀਂ ਕੋਈ। ਦੇਖਿਆ ਨਹੀਂ ਜੀ। ਇਹ ਜਿੰਨੇ ਵੀ 12-14 ਆਪਾਂ ਬੜੇ ਖੁਸ਼ ਹੁੰਨੇ ਆ ਜਾ ਕੇ ਉੱਥੇ ਵੀ ਸਾਡੇ ਇੰਨੇ ਚੱਲ ਗਏ। ਤਾਂ ਉਦੋਂ ਇੰਡੀਆ ਦੇ ਵਿੱਚ ਵੀ ਬੜੀ ਗੱਲ ਉੱਡੀ ਸੀ ਵੀ ਇੰਨੇ ਤਾਂ ਇੰਡੀਆ ਦੇ ਪਾਰਲੀਮੈਂਟ 'ਚ ਨਹੀਂ ਹੋਣੇ ਜਿੰਨੇ ਕੈਨੇਡਾ ਦੀ ਪਾਰਲੀਮੈਂਟ 'ਚ ਬਹਿ ਗਏ ਜਾ ਕੇ, ਕਿ ਸਾਡੀਆਂ ਵੋਟਾਂ ਲੈ ਕੇ ਇਹ ਸਾਡਾ ਹਾਰਾ ਨਾਰਾ ਨਹੀਂ ਮਾਰ ਸਕਦੇ ਕਿਸਾਨਾਂ ਲਈ, ਕਿ ਮੋਦੀ ਦੇ ਪੱਖ 'ਚ ਤੁਲਣਾ ਵੀ ਸਾਨੂੰ ਖਰੇ ਉੱਥੇ ਦਾ ਵੀਜ਼ਾ ਨਹੀਂ ਮਿਲਣਾ ਤੇ ਉੱਥੇ ਦਾ ਖਰੇ ਜਿੱਦਾਂ ਕਹਿ ਲਓ ਗੱਡੀਆਂ ਨਹੀਂ ਮਿਲਣੀਆਂ, ਜਿੱਦਾਂ ਕਹਿ ਲਓ ਜਾ ਕੇ ਲਾਲ ਬੱਤੀ ਵਾਲੀ ਵੀ ਆਪਾਂ ਹਮੇਸ਼ਾ ਹੀ ਗੱਲਾਂ ਕਰਦੇ ਹੁੰਦੇ ਆ। ਉਹਦੀ ਖਾਤਰ ਤਾਂ ਨਹੀਂ ਇਹ ਸਾਰਾ ਕੁਝ ਹੋ ਰਿਹਾ। ਕਿਸੇ ਦਾ ਜੇ ਸੁਣਦਾ ਹੋਵੇ ਕੋਈ MP ML ਅਜੇ ਵੀ ਬਿਆਨ ਦੇ ਦੇਵੇ, ਨਹੀਂ ਉਹਦੇ ਲਈ ਤਾਂ MP ਬਣਦੇ ਆ ਟਾਂਡੀ ਜੀ, ਉਹ ਬੱਤੀਆਂ ਲਈ ਤਾਂ MP ਬਣਦੇ ਆ। ਤੁਸੀਂ ਕਿਉਂ ਤੰਗ ਕਰਦੇ ਹੋ ਉਹਨਾਂ ਨੂੰ ਵਿਚਾਰਿਆਂ ਨੂੰ? ਦੇਖੋ ਜੀ, ਮੈਂ ਇਹ ਗੱਲ ਹੀ ਕਹਿਣਾ ਚਾਹੁੰਦਾ ਵੀ ਤੁਹਾਡੇ ਥਰੂ ਜੇ ਕੋਈ ਸੁਣਦਾ ਹੋਵੇ ਅਜੇ ਵੀ ਮੌਕਾ ਆ, ਆਪਾਂ ਫਿਰ ਵੋਟਾਂ ਨਾ ਪਾਈਏ ਇਹਨਾਂ ਨੂੰ ਗਾ। ਇਹ ਬਹੁਤ ਵੱਡੀ ਗੱਲ ਆ। ਸਾਡੀ ਪ੍ਰਾਪਰਟੀਆਂ ਉੱਥੇ ਜਿਹੜੀਆਂ ਜ਼ਬਤ ਹੋਣ ਰਹੀਆਂ ਆ, ਸਾਰੇ ਲੋਕ ਇੱਕ ਪਾਸੇ ਹੋਏ ਹੋ ਆ। ਕੋਈ ਜਿੱਦਾਂ ਕੋਈ ਹਾਰਾ ਨਾਰਾ ਬਾਹਰਲੇ ਗੋਰੇ ਮਾਰਨ ਡਏ ਹੋ ਆ ਤੇ ਗੋਰੇ MP ਵਾਲੇ ਕਹਿ ਦਊਗਾ ਵੀ ਆਹ ਬਹੁਤ ਗਲਤ ਕੰਮ ਹੋਇਆ, ਤੇ ਸਾਡੇ MP ਵੀ ਜਿੱਦਾਂ ਸੌਂ ਹੀ ਗਏ ਹੋ ਆ ਨਾ, ਜਿਹੜੇ ਰੈਲੀਆਂ ਵਾਲੇ ਕਰ ਰਹੇ। ਤੇ ਦੂਜਾ, ਮੈਂ ਐਕਟਰਾਂ ਦੀ ਗੱਲ ਕਰਨਾ ਵੀ ਸਾਡੇ ਗਾਇਕਾਂ ਨੇ ਚਲੋ ਵਧੀਆ ਕੰਮ ਕੀਤਾ ਜਿੱਦਾਂ ਦੇ ਵੀ ਮਰਜ਼ੀ ਆ। ਜਦੋਂ ਆਪਾਂ ਇੱਥੇ ਸ਼ੋਅ ਹੁੰਦੇ ਆ, ਆਪਾਂ ਇੱਥੇ ਸ਼ੋਅ ਦੇਖਣ ਜਾਂਦੇ, ਅਕਸ਼ੇ ਕੁਮਾਰ, ਸਲਮਾਨ ਖਾਨ ਜਾਂ ਹੋਰ ਐਕਟਰ ਉੱਥੇ ਮੇਰੇ ਤੋਂ ਨਾਂ ਨਹੀਂ ਲੈ ਆ ਰਿਹਾ, ਇਹਨਾਂ ਦਾ ਵੀ ਬਾਈਕਾਟ ਕਰੋ। ਇਹ ਨਹੀਂ ਕੋਈ ਸਨੀ ਦਿਓਲ, ਇਹਨਾਂ ਦਾ ਬਾਈ ਜਦੋਂ ਵੀ ਇੱਥੇ ਆਉਣ ਇਹ ਮਸਲਾ ਮੁੱਕ ਜਾਣਾ, ਸਾਰਾ ਕੁਝ ਹੋ ਜਾਣਾ। ਇਹਨਾਂ ਦੀਆਂ ਵੀ ਸ਼ੋਅ ਇਹਨਾਂ ਦਾ ਬਾਈਕਾਟ ਕਰੋ ਸਾਰੇ ਲੋਕ। ਵੀ ਇਹਨਾਂ ਨੇ ਦਾ ਵੀ ਕੋਈ ਬਿਆਨ ਨਹੀਂ ਆਇਆ ਐਕਟਰਾਂ ਦਾ ਜਿਹੜੇ ਸੀਗੇ। ਤੇ ਬਾਕੀ ਜਿਹੜੀ ਇੱਥੇ ਰੈਲੀ ਹੋ ਰਹੀ ਆ, ਤੇ ਸਾਨੂੰ ਇਹਨਾਂ ਰੈਲੀਆਂ ਤੋਂ ਹੁਣ ਬਚਣਾ ਚਾਹੀਦਾ। ਦੋਵਾਂ ਗਰੁੱਪਾਂ ਦੇ ਵਿੱਚ ਕਹਿੰਦੇ ਲੜਾਈ ਹੁੰਦੀ ਜਿੱਦਾਂ ਵੀ ਮੈਂ ਨਾਂ ਨਹੀਂ ਲੈਣਾ, ਵੀ ਉਹ ਮਸੀਂ ਬਚਿਆ ਉਹ ਕੰਮ। ਤੇ ਏਦਾਂ ਨਾ ਕਰੀਏ ਇੱਕ ਦੂਜੇ ਦੇ ਨਾਲ, ਜਿੱਦਾਂ ਬਈ ਇਹ ਜਿੱਦਾਂ ਫੇਸਬੁੱਕੀਏ ਮੈਂ ਤਾਂ ਕਹੂੰਗਾ ਉਹਨਾਂ ਨੂੰ, ਜਿੱਦਾਂ ਬਈ ਵਿਊ ਲੈਣ ਵਾਸਤੇ ਉਹ ਰੈਲੀ ਇੱਕ ਜਣਾ ਫੋਨ ਕਰ ਦਿੰਦਾ ਸਾਰਿਆਂ ਨੂੰ, ਤੇ ਉਹ ਫਿਰ ਸੋਸ਼ਲ ਮੀਡੀਆ ਤੇ ਮੂਵੀ ਵਾਇਰਲ ਕਰਨੀ ਆ ਜਾਂ ਕੁਛ ਕਰਨਾ। ਇਹਦਾ ਕੋਈ ਫਾਇਦਾ ਨਹੀਂ ਹੁੰਦਾ। ਜਿੱਦਾਂ ਥਾਂ ਤੇ ਸੜਕਾਂ ਰੋਕਣ ਦਾ, ਥਾਂ ਤੇ ਮੂਵੀਆਂ ਬਣਾ ਲੈਣੀਆਂ ਆਪਣੀ, ਉਹ ਵਾਇਰਲ ਕਰਾ ਕੇ ਪੈਸੇ ਵੀ ਕਈ ਬਣਾ ਰਹੇ ਇਹ ਤੋਂ, ਕਿਸਾਨ ਅੰਦੋਲਨ ਤੋਂ। ਤੇ ਸਾਨੂੰ ਏਦਾਂ ਨਹੀਂ ਚਾਹੀਦਾ। ਜੇ ਹੁਣ ਇੱਕੋ ਵਾਰੀ ਜੇ ਕੱਢਣੀ ਆ ਤੁਸੀਂ ਤਾਂ ਇੱਕੋ ਵਾਰੀ ਕੱਢੋ, ਤਾਂ ਬਾਕੀ ਕਿਸਾਨਾਂ ਨੂੰ ਵੀ ਨਹੀਂ ਚਾਹੀਦਾ ਬਾਰ-ਬਾਰ ਮੀਟਿੰਗਾਂ ਕਰੀ ਜਾਂਦੇ ਆ, ਉਹਦੇ ਨਾਲ ਕੰਮ ਖਰਾਬ ਹੋ ਜਾਂਦਾ। ਹੁਣ 26 ਜਨਵਰੀ ਦਾ ਹੋ ਗਿਆ ਜੋ ਹੋ ਗਿਆ, ਉਹ ਕਰ ਲਿਆ। ਉਸ ਤੋਂ ਬਾਅਦ ਮੇਰਾ ਨਹੀਂ ਖਿਆਲ 'ਚ ਵੀ ਕੋਈ ਗੱਲਬਾਤ ਕਰਨ ਜਾਣ ਤੁਸੀਂ। ਉਹ ਮਸਲੇ ਨੂੰ ਸਰਕਾਰਾਂ ਠੰਡਾ ਏਦਾਂ ਹੀ ਕਰਦੀਆਂ ਹੁੰਦੀਆਂ। ਇੰਨੀਆਂ ਮੀਟਿੰਗਾਂ ਹੋ ਗਈਆਂ, ਕੱਢਣ ਪਾਉਣ ਨੂੰ ਕੁਛ ਨਹੀਂ ਮਿਲਿਆ। ਤੇ ਸਮਾਂ ਜੇ ਅਜੇ ਵੀ ਉਤਸ਼ਾਹ ਹੈਗਾ ਬਹੁਤ ਜ਼ਿਆਦਾ, ਤੇ ਅਜੇ ਵੀ ਕਿਸਾਨ ਸੰਭਲ ਜਾਣ। ਕਿਸਾਨ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਚਾਹੀਦਾ ਵੀ ਬਾਰ-ਬਾਰ ਨਾ ਮੀਟਿੰਗਾਂ ਕਰਨ। ਬਾਕੀ ਇੱਥੇ ਦਿਆਂ ਨੂੰ ਵੀ ਇਹੀ ਮੈਂ ਕਹਿੰਦਾ ਵੀ ਆਪਸ ਵਿੱਚ ਭਿੜੋ ਨਾ, ਤੇ ਇਹਦੇ ਬਿਨਾਂ ਬਦਨਾਮੀ ਹੁੰਦੀ ਆ ਸਾਰੀ ਦੀ। ਜਿੱਦਾਂ ਕਹ ਲਓ, ਮੈਂ ਉਹਨਾਂ ਨੂੰ ਵੀ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਤੇ ਉਹ ਕਹਿਣ ਦਾ ਕਿ ਇਹਨਾਂ ਨੂੰ ਵੀ ਚਾਹੀਦਾ ਵੀ ਨਾ ਕੱਢਣ ਅਜੇ ਰੈਲੀਆਂ ਬਾਰ-ਬਾਰ। ਇਹ ਚੰਗਾ ਨਹੀਂ ਰੋਜ਼ ਦਾ ਕੰਮ। ਤੇ ਇਹ ਮੇਰੇ ਵਿਚਾਰ। ਧੰਨਵਾਦ ਜੀ, ਧੰਨਵਾਦ। ਤੂਰ ਸਾਹਿਬ, ਲਾਈਨ ਨੰਬਰ 1। ਹਾਂਜੀ ਗੱਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਗੱਲ ਸਾਹਿਬ, ਪਹਿਲਾਂ ਜਦੋਂ ਕਦੇ ਇਹੋ ਜਿਹਾ ਵਕਤ ਹੋਵੇ, ਲੋਕ ਆਪਦੇ ਦੁੱਖ ਰੋਂਦੇ ਹੋਣ, ਤੇ ਲੋਕਾਂ ਨੂੰ ਉਹਨਾਂ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ। ਇਹ ਕਿਸਾਨੀ ਮੋਰਚਾ ਆਪਣੀ ਪਾਰਟੀ ਦੇ ਹਿੱਤ ਛੱਡ ਕੇ ਕਿਸਾਨ ਬਣ ਕੇ ਉੱਥੇ ਜਾਣਾ ਚਾਹੀਦਾ। ਸਾਨੂੰ ਉਹਨਾਂ ਦੀ ਗੱਲ ਕਰਨੀ ਚਾਹੀਦੀ ਸੱਚੇ ਮਨੋਂ ਜੀ। ਹੁਣ ਕਿਸਾਨ ਬੜੇ ਸਿਆਣੇ ਆ, ਐਵੇਂ ਨਹੀਂ ਉਹ ਮੋਰਚੇ ਨੂੰ ਇੱਥੋਂ ਤੱਕ ਲੈ ਕੇ ਗਏ। ਕਿਸਾਨਾਂ ਨੇ ਤਾਂ ਵੱਡਿਆਂ ਨੂੰ ਲਾਜਵਾਬ ਕਰਤਾ। ਉਹਨਾਂ ਦੀ ਸਿਆਣਪ ਦੇਖ ਕੇ ਉਹਨਾਂ ਅੱਗੇ ਸਿਰ ਝੁਕਦਾ। ਬਿਲਕੁਲ ਠੀਕ ਹੈ ਜੀ। ਕਹਿੰਦੇ ਉਹਨਾਂ ਅੱਗੇ ਸਿਰ ਝੁਕਦਾ। ਬਿਲਕੁਲ ਠੀਕ। ਕਿਸੇ ਨੂੰ ਗੱਲ ਨਹੀਂ ਆਉਂਦੀ ਉਹਨਾਂ ਦੇ ਮੂਹਰੇ, ਨਹੀਂ ਆਉਂਦੀ। ਧੰਨਵਾਦ ਜੀ। ਧੰਨਵਾਦ ਜੀ। ਹੋਰ ਖਬਰਾਂ ਦੇ ਵਿੱਚ ਜੋ ਬਾਈਡਨ ਉਹਨਾਂ ਦੀ ਜਿਹੜੀ ਉਹਨਾਂ ਨੇ ਸਹੁੰ ਚੁੱਕਣਿਆ 20 ਨੂੰ,
ਵਾਸ਼ਿੰਗਟਨ ਡੀਸੀ ਨੂੰ ਕਿਲਾ ਬਣਾ ਦਿੱਤਾ। ਪਹਿਲੀ ਵਾਰ ਅਮਰੀਕਾ ਦੇ ਇਤਿਹਾਸ ਦੇ ਵਿੱਚ ਹੋਇਆ ਕਿ ਇੰਨੇ ਨੈਸ਼ਨਲ ਗਾਰਡ ਤੇ ਫੌਜ ਤੇ ਚੀਫ ਆਫ ਸਟਾਫ ਦੇ ਬਿਆਨ, ਮੈਨਹੋਲ ਨੇ ਨਾ ਜਿਹੜੇ ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ਤੇ, ਉਹ ਵੀ ਉੱਪਰਲੇ ਬੰਨਿਓਂ ਲੌਕ ਕਰਤੇ ਕਿ ਥੱਲਿਓਂ ਕੋਈ ਬੰਦੇ ਨਾ ਨਿਕਲੇ ਹੋਣ ਕਿਤੇ। ਆਹ ਡਰ ਹੈ ਕਿਉਂਕਿ ਇੱਕ ਗਲਤ ਆਇਡੈਂਟੀਟੀ ਦੇ ਨਾਲ ਕਿਸੇ ਦੀ ਪਛਾਣ ਪੱਤਰ ਨਾਲ ਇੱਕ ਬੰਦਾ ਵੜ ਰਿਹਾ ਸੀ। 500 ਦੇ ਕਰੀਬ ਉਹਦੇ ਕੋਲ ਐਮੋਨੀਸ਼ਨ ਸੀ, ਰਾਉਂਡਸ ਸੀ, ਜਿਹੜੇ 500 ਰਾਉਂਡਸ ਆਫ ਐਮੋਨੀਸ਼ਨ ਉਹਨੂੰ ਕਹਿੰਦੇ, ਤੇ ਨਾਲ ਉਹਦੇ ਕੋਲ ਲੋਡਡ ਗਨ ਸੀ। ਫੜ ਲਿਆ ਉਹ। ਤੇ ਇਹ ਦੇਸ਼ ਚਲੋ ਸਹੁੰ ਤਾਂ ਚੱਕੀ ਜਾਓ, ਸਹੁੰ ਤੋਂ ਬਾਅਦ ਜਿਹੜੀ ਰਾਈਟ ਵਿੰਗ ਆਈਡੀਓਲੋਜੀ, ਜਿਹੜੇ ਇਸ ਲੈਵਲ ਦੇ ਬੰਦੇ ਨੇ, ਉਹਨਾਂ ਨੂੰ ਮੁੜ ਕੇ ਦੇਸ਼ ਕਿਵੇਂ ਕੰਟਰੋਲ ਕਰੋ? ਗੱਲ ਇਹ ਇੱਕ ਸੋਚਣ ਵਾਲੀ ਹੈ। ਕਿਵੇਂ ਹੋਊਗਾ ਇਹ ਦੇਸ਼ ਇੰਨਾ ਜਿਹੜਾ ਵੰਡਿਆ ਗਿਆ, ਉਹਦੇ ਨਾਲ ਉਹਦਾ ਬਣੂਗਾ ਕੀ? ਬਾਈਡਨ ਨੇ ਆਉਂਦਿਆਂ ਹੀ ਇੱਕ ਤਾਂ ਸਭ ਤੋਂ ਪਹਿਲਾਂ ਪੈਰਿਸ ਅਕੋਰਡ 'ਚ ਦਾਖਲ ਹੋਣਾ, ਤੇ ਨੰਬਰ 2 ਉਸਨੇ ਜਦੇ ਹੀ ਜਿਹੜਾ ਕਰਨਾ ਹੈ, ਅਲਬਰਟਾ ਦੀ ਜਿਹੜੀ ਕੀਸਟੋਨ ਐਕਸਲ ਡਿਸੀਜਨ ਆ, ਪੰਗਾ ਕੀਸਟੋਨ ਜਿਹੜੀ ਐਕਸਲ ਕੈਂਸਲੇਸ਼ਨ ਆ ਜਿਹੜੀ, ਇਹਨੇ ਨਾਲ ਹੀ ਭਵਿੱਖ ਜਿਹੜਾ ਹੈ ਉਹ ਤੈਅ ਕਰਨਾ ਹੈ ਪ੍ਰੀਮੀਅਰ ਕੈਨੀ ਦਾ। ਲਗਭਗ ਅੰਤ ਦੇ ਨੇੜੇ ਆ। $1.5 ਅਰਬ ਉਸਨੇ ਅਲਬਰਟਨ ਦਾ ਲਾ ਦਿੱਤਾ। ਤੇ ਕੀਸਟੋਨ ਸੋਚਣਾ ਚਾਹੀਦਾ ਕਿ ਲੋਕ ਫੋਸਲ ਫਿਊਲ ਤੋਂ ਇਲੈਕਟ੍ਰਿਕ ਕਾਰਾਂ ਨੂੰ ਜਾ ਰਹੇ ਨੇ, ਤੇ ਤੁਸੀਂ $1.5 ਬਿਲੀਅਨ ਦੇ ਰਹੇ ਹੋ ਉੱਧਰ ਨੂੰ, ਤੇ ਸਿਰ ਤੇ ਉੱਪਰ ਵੋਟਾਂ ਨੇ। ਤੇ ਕਿਵੇਂ ਤੁਹਾਨੂੰ ਸ਼ੋਰਟੀ ਸੀ ਕਿ ਸਾਡਾ ਇਹ ਬੰਦਾ ਜਿੱਤ ਜੂ? ਤੇ ਇਹ ਇੱਕ ਆਲਰੇਡੀ ਇੱਕ ਹੈਗੀ ਹੈ ਪਾਈਪਲਾਈਨ ਅੱਗੇ ਪਹਿਲਾਂ ਚੱਲ ਰਹੀ ਹੈ, ਜਿਹੜੀ ਹਾਰਡਿਸਟਰੀ ਤੋਂ ਜਾ ਸ਼ੁਰੂ ਕਰਕੇ ਵਿਨੀਪੈਗ ਦੇ ਰਾਹੀਂ, ਰਜਾਈਨਾ ਵਿਨੀਪੈਗ ਦੇ ਰਾਹੀਂ ਸਿੱਧੀ ਹਿਊਸਟਨ ਦੀ ਜਿਹੜੀ ਟੈਕਸਸ ਦੀ ਕੋਲ ਜਾ ਕੇ ਉਹ ਮੁੱਕਦੀ ਹੈ। ਹੁਣ ਇਹ ਜਿਹੜੀ ਨਵੀਂ ਸੀ, ਇਹ ਜਿਹੜੀ ਮੋਂਟਾਨਾ ਤੇ ਨਬਰਾਸਕਾ 'ਚ ਜਾ ਕੇ ਪੁਰਾਣੀ ਦੇ ਵਿੱਚ ਮਿਲਣੀ ਸੀ, ਤੇ ਇਹਦੇ ਤੇ ਉਹ ਕਹਿੰਦਾ ਮੈਂ ਬਹਿੰਦਿਆਂ ਸਾਰ ਬੰਦੀ ਲਾਉਣੀ ਹੈ ਬਈ ਇਹ ਨਹੀਂ ਹੋ ਸਕਦੀ। ਹਾਂ, ਹੁਣ 4 ਸਾਲ ਨੂੰ ਦੁਬਾਰਾ ਕੋਈ ਰਿਪਬਲਿਕਨ ਜਿੱਤੇ ਨਾ ਜਿੱਤੇ, ਤੇ ਇਹਦੀ ਕੰਸਟਰਕਸ਼ਨ ਅਲਬਰਟਾ ਵਾਲੇ ਪਾਸਿਓਂ ਚੱਲ ਰਹੀ ਹੈ। $1.5 ਬਿਲੀਅਨ ਜਿਹੜਾ ਹੈ ਉਹ ਪ੍ਰੋਬਲਮ ਦੇ ਵਿੱਚ ਪੈ ਜਾਣਾ। ਪਹਿਲਾਂ ਹੀ ਬਹੁਤ ਮੰਦਾ ਹਾਲ ਹੈ। ਜਿਹੜਾ ਜੇਸਨ ਕੈਨੀ ਦਾ ਪ੍ਰੀਮੀਅਰ ਬਣਨਾ ਜਿਹੜਾ ਉਹ ਉਹਦੀ ਰਾਜਨੀਤੀ ਸ਼ਾਇਦ ਖਤਮ ਕਰ ਦੇਵੇ। ਹੋ ਸਕਦਾ ਫੈਡਰਲ 'ਚ ਚਲੇ ਜਾਵੇ, ਪਰ ਇੱਥੇ ਨਹੀਂ। ਅਲਬਰਟਾ ਦੇ ਲੋਕ, ਅਲਬਰਟਨਸ ਬਹੁਤ ਇਸ ਗੱਲ ਤੋਂ ਔਖੇ ਨੇ। ਦੂਜਾ ਲੋਕਲ, ਅੱਜ ਵੈਨਕੂਵਰ ਸਨ ਦੇ ਵਿੱਚ ਇੱਕ ਵੱਡਾ ਆਰਟੀਕਲ ਲਿਖਿਆ ਕੈਵਨ ਫਾਲਕਨ ਨੇ। ਕੈਵਨ ਫਾਲਕਨ ਉਹਦੇ ਵਿੱਚ ਮਤਲਬ ਕੈਵਨ ਫਾਲਕਨ ਦਾ ਲਗਭਗ ਤੈਅ ਹੈ ਲਿਬਰਲ ਦੀ ਲੀਡਰਸ਼ਿਪ 'ਚ, BC ਲਿਬਰਲ ਦੀ ਲੀਡਰਸ਼ਿਪ 'ਚ ਆਉਣਾ। ਡਾਇਨ ਵਾਟਸ ਹਟ ਜਾਏਗੀ। ਡਾਇਨ ਵਾਟਸ ਨਾਲ ਟੌਡ ਸਟੋਨ ਨੇ ਕਹਿ ਦਿੱਤਾ ਵੀਕਐਂਡ ਤੇ ਮੈਂ ਨਹੀਂ ਜਾਣਾ। ਕੈਵਨ ਫਾਲਕਨ ਦੇ ਨਾਲ ਸੁਲ੍ਹਾ ਕੀ ਹੋਈ ਹੈ? ਕੈਵਨ ਫਾਲਕਨ ਨੇ ਬਹਿੰਦਿਆਂ ਸਾਰੇ ਜੀ ਉੱਥੇ ਮੌਤਾਂ ਹੋ ਰਹੀਆਂ ਨੇ, ਉੱਥੇ ਜੇ ਹੋ ਰਿਹਾ ਜੀ, ਉੱਥੇ ਬਹੁਤ ਵੱਡੀ ਜਿਹੜੀ ਪ੍ਰੋਬਲਮ ਹਾਈ ਜਿਹੜੀ ਓਵਰਡੋਜ਼ਸ ਦੀ ਹੋ ਰਹੀ ਹੈ, ਬਹੁਤ ਵੱਡਾ ਲੇਖ ਲਿਖਿਆ। ਤੇ ਪਰ ਇੰਨਾ ਸੌਖਾ ਜਿੱਤਣਾ ਇਹ ਹਲੇ ਮੇਰੇ ਖਿਆਲ ਲੀਡਰਸ਼ਿਪ ਤਾਂ ਰੇਸ ਉਹ ਜਿੱਤ ਜਾਣਗੇ, ਜਿਵੇਂ ਹੋਰ ਕਿਸੇ ਨੇ ਡਾਇਨ ਵਾਟਸ ਨੂੰ ਭਰੋਸੇ 'ਚ ਲੈ ਕੇ ਨਾਲ ਜੇ ਖੜਾ ਲਿਆ, ਤੇ ਟੌਡ ਸਟੋਨ ਦਾ ਵੱਡਾ ਇੱਕ ਜਿਹੜਾ ਰੁਤਬਾ ਸੀ ਉਹਨੇ ਜਵਾਬ ਹੀ ਦੇ ਦਿੱਤਾ। ਕਿਉਂਕਿ ਜਦ ਇਹ ਥਿੰਕ ਟੈਂਕ ਜਿਹੜੇ ਪਿਛਲੇ ਬੰਦੇ ਨੇ ਰਣਨੀਤੀ ਬਣਾਉਣ ਵਾਲੇ, ਉਹ ਬੈਠ ਕੇ ਸਮਝਾਉਂਦੇ ਆ ਵੀ ਤੂੰ ਆਹ ਨਹੀਂ ਕਰ ਸਕਦਾ, ਆਹ ਕਰ ਸਕਦਾ। 13 ਵਰ੍ਹੇ ਹੋ ਗਏ ਰਾਜਨੀਤੀ ਤੋਂ ਬਾਹਰ ਕੈਵਨ ਫਾਲਕਨ ਨੂੰ ਗਏ ਨੂੰ, ਤੇ ਕੈਵਨ ਫਾਲਕਨ ਦੀ ਜਿਹੜੇ ਨੇ ਫੇਸਬੁੱਕ ਸਾਰੀ ਕਲੀਅਰ ਕਰ ਦਿੱਤੀ। ਫੇਸਬੁੱਕ ਨਵੇਂ ਸਿਰੋਂ ਚਲਾ ਲਈ, ਤਾਂ ਇਹਦਾ ਮਤਲਬ ਇਹ ਆ ਕਿ ਰਾਜਨੀਤੀ ਚਾਹੁੰਗੇ। ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 1। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਅਲਬਰਟਾ ਵਾਲੀ ਗੱਲ ਕੀਤੀ, ਐਕਸਲ ਪਾਈਪਲਾਈਨ ਵਾਲੀ, ਮੈਂ ਉਹ ਤੇ ਸਪੈਸ਼ਲੀ ਗੱਲ ਕਰਨੀ ਚਾਹੁੰਦਾ। ਦੇਖੋ ਜਿਹੜੀ ਹੁਣ ਇਹੋ ਲਾਈਨ ਪੈ ਰਹੀ ਸੀ, ਇਹ ਦੇਖਣਾ ਬਣਦਾ ਆ ਵੀ ਅਗਲੇ ਕੋਈ 10 ਤੋਂ 15 ਸਾਲ ਜਿਹੜਾ ਫਸਲ ਫਿਊਲ ਆ ਉਹਦੀ ਇੰਪੋਰਟੈਂਸ ਰਹਿਣੀ ਹੈਗੀ। ਜਿਸ ਹਿਸਾਬ ਨਾਲ ਸਾਰਾ ਕੁਝ ਬਦਲ ਰਿਹਾ, ਤੇ ਉਹਦੇ ਹਿਸਾਬ ਨਾਲ ਹੀ ਜਿਹੜਾ ਸਾਡੀਆਂ ਜਿਹੜੇ ਆ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਅੱਜ ਜੇ ਰਿਫਾਈਨਰੀਆਂ ਬਣਾਈਆਂ ਜਾਣ ਤਾਂ ਉਹਨਾਂ ਦਾ ਫਾਇਦਾ ਨਹੀਂ, ਕਿ ਉਹ ਜਿਹੜਾ ਪੈਸਾ ਆ ਇਨਵੈਸਟ ਕੀਤਾ ਵਾਪਸ ਨਹੀਂ ਆਉਣਾ। ਤੇ ਇਸੇ ਤਰ੍ਹਾਂ ਜਿਹੜੀਆਂ ਪਾਈਪਲਾਈਨਾਂ ਵੀ ਆ, ਇਹੋ ਜਿਹੀ ਕੋਈ ਕੁਛ ਇਨਵੈਸਟਮੈਂਟ ਹੈਗੀ ਆ,
ਜਿਹਦੇ ਵਿੱਚ ਪੈਸਾ ਇਨਵੈਸਟ ਹੋ ਜਾਣਾ ਆ, ਉਹਨੂੰ ਸਿਰਫ ਤੇ ਸਿਰਫ ਜਿਹੜੀਆਂ ਕੰਪਨੀਆਂ ਨੇ ਪੈਸਾ ਇਨਵੈਸਟ ਕੀਤਾ ਆ, ਮਲਟੀ ਬਿਲੀਅਨਰ ਜਿਹੜੀਆਂ ਕਾਰਪੋਰੇਸ਼ਨਾਂ ਹੈਗੀਆਂ ਆ, ਉਹ ਗਵਰਨਮੈਂਟ ਤੇ ਇਹੋ ਪ੍ਰੈਸ਼ਰ ਪਾ ਰਹੀਆਂ ਵੀ ਸਿਰਫ ਤੇ ਸਿਰਫ ਇਹੋ ਜਿਹੜੀਆਂ ਪਾਈਪਲਾਈਨਾਂ ਆ ਇਹਨਾਂ ਨੂੰ ਚਾਲੂ ਰੱਖੋ, ਕਿਉਂ ਉਹਨਾਂ ਨੇ ਜਿਹੜਾ ਆਪਣਾ ਪੈਸਾ ਕੱਢਣਾ ਆ ਤੇ ਉਹ ਜਿਹੜਾ ਇਹਨਾਂ ਨੂੰ ਗਾਹਾਂ ਇਲੈਕਸ਼ਨਾਂ 'ਚ ਜਿੱਦਾਂ ਮੋਦੀਆਂ ਨੇ ਅੰਬਾਨੀਆਂ ਅੰਡਾਨੀਆਂ ਨੇ ਖਰੀਦਿਆ ਆ, ਉੱਦਾਂ ਹੀ ਇੱਥੇ ਜਿਹੜੀਆਂ ਮਲਟੀ ਕਾਰਪੋਰੇਸ਼ਨਾਂ ਇਹ ਨਹੀਂ ਵੀ ਜਿਹੜੇ ਇੱਥੇ ਦੇ ਰਾਜਨੀਤਿਕ ਆ ਉਹਨਾਂ ਨੂੰ ਖਰੀਦਿਆ ਆ। ਹੁਣ ਗੱਲ ਜਿੱਥੇ ਅਲਬਰਟਾ ਦੀ ਆ, ਇਹ ਬਿਲਕੁਲ ਜਿਹੜਾ ਆ ਜੇ ਅਲਬਰਟਾ ਦਾ ਸਾਡਾ ਜਿਹੜਾ ਫਸਲ ਫਿਊਲ ਹੈਗਾ ਇਹ ਬਾਹਰ ਨਹੀਂ ਨਿਕਲਦਾ ਤੇ ਇਹ ਨਾਲ ਸਾਡੇ ਪ੍ਰੋਵਿੰਸ ਦਾ ਵੀ ਜਿਹੜਾ ਆ ਨੁਕਸਾਨ ਹੁੰਦਾ ਆ। ਹੁਣ ਹੱਲ ਇਹਦਾ ਕੀ ਹੋਣਾ ਚਾਹੀਦਾ? ਇੱਕ ਪਾਸੇ ਜਿਹੜੀ ਆ ਇੱਥੇ ਜਿਹੜੀ ਤੁਹਾਡੇ BC ਨੂੰ ਪਾਈਪਲਾਈਨ ਪਾਈ ਰਹੀ ਹੈਗੀ ਆ, ਉਹਦੇ ਤੇ ਬੜਾ ਜ਼ੋਰ ਲੱਗਾ ਤੇ ਉਹਦੇ ਨਾਲ ਨਾਲ ਜਿਹੜੀ ਆ ਪੁਰਾਣੀ ਜਿਹੜੀ ਗਵਰਨਮੈਂਟ ਸੀ NDP ਉਹਨੇ ਇੱਕ ਰੇਲ ਲਈ ਜਿਹੜਾ ਆ ਕਾਫੀ ਜਿਹੜੇ ਆ ਬੋਗੀਆਂ ਖਰੀਦੀਆਂ ਸੀ। ਜਿਹੜਾ ਆਪਣੇ ਦੇਖੋ ਅਮਰੀਕਾ ਨੂੰ ਜਿਹੜਾ ਤੇਲ ਭੇਜਿਆ ਜਾਂਦਾ 15 ਤੋਂ $20 ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਕਿ ਉਹ ਸਾਡੇ ਕੋਲ ਕੋਈ ਹੋਰ ਬਾਇਰ ਨਹੀਂ ਹੈਗਾ, ਜਿੱਦਾਂ ਹੁਣ ਉੱਥੇ ਇੰਡੀਆ 'ਚ ਹੋ ਰਿਹਾ ਨਾ, ਜਿੱਦਾਂ ਉਹ ਕਰ ਰਹੇ ਆ ਜਾਂ ਅੰਬਾਨੀ ਅੰਡਾਨੀ ਸਿਰਫ ਬਾਇਰ ਰਹਿ ਜਾਣਗੇ ਤੇ ਉਹ ਏਦਾਂ ਹੀ ਇੱਥੇ ਜਿਹੜਾ ਸਾਡਾ ਕੋਈ ਹੋਰ ਬਾਇਰ ਨਹੀਂ ਸੀ, ਉਹਦੇ ਕਰਕੇ ਸਾਨੂੰ ਫੋਰਸ ਕੀਤਾ ਜਾਂਦਾ ਸੀ ਕੈਨੇਡਾ ਨੂੰ ਵੀ ਜਿਹੜਾ ਅਸੀਂ ਤੇਲ ਵੇਚਦੇ ਉਹ ਸਾਨੂੰ ਸਸਤਾ ਵੇਚਣਾ ਪੈਂਦਾ ਸੀ। ਹੁਣ ਜਿਹੜਾ ਟ੍ਰੇਨ ਰਾਹੀਂ ਜਿਹੜਾ ਦੂਜਾ ਕਿੰਨਾ ਇਹੋ ਜਿਹੜਾ NDP ਗਵਰਨਮੈਂਟ ਨੇ ਜਿਹੜਾ ਇੱਧਰ ਭੇਜਣਾ ਸ਼ੁਰੂ ਕੀਤਾ ਸੀ, ਉਹ ਫੇਰ ਵੀ ਸਾਨੂੰ ਲਾਹੇਵੰਦ ਸੀ, ਉਹਦੇ ਤੇ ਕੋਈ $10 ਵਾਧੂ ਬਚਦੇ ਸੀ। ਪਰ ਜਿਹੜਾ ਆ ਕੈਨੀ ਹੋਣੀ ਉਹੋ ਹੀ ਜਿਹੜਾ ਆ ਆਪਣੇ ਜਿਹੜੇ ਭਾਈਬੰਦ ਹੈਗੇ ਆ ਇਹਨਾਂ ਦੇ ਅੰਬਾਨੀ ਅੰਡਾਨੀ ਇੱਥੇ ਉਹਨਾਂ ਨੂੰ ਪੈਸਾ ਦੇਣਾ ਚਾਹੁੰਦੇ ਸੀ ਤੇ ਉਹ ਪਾਈਪਲਾਈਨ ਵਾਲਾ ਜਿਹੜਾ ਕੰਮ ਜਾਰੀ ਰੱਖਣ ਲਈ ਇਹਨੀ ਉਹ ਟ੍ਰੇਨ ਵੀ ਬੰਦ ਕੀਤੀ। ਦੂਸਰੇ ਪਾਸੇ ਜਿਹੜੀ ਟੈਕਨੋਲੋਜੀ ਨਵੀਂ ਆ ਗਈ ਆ, ਉਹ ਜਿਹੜੀਆਂ ਪਾਈਪਲਾਈਨ ਵਾਲੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਵੱਡੀਆਂ, ਉਹ ਨਹੀਂ ਚਾਹੁੰਦੀਆਂ ਵੀ ਉਹ ਪਾਈਪਲਾਈਨ ਤੋਂ ਪਰੇ ਕੋਈ ਗੱਲ ਜਾਵੇ, ਜਿਹੜਾ ਉਹਨਾਂ ਦਾ ਜਿਹੜਾ ਆ ਮੁਨਾਫਾ ਕਿਤੇ ਘਟੇ। ਉਹ ਜਿਹੜੀ ਨਵੀਂ ਟੈਕਨੋਲੋਜੀ ਆ, ਜਿਹੜਾ ਕਰੂਡ ਆਇਲ ਆ ਉਹਨੂੰ ਸੋਲਿਡਿਫਾਈ ਕੀਤਾ ਜਾ ਸਕਦਾ, ਉਹਦੇ ਜਿਹੜੇ ਬਲੌਕ ਬਣਾਏ ਜਾ ਸਕਦੇ ਵੱਡੇ ਵੱਡੇ ਤੇ ਉਹਨਾਂ ਨੂੰ ਟਰੱਕਾਂ ਤੇ ਗੱਡੀਆਂ ਤੇ ਰੇਲ ਗੱਡੀਆਂ ਤੇ ਲੱਦ ਕੇ ਜਿਹੜਾ ਆ ਪ੍ਰਿੰਸ ਰੂਪਰ ਦੀ ਪੋਰਟ ਤੱਕ ਪਹੁੰਚਦਾ ਕੀਤਾ ਜਾ ਸਕਦਾ ਹੈ। ਨਾ ਤੇ ਜੇ ਉਹ ਸਮੁੰਦਰ ਦੇ ਵਿੱਚ ਜਹਾਜ਼ ਦੇ ਉੱਤੋਂ ਵੀ ਡਿੱਗ ਜਾਵੇ ਉਹਦਾ ਕੋਈ ਨੁਕਸਾਨ ਨਹੀਂ ਹੈਗਾ এনवायरमेंट ਨੂੰ, ਤਾਂ ਉਹਨੂੰ ਦੁਬਾਰਾ ਜਿਹੜਾ ਜਿੱਥੇ ਜਾ ਕੇ ਰਿਫਾਈਨ ਕਰਨਾ ਉੱਥੇ ਉਹਨੂੰ ਲਿਕੁਫਾਈ ਕਰਕੇ ਮੁੜ ਕੇ ਉਹਨੂੰ ਰਿਫਾਈਨ ਕੀਤਾ ਜਾ ਸਕਦਾ ਆ। ਉਹਦੇ ਨਾਲ ਜਿਹੜਾ ਹੈ ਇੱਕ ਜਿਹੜੀ ਹੈਗੀ ਆ ਵੈਸਟਰਨ ਕੈਨੇਡਾ ਨੂੰ ਰਿਵਾਈਵ ਕਰਨ ਲਈ ਇੱਕ ਟਰਾਂਸਪੋਰਟੇਸ਼ਨ ਦੀ ਜਿਹੜੀ CNB ਜਿਹੜੀ ਆ ਪ੍ਰਿੰਸ ਰੂਪਰ ਤੋਂ ਐਡਮਿੰਟਨ ਨੂੰ ਰੇਲਵੇ ਲਾਈਨ ਆ, ਉਹ ਆਲਰੇਡੀ ਪਾਈਓ ਆ ਇਸੇ ਗੱਲ ਲਈ, ਪਰ ਉਹਨੂੰ ਕਿਤੇ ਮਟੀਰੀਅਲਾਈਜ਼ ਨਹੀਂ ਹੋਣ ਦਿੱਤਾ ਜਾ ਰਿਹਾ। ਜਿਹੜੀਆਂ ਮਲਟੀ ਕਾਰਪੋਰੇਸ਼ਨਾਂ ਆ ਉਹ ਪ੍ਰਭਾਵਿਤ ਕਰ ਰਹੀਆਂ। ਮੈਂ BC ਦੀ ਗਵਰਨਮੈਂਟ ਨੂੰ ਵੀ ਇਹੋ ਬੇਨਤੀ ਕਰਦਾ ਵੀ ਜੇ ਉਹ ਚਾਹੁੰਦੇ ਆ ਪ੍ਰਿੰਸ ਰੂਪਰ ਵਾਲਾ ਜਿਹੜਾ ਆ ਪਾਸਾ ਆ ਉਹ ਵਧੀਆ ਹੋਵੇ, ਇਕਨੋਮਿਕ ਡਿਵੈਲਪਮੈਂਟ ਉੱਥੇ ਹੋਵੇ, ਤਾਂ ਉਹ ਲਈ ਵੀ ਇੱਕ ਵਧੀਆ ਪ੍ਰੋਜੈਕਟ ਹੈਗਾ ਆ। ਇਹਦੇ ਉੱਤੇ ਜੇ ਕੰਮ ਕੀਤਾ ਜਾਵੇ ਤੇ ਜਿਹੜਾ ਕੈਨੇਡਾ ਦਾ ਪਾਸੋਂ ਫਿਊਲ ਆ, ਜਿਹੜਾ ਸਾਰੇ ਕੈਨੇਡਾ ਨੂੰ ਸਿਰਫ ਤੇ ਸਿਰਫ ਅਲਬਰਟਾ ਨੂੰ ਸਾਰੇ ਕੈਨੇਡਾ ਨੂੰ ਉਹਦਾ ਫਾਇਦਾ ਹੋ ਸਕਦਾ ਆ। ਉਸ ਟੈਕਨੋਲੋਜੀ ਤੇ ਜੇ ਕੰਮ ਕੀਤਾ ਜਾਵੇ, ਜੇ ਕੋਈ ਵੀ ਈਵਨ ਜੇ ਫੈਡਰਲ ਗਵਰਨਮੈਂਟ ਦਾ ਵੀ ਸੁਣਦਾ ਆ ਤਾਂ ਇਹ ਤੇ ਧਿਆਨ ਦੇਣਾ ਚਾਹੀਦਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਗੁਰਫਤਿਹ ਜੀ। ਬਿਲਕੁਲ ਪ੍ਰਿੰਸ ਰੂਪਰਟ ਸੁਪਰਪੋਜ਼ਡ ਪੋਰਟ ਦੀਆਂ ਗੱਲਾਂ ਚੱਲੀਆਂ ਸੀ ਤੇ ਉਹ ਕੋਰੀਡੋਰ ਜਿਹੜਾ ਐਡਮਿੰਟਨ ਦੇ ਰਾਹੀਂ ਸਸਕੈਚੂਨ 'ਚ ਸਸਕਾਟੂਨ ਰਜ਼ਾਈਨਾ ਬਹੁਤ ਖੁਸ਼ਹਾਲੀ ਉਹਦੀ ਹੋ ਸਕਦੀ ਸੀ, ਪਰ ਉਹ ਰੁਲ ਖੁੱਲ ਗਿਆ। ਸਸਕਾਟੂਨ ਦੀਆਂ ਕੀਮਤਾਂ ਬੜੀਆਂ 2004-05 ਦੇ ਵਿੱਚ ਵਧੀਆਂ ਕਿ ਇੱਥੋਂ ਹੁਣ ਬਹੁਤ ਵੱਡੀਆਂ ਗੱਲਾਂ ਹੋ ਜਾਣੀਆਂ ਨੇ, ਹੱਬ ਬਣ ਜਾਣੀਆਂ ਮੇਨ ਟਰੱਕਿੰਗ ਦੀ, ਤੇ ਪਰ ਉਹ ਗੱਲ ਵਿੱਚ ਰਹਿ ਗਈ। ਇਹ ਸੀ ਅੱਜ ਦਾ ਸ਼ੋਅ ਜੀ, ਤੇ ਕੱਲ੍ਹ ਨੂੰ 9 ਵਜੇ ਫੇਰ ਮੁੜਦਾ। ਰੱਬ ਰਾਖਾ।